PTN 24 ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮਨਜੀਤ ਮੰਡਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੇਰੇ ਨਾਲ ਸਟੂਡੀਓ ਵਿੱਚ ਹਨ ਸੰਦੀਪ ਗੋਸਲ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅਸੀਂ ਵੀਰਵਾਰ ਦਾ 11 ਵਜੇ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਅੱਜ ਅਸੀਂ ਬਹੁਤ ਹੀ ਪਿਆਰਾ ਜਿਹਾ ਟੌਪਿਕ ਕਮਿਊਨੀਕੇਸ਼ਨ ਦਾ ਟੌਪਿਕ ਲੈ ਕੇ ਆਏ ਹਾਂ ਤੁਹਾਡੇ ਕੋਲ। ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਹਾਂ। ਥੈਂਕ ਯੂ ਕਿ ਤੁਸੀਂ ਸਾਰੇ ਸਾਡੇ ਪ੍ਰੋਗਰਾਮ ਨੂੰ ਇੰਨਾ ਭਰਮਾ ਹੁੰਗਾਰਾ ਦੇ ਰਹੇ ਆ। ਐਂਡ ਅੱਜ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਹਲਕਾ ਫੁਲਕਾ ਜਿਹਾ ਟੌਪਿਕ ਬਟ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜੇ ਕਮਿਊਨੀਕੇਸ਼ਨ ਦੀਆਂ ਜਿਹੜੀਆਂ ਸਾਡੀਆਂ ਸਕਿੱਲਸ ਆ ਜਾਂ ਅਸੀਂ ਸਾਰੇ ਕਮਿਊਨੀਕੇਸ਼ਨ ਕਰਦੇ ਆ, ਗੱਲਬਾਤ ਅਸੀਂ ਸਾਰੇ ਕਰਦੇ ਆ, ਪਰ ਕਈ ਵਾਰ ਕਿਸੇ ਦੀਆਂ ਗੱਲਾਂ ਆਪਾਂ ਕਿੰਨੇ ਪਿਆਰ ਨਾਲ ਸੁਣਦੇ ਆ, ਕਿੰਨੇ ਇੰਟਰਸਟ ਨਾਲ ਸੁਣਦੇ ਆ, ਪਰ ਕਿਸੇ ਦੀਆਂ ਗੱਲਾਂ ਆਪਾਂ ਨੂੰ ਬੋਰ ਕਰ ਦਿੰਦੀਆਂ ਆ। ਸੋ ਜੇ ਅਸੀਂ ਟੋਟਲ ਕਮਿਊਨੀਕੇਸ਼ਨ ਦੀ ਗੱਲ ਕਰੀਏ ਤੇ ਉਹ ਹੈ ਕਿ ਕੀ ਚੀਜ਼ ਹੈਗੀ ਆ ਟੋਟਲ ਕਮਿਊਨੀਕੇਸ਼ਨ। ਐਂਡ ਕਮਿਊਨੀਕੇਸ਼ਨ ਇੱਕ ਆਰਟ ਆ ਤੇ ਇਹ ਆਰਟ ਸਾਨੂੰ ਸਾਰਿਆਂ ਨੂੰ ਹੀ ਜ਼ਰੂਰ ਸਿੱਖਣਾ ਜ਼ਰੂਰ ਚਾਹੀਦਾ। ਸੋ ਅਸੀਂ ਵੀ ਜਦੋਂ ਆਹ ਬੁੱਕ ਰੀਡ ਕਰਨੀ ਸ਼ੁਰੂ ਕੀਤੀ, ਹਾਊ ਟੂ ਸਟਾਰਟ ਕਨਵਰਸੇਸ਼ਨ ਐਂਡ ਮੇਕ ਫਰੈਂਡਸ, ਇਸ ਬੁੱਕਸ ਦੇ ਵਿੱਚ ਬਹੁਤ ਜ਼ਿਆਦਾ ਟੈਕਨੀਕਸ ਆ, ਬਹੁਤ ਜ਼ਿਆਦਾ ਸਕਿੱਲਸ ਆ ਜਿਨ੍ਹਾਂ ਤੋਂ ਸਾਨੂੰ ਸਿੱਖਣ ਨੂੰ ਕਾਫੀ ਕੁਝ ਮਿਲਿਆ ਤੇ ਉਹੀ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਇਹ ਬੁੱਕ ਸਾਨੂੰ ਕੀ ਕਹਿੰਦੀ ਆ। ਸੋ ਸਭ ਤੋਂ ਪਹਿਲਾਂ ਤਾਂ ਟੋਟਲ ਕਮਿਊਨੀਕੇਸ਼ਨ ਜਿਹੜੀ ਆ ਉਹ ਹੈ ਕੀ ਚੀਜ਼। ਸੋ ਟੋਟਲ ਕਮਿਊਨੀਕੇਸ਼ਨ ਤਿੰਨ ਚੀਜ਼ਾਂ ਦਾ ਮੇਲ ਜੋਲ ਆ। ਸੋ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਕਹਿੰਦੇ ਸ਼ਬਦ ਅਸੀਂ ਕਿਹੜੇ ਯੂਜ਼ ਕਰਦੇ ਆ, ਵਰਡ ਕਿਹੜੇ ਯੂਜ਼ ਕਰਦੇ ਆ, ਫਿਰ ਸਾਡੀ ਜਿਹੜੀ ਟੋਨ ਆ ਉਹ ਕਿਸ ਤਰੀਕੇ ਦੀ ਆ, ਦ ਵੇ ਅਸੀਂ ਗੱਲਬਾਤ ਕਰਦੇ, ਸਾਡੀ ਟੋਨ ਜਿਹੜੀ ਹੈਗੀ ਆ ਆਵਾਜ਼ ਦੀ, ਬੋਲਣ ਦੀ, ਉਹ ਕਿਸ ਤਰੀਕੇ ਦੀ ਆ। ਸੋ ਤੀਸਰੀ ਜਿਹੜੀ ਹੈਗੀ ਸਾਡੀ ਉਹ ਬੋਡੀ ਲੈਂਗੁਏਜ ਜਿਹੜੀ ਆ ਉਹ ਕਿਸ ਤਰੀਕੇ ਦੀ ਅਸੀਂ ਕੈਰੀ ਕਰਦੇ ਆ। ਸੋ ਇਹਦੇ ਵਿੱਚ ਜਦੋਂ ਆਪਾਂ ਦੇਖਦੇ ਆ ਸਰਕਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਪਾਰਟ ਆ ਮਤਲਬ ਉਹ ਸਾਡੀ ਬੋਡੀ ਲੈਂਗੁਏਜ ਦਾ ਪਾਰਟ ਆ। ਸਭ ਤੋਂ ਜ਼ਿਆਦਾ ਕਮਿਊਨੀਕੇਟ ਅਸੀਂ ਕਰਦੇ ਆ ਜਦੋਂ ਅਸੀਂ ਨਹੀਂ ਬੋਲਦੇ। ਸਾਨੂੰ ਕੀ ਲੱਗਦਾ ਸੀ ਕਿ ਕਮਿਊਨੀਕੇਸ਼ਨ ਬੋਲਣ ਨਾਲ ਆ, ਗੱਲਾਂ ਕਰਨ ਦੇ ਨਾਲ ਅਸੀਂ ਕਮਿਊਨੀਕੇਟ ਕਰਦੇ ਆ, ਬਟ ਬਿਨਾਂ ਬੋਲਣ ਤੋਂ ਵੀ ਸਾਡੀ ਜਿਹੜੀ ਬੋਡੀ ਕਮਿਊਨੀਕੇਸ਼ਨ ਕਰਦੀ ਆ ਉਹ ਸਭ ਤੋਂ ਵੱਡਾ ਪਾਰਟ ਆ। ਐਂਡ ਉਹ ਪੋਜ਼ਿਟਿਵ ਆ, ਨੈਗੇਟਿਵ ਆ, ਕਿੰਨਾ ਕੁ ਇਫੈਕਟਿਵ ਆ, ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਥੋੜਾ ਜਿਹਾ ਪਰਸੈਂਟੇਜ ਆ ਜਿਹੜੀ ਸਾਡੀ ਟੋਨ ਆਫ ਵੌਇਸ ਆ, ਥੋੜਾ ਜਿਹਾ ਪਰਸੈਂਟੇਜ ਹੀ ਹੈਗਾ ਜਿਹੜੇ ਸ਼ਬਦ ਅਸੀਂ ਯੂਜ਼ ਕਰਦੇ ਆ, ਪਰ ਸਭ ਤੋਂ ਵੱਡਾ ਪਾਰਟ ਹੈਗਾ ਸਾਡੀ ਬੋਡੀ ਲੈਂਗੁਏਜ ਦਾ ਕਿ ਅਸੀਂ ਸਾਡੀ ਬੋਡੀ ਲੈਂਗੁਏਜ ਕਿਸ ਤਰੀਕੇ ਦੀ ਆ। ਸੋ ਉਹਦੇ ਬਾਰੇ ਅਸੀਂ ਸਟੈਪ ਬਾਏ ਸਟੈਪ ਗੱਲਬਾਤ ਕਰਾਂਗੇ। ਤੁਸੀਂ ਵੀ ਦੇਖਿਆ ਹੋਵੇਗਾ ਕਈ ਵਾਰ ਜਦੋਂ ਅਸੀਂ ਇੱਕ ਓਪਰੀ ਥਾਂ ਦੇ ਉੱਤੇ ਜਾਂਦੇ ਆ ਜਿੱਥੇ ਸਾਨੂੰ ਜਾਣਨ ਵਾਲੇ ਨਹੀਂ ਹੁੰਦੇ, ਅਸੀਂ ਕਈ ਵਾਰ ਅਨਕੰਫਰਟੇਬਲ ਫੀਲ ਕਰਦੇ ਆ, ਔਕਵਰਡ ਫੀਲ ਕਰਦੇ ਆ ਕਿ ਮੈਂ ਉਸ ਪਾਰਟੀ ਤੇ ਨਹੀਂ ਜਾਣਾ, ਉੱਥੇ ਮੈਨੂੰ ਕੋਈ ਜਾਣਨ ਵਾਲਾ ਨਹੀਂ ਆ। ਉਸ ਕਨਵਰਸੇਸ਼ਨ ਨੂੰ ਜਿੱਥੇ ਸਾਨੂੰ ਕੋਈ ਜਾਣਨ ਵਾਲਾ ਨਹੀਂ, ਪਰ ਉੱਥੇ ਵੀ ਅਸੀਂ ਕਿਸ ਤਰੀਕੇ ਨਾਲ ਕਮਿਊਨੀਕੇਟ ਕਰ ਸਕਦੇ ਹਾਂ, ਕਿੱਦਾਂ ਫਰੈਂਡਸ ਬਣਾ ਸਕਦੇ ਹਾਂ। ਸੋ ਉਹਦੇ ਬਾਰੇ ਇਸ ਗੱਲਬਾਤ ਤੋਂ ਅਸੀਂ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਸੋ ਸੰਦੀਪ ਜੀ ਥੋੜਾ ਜਿਹਾ ਤੁਸੀਂ ਇਹਦੇ ਬਾਰੇ ਕੀ ਦੱਸਣਾ ਚਾਹੁੰਦੇ ਜਦੋਂ ਅਸੀਂ ਕਿਸੇ ਉਸ ਅਣਜਾਣ ਪਾਰਟੀ ਤੇ ਜਾਂਦੇ ਆ, ਰੂਮ ਜਿਹੜਾ ਆ ਉਹ ਪੂਰਾ ਫੁੱਲ ਆ ਐਂਡ ਸਾਰੇ ਸਟ੍ਰੇਂਜਰਸ ਆ ਉਸ ਰੂਮ ਦੇ ਵਿੱਚ। ਸੋ ਤੁਸੀਂ ਵੀ ਕਦੇ ਅਨਕੰਫਰਟੇਬਲ ਹੋਏ, ਇੱਦਾਂ ਲੱਗਾ ਤੁਹਾਨੂੰ ਕਦੇ ਵੀ ਹੁਣ ਇੱਥੇ ਮੈਨੂੰ ਤਾਂ ਕੋਈ ਜਾਣਦਾ ਨਹੀਂ ਆ, ਕਿਹਨੂੰ ਬੁਲਾਵਾਂ ਜਾ ਕੇ ਜਾਂ ਕਿੱਦਾਂ ਬੁਲਾਵਾਂ? ਬਿਲਕੁਲ ਸਹੀ ਆ ਮਨਜੀਤ ਜੀ ਤੁਹਾਡੀ ਗੱਲ। ਕਈ ਵਾਰ ਅਸੀਂ ਇੱਦਾਂ ਦੀ ਸਿਚੁਏਸ਼ਨ 'ਚ ਫਸ ਜਾਂਦੇ ਹਾਂ, ਸਾਨੂੰ ਫੇਸ ਕਰਨੀ ਪੈਂਦੀ ਆ ਕਿ ਜਿੱਥੇ ਅਸੀਂ ਇਹ ਫੀਲ ਕਰਦੇ ਕਿ ਹੁਣ ਮੈਂ ਇੱਥੇ ਕਿੰਨਾ ਗੱਲ ਕਰਾਂ, ਇਟਸ ਮਤਲਬ ਪਾਰਟੀ ਵਿੱਚ ਜਾਂ ਗੈਦਰਿੰਗ ਦੇ ਵਿੱਚ ਮੈਨੂੰ ਕੋਈ ਜਾਣਦਾ ਨਹੀਂ ਹੈਗਾ। ਸੋ ਉੱਥੇ ਆਪਣੀ ਇਹ ਕਮਿਊਨੀਕੇਸ਼ਨ ਸਕਿੱਲ ਹੀ ਹੈਗੀ ਆ ਜਿਹੜੀ ਆਪਾਂ ਨੂੰ ਕਿਸੇ ਦੇ ਨਾਲ ਜਾਣਕਾਰ ਬਣਾ ਸਕਦੀ ਹੈਗੀ ਆ, ਜਿਹੜਾ ਸਾਨੂੰ ਕਿਸੇ ਦੇ ਨਾਲ ਕੋਈ ਸਾਂਝ ਪਾ ਸਕਦੀ ਹੈਗੀ ਆ। ਸੋ ਜਿਹੜੀ ਕਮਿਊਨੀਕੇਸ਼ਨ ਸਕਿੱਲ ਹੈਗੀ ਆ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਕਈ ਵਾਰ ਅਸੀਂ ਐਵਰੀਡੇ ਕਮਿਊਨੀਕੇਟ ਕਰ ਰਹੇ ਹਾਂ, ਪਰ ਉਹਦੇ ਵਿੱਚ ਵੀ ਕੁਛ ਸਕਿੱਲਸ ਹੁੰਦੀਆਂ ਆ, ਕੁਛ ਪੁਆਇੰਟਸ ਹੁੰਦੇ ਆ ਜਿਹੜੇ ਸਾਨੂੰ ਕਈ ਵਾਰ ਅਸੀਂ ਉਹਨਾਂ ਤੋਂ ਅਣਜਾਣ ਰਹਿ ਜਾਂਦੇ ਹਾਂ, ਬਟ ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ, ਓਬਜ਼ਰਵ ਵੀ ਕਰਦੇ ਹਾਂ, ਬਟ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਤੋਂ ਜਾਣੂ ਨਹੀਂ ਹੁੰਦੇ। ਪਰ ਜਦੋਂ ਆਪਾਂ ਕੋਈ ਬੁੱਕ ਪੜ੍ਹਦੇ ਹਾਂ ਜਾਂ ਇੱਦਾਂ ਦਾ ਕੋਈ ਸੈਮੀਨਾਰ ਅਟੈਂਡ ਕਰਦੇ ਹਾਂ ਜਿੱਥੇ ਸਾਨੂੰ ਇਹ ਚੀਜ਼ਾਂ ਰਿਅਲਾਈਜ਼ ਹੁੰਦੀਆਂ ਕਿ ਨਹੀਂ, ਦੇਅਰ ਆਰ ਸੋ ਮੈਨੀ ਥਿੰਗਸ
ਜਿੱਦਾਂ ਹੁਣ ਕਮਿਊਨੀਕੇਸ਼ਨ ਹੈਗੀ ਆ, ਤੁਸੀਂ ਇੱਕ ਅਣਜਾਣ ਪਾਰਟੀ ਦੇ ਵਿੱਚ ਹੈਗੀ ਆ, ਤੁਸੀਂ ਕਿੱਦਾਂ ਸਟਾਰਟ ਕਰਨੀ ਹੈਗੀ ਆ, ਤੁਹਾਨੂੰ ਕੀ ਉਹਦੇ ਵਿੱਚ ਕਿੱਦਾਂ ਇੰਟਰਸਟਿੰਗ ਬਣਾਉਣਾ ਹੈਗਾ ਆ, ਤੁਸੀਂ ਸਟਾਰਟ ਕਿੱਦਾਂ ਕਰਨੀ ਹੈਗੀ ਆ। ਸੋ ਉਹਦੇ ਵਿੱਚ ਬਹੁਤ ਸਾਰੇ ਪਹਿਲੂ ਹੈਗੇ ਆ। ਸੋ ਆਪਾਂ ਨੂੰ ਚਾਹੇ ਆਪਾਂ ਸਾਰੀ ਉਮਰ ਗੱਲਾਂ ਬਾਤਾਂ ਕਰਨ ਦੇ ਵਿੱਚ ਹੀ ਕੱਢੀ ਹੈਗੀ ਆ, ਬਟ ਫਿਰ ਵੀ ਇੱਕ ਗੁੱਡ ਸਕਿਲਫੁਲ ਕਮਿਊਨੀਕੇਟਰ ਬਣਨ ਲਈ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਆ ਸਿੱਖਣ ਦੀ ਲੋੜ ਹੁੰਦੀ ਆ, ਚੇਂਜ ਕਰਨ ਦੀ ਜਾਂ ਨਵਾਂ ਕੁਝ ਸਿੱਖਣ ਦੀ ਜ਼ਰੂਰਤ ਹੈਗੀ ਆ। ਸੋ ਮੈਂ ਅੱਜ ਇੱਕ ਵੀਡੀਓ ਸੁਣ ਰਹੀ ਸੀ ਜਿਮਰੌਨ, ਉਹਨਾਂ ਨੇ ਕਿਹਾ ਕਿ ਜਿਵੇਂ ਆਪਾਂ ਨੂੰ ਪਤਾ ਕਿ ਜੇ ਅਸੀਂ ਜ਼ਮੀਨ ਨੂੰ ਪ੍ਰੋਪਰ ਤਰੀਕੇ ਦੇ ਨਾਲ ਪ੍ਰਪੇਅਰ ਨਹੀਂ ਕਰਦੇ, ਇਹ ਆਪਾਂ ਨੂੰ ਸਾਰਿਆਂ ਨੂੰ ਫੈਕਟ ਪਤਾ ਕਿ ਕੋਈ ਵੀ ਕਿਸਾਨ ਆ ਜਦੋਂ ਉਹ ਆਪਣੀ ਜ਼ਮੀਨ ਬੀਜਦੇ ਆ ਮਤਲਬ ਆਪਾਂ ਪਹਿਲਾਂ ਜ਼ਮੀਨ ਨੂੰ ਪ੍ਰਪੇਅਰ ਕਰਕੇ ਹੀ ਬੀਜਦੇ ਆ। ਕੋਈ ਨਹੀਂ ਇਦਾਂ ਹੈਗਾ ਵੀ ਜ਼ਮੀਨ ਨੂੰ ਆਪਾਂ ਵਾਇਆ ਨਹੀਂ ਆ ਤੇ ਆਪਾਂ ਬੀਜ ਖਿਲਾਰ ਦਿੱਤੇ ਜੀ। ਆਪਾਂ ਨੂੰ ਪਤਾ ਕਿ ਜੇ ਮੈਂ ਪੂਰਾ ਇਹਦਾ ਮਤਲਬ ਮੁੱਲ ਲੈਣਾ ਆ ਤਾਂ ਮੈਨੂੰ ਪਹਿਲਾਂ ਇਹਨੂੰ ਪ੍ਰਪੇਅਰ ਕਰਕੇ ਤਾਂ ਹੀ ਮੇਰੀ ਫਸਲ ਵਧੀਆ ਉੱਗੂਗੀ ਉਸ ਜ਼ਮੀਨ ਦੇ ਵਿੱਚ, ਜੇ ਮੈਂ ਇਹਨੂੰ ਪ੍ਰਪੇਅਰ ਕਰੂੰਗਾ। ਸੋ ਸੇਮ ਵੀ ਜਿਹੜੀ ਕਮਿਊਨੀਕੇਸ਼ਨ ਆ, ਮੈਸੇਜ ਜਦੋਂ ਅਸੀਂ ਡਿਲੀਵਰ ਕਰਨਾ, ਤੁਸੀਂ ਮੋਰਲੇ ਪਰਸਨ ਨੂੰ ਕਿਸ ਤਰੀਕੇ ਨਾਲ ਪ੍ਰਪੇਅਰ ਕਰਨਾ। ਹਾਂਜੀ, ਚਾਹੇ ਉਹ ਕੋਈ ਬਿਜ਼ਨਸਮੈਨ ਆ, ਚਾਹੇ ਉਹ ਕੋਈ ਹਸਬੈਂਡ ਵਾਈਫ ਆ, ਚਾਹੇ ਤੁਸੀਂ ਬੱਚੇ ਆ, ਮਤਲਬ ਹਰ ਬੰਦੇ ਨੂੰ ਕਮਿਊਨੀਕੇਸ਼ਨ ਦੀ ਲੋੜ ਆ। ਡਜ਼ਨਟ ਮੈਟਰ ਅਸੀਂ ਕਿਸ ਫੀਲਡ ਦੇ ਵਿੱਚ ਹੈਗੇ ਆ, ਹਰ ਥਾਂ ਤੇ ਸਾਨੂੰ ਬੈਟਰ ਕਮਿਊਨੀਕੇਸ਼ਨ ਦੀ ਜ਼ਰੂਰਤ ਹੈਗੀ ਆ। ਪਰ ਜੇ ਸਾਨੂੰ ਮੈਸੇਜ ਡ੍ਰੌਪ ਕਰਨ ਤੋਂ ਪਹਿਲਾਂ ਅਗਲੇ ਦਾ ਮਾਈਂਡ ਪ੍ਰਪੇਅਰ ਕਰਨਾ ਆ ਗਿਆ, ਦੈਨ ਸਾਡੀ ਕਮਿਊਨੀਕੇਸ਼ਨ ਮੋਰ ਇਫੈਕਟਿਵ ਹੋਊਗੀ ਤੇ ਸਾਨੂੰ ਆਪਣੇ ਡਿਜ਼ਾਇਰ ਰਿਜ਼ਲਟ ਮਿਲਣਗੇ। ਕਈ ਵਾਰ ਤੁਸੀਂ ਦੇਖੋ ਕਿ ਮਿਸ ਕਮਿਊਨੀਕੇਸ਼ਨ ਹੋਣ ਦੇ ਨਾਲ ਕਈ ਵਾਰ ਪ੍ਰੋਬਲਮਸ ਵੀ ਆ ਜਾਂਦੀਆਂ, ਆਪਾਂ ਨੂੰ ਫਿਰ ਉਹਨੂੰ ਕਲੈਰੀਫਾਈ ਕਰਨਾ ਪੈਂਦਾ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਜੀ, ਰਾਈਟ। ਸੋ ਇਸ ਕਰਕੇ ਜਿਹੜੀ ਕਮਿਊਨੀਕੇਸ਼ਨ ਨੂੰ ਪ੍ਰੋਪਰ ਵੇ ਆਪਣੇ ਮੈਸੇਜ ਨੂੰ ਕਿੱਦਾਂ ਕਨਵੇ ਕਰਨਾ, ਇਹ ਇੱਕ ਆਰਟ ਆ ਤੇ ਇਸ ਆਰਟ ਨੂੰ ਸਾਨੂੰ ਸਾਰਿਆਂ ਨੂੰ ਜ਼ਰੂਰ ਸਿੱਖ ਲੈਣਾ ਚਾਹੀਦਾ। ਸੋ ਬਿਫੋਰ ਜੇ ਅਸੀਂ ਅਗਲੇ ਨੂੰ ਆਪਣੇ ਨਾਲ ਐਗਰੀ ਕਰਨਾ ਆ, ਰਾਈਟ, ਚਾਹੇ ਤੁਸੀਂ ਸੇਲਸ ਦੇ ਵਿੱਚ ਹੈਗੇ ਆ, ਕੋਈ ਚੀਜ਼ ਸੈਲ ਕਰਨੀ ਆ, ਜਾਂ ਤੁਸੀਂ ਮਤਲਬ ਆਪਣਾ ਘਰ ਦੇ ਵਿੱਚ ਹੀ ਆਪਣੇ ਵਿਚਾਰ ਪੇਸ਼ ਕਰਨੇ ਚਾਹੁੰਦੇ ਆ, ਤੁਹਾਨੂੰ ਲੱਗਦਾ ਕਿ ਤੁਹਾਡੀ ਸਲਾਹ ਦੇ ਨਾਲ ਉਹ ਐਗਰੀ ਹੋਣ, ਜੋ ਤੁਸੀਂ ਚਾਹੁੰਦੇ ਆ ਉਹ ਚੀਜ਼। ਲੈਟਸ ਸੇ ਕੋਈ ਟੀਵੀ ਬਾਏ ਕਰਨਾ, ਹੁਣ ਤੁਸੀਂ ਚਾਹੁੰਦੇ ਕਿ ਫੈਮਿਲੀ ਤੁਹਾਡੇ ਨਾਲ ਐਗਰੀ ਹੋਵੇ, ਪਰ ਜੇ ਤੁਸੀਂ ਮੈਸੇਜ ਪ੍ਰੋਪਰ ਵੇ ਡਿਲੀਵਰ ਕਰ ਦਿੱਤਾ, ਉਹ ਫॉर ਸ਼ੋਰ ਤੁਹਾਡੇ ਨਾਲ ਐਗਰੀ ਹੋਣਗੇ। ਪਰ ਜੇ ਤੁਸੀਂ ਆਪਣਾ ਮੈਸੇਜ ਕਲੀਅਰਲੀ ਡ੍ਰੌਪ ਨਹੀਂ ਕੀਤਾ, ਕਿਉਂ ਚਾਹੀਦਾ ਤੁਹਾਨੂੰ ਉਹ, ਜੀ, ਰਾਈਟ, ਫੋਰਸਫੁਲੀ ਕਰਦੇ ਆ ਕਿ ਚਾਹੀਦਾ ਹੀ ਚਾਹੀਦਾ ਆ, ਬਟ ਫੈਕਟਸ ਨਹੀਂ ਨਾਲ ਸ਼ੋ ਕਰਦੇ, ਪ੍ਰੋਪਰ ਵੇ ਮੈਸੇਜ ਨਹੀਂ ਡਿਲੀਵਰ ਕਰਦੇ, ਤੁਹਾਨੂੰ ਨਾ ਦੇ ਮੋਰ ਚਾਂਸਸ ਹੈਗੇ ਆ ਕਿ ਤੁਹਾਡੀ ਫੈਮਿਲੀ ਤੁਹਾਡੇ ਨਾਲ ਨਹੀਂ ਐਗਰੀ ਹੋਊਗੀ। ਸੋ ਇਸ ਆਰਟ ਨੂੰ ਕਿੱਦਾਂ ਸਿੱਖ ਸਕਦੇ ਆ, ਸੋ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਆ। ਸੋ ਸਭ ਤੋਂ ਵੱਡੀ ਗੱਲ ਹੈਗੀ ਆ, ਜਦੋਂ ਜਿਹਦੇ ਨਾਲ ਕਮਿਊਨੀਕੇਸ਼ਨ ਕਰ ਰਹੇ, ਹਰ ਬੰਦਾ ਮਤਲਬ ਆਪਣੇ ਆਪ 'ਚ ਇੰਟਰਸਟਡ ਆ, ਬਿਲਕੁਲ, ਰਾਈਟ। ਸੋ ਉਹ ਆਪਣੇ ਆਪ ਬਾਰੇ ਗੱਲਾਂ ਬਾਤਾਂ ਕਰਨਾ ਚਾਹੁੰਦਾ, ਆਪਣੇ ਆਪ ਬਾਰੇ ਦੱਸਣਾ ਚਾਹੁੰਦਾ। ਸੋ ਉਹਦਾ ਸਭ ਤੋਂ ਵੱਧ ਇੰਟਰਸਟ ਉਹਦੇ ਵਿੱਚ ਹੈ, ਉਹਦਾ ਆਪਣੇ ਆਪ ਦੇ ਵਿੱਚ ਆ। ਸੋ ਕਮਿਊਨੀਕੇਸ਼ਨ ਲਿਸਨਿੰਗ ਦੇ ਨਾਲ ਕਮਿਊਨੀਕੇਸ਼ਨ ਆ, ਇਹ ਨਹੀਂ ਕਿ ਬੋਲਣਾ ਹੀ ਕਮਿਊਨੀਕੇਸ਼ਨ ਆ। ਬਿਲਕੁਲ, ਮਤਲਬ ਮੋਰਲੇ ਬੰਦੇ ਦੇ ਵਿੱਚ ਇੰਟਰਸਟ ਲੈਣਾ, ਉਹਨੂੰ ਪ੍ਰੋਪਰ ਵੇ ਸੁਣਨਾ, ਦੈਨ ਸੁਣ ਕੇ ਜਵਾਬ ਦੇਣਾ। ਬਿਲਕੁਲ, ਰਾਈਟ। ਸੋ ਇਹ ਪ੍ਰੋਪਰ ਕਮਿਊਨੀਕੇਸ਼ਨ ਹੈਗੀ ਆ। ਸੋ ਗੁੱਡ ਕਮਿਊਨੀਕੇਸ਼ਨ ਇੱਕ ਟੀਚਰ ਨੂੰ, ਇੱਕ ਸਟੂਡੈਂਟ ਨੂੰ, ਇੱਕ ਹਸਬੈਂਡ ਨੂੰ, ਇੱਕ ਵਾਈਫ ਨੂੰ, ਇੱਕ ਵਰਕਰ ਨੂੰ, ਮਤਲਬ ਹਰ ਇੱਕ ਨੂੰ ਹੀ ਜ਼ਰੂਰੀ ਹੈਗੀ ਆ। ਹਰੇਕ ਫੀਲਡ ਦੇ ਵਿੱਚ, ਹਰੇਕ ਲੈਵਲ ਤੇ ਆਪਾਂ ਨੂੰ ਸਾਨੂੰ ਗੁੱਡ ਕਮਿਊਨੀਕੇਸ਼ਨ ਦੀ ਜ਼ਰੂਰਤ ਹੈਗੀ। ਬਿਲਕੁਲ। ਸੋ ਇਹਦੇ ਵਿੱਚ ਕੀ ਹੈਗਾ ਕਿ ਜਦੋਂ ਅਸੀਂ ਇਨੀਸ਼ੀਏਟਿਵ ਲੈਣੇ ਆ ਕਿਸੇ ਤੱਕ, ਸਾਨੂੰ ਵੇਟ ਨਹੀਂ ਕਰਨੀ ਚਾਹੀਦੀ ਕਿ ਦੂਸਰਾ ਇਨੀਸ਼ੀਏਟਿਵ ਲਵੇ। ਸੋ ਯੂ ਟੇਕ ਦਾ ਇਨੀਸ਼ੀਏਟਿਵ। ਜੇ ਤੁਸੀਂ ਕਿਸੇ ਨਾਲ ਗੱਲ ਕਰਦੇ ਹੈਗੇ ਤੇ ਤੁਸੀਂ ਇੱਕ ਜੈਨੂਇਨ ਇੰਟਰਸਟ ਸ਼ੋ ਕਰੋ ਉਸ ਬੰਦੇ ਵਿੱਚ ਕਿ ਜਿੰਨਾ ਤੁਸੀਂ ਗੱਲ ਕਰਨੀ ਹੈਗੀ ਆ, ਦੈਨ ਫਿਰ ਉਸ ਬੰਦੇ ਨਾਲ ਜਿੰਨਾ ਤੁਸੀਂ ਗੱਲ ਕਰ ਰਹੇ ਆ, ਟ੍ਰੀਟ ਦੈਟ ਪਰਸਨ ਵਿਦ ਰਿਸਪੈਕਟ। ਕਿਉਂਕਿ ਸਾਰੇ, ਚਾਹੇ ਇੱਕ ਛੋਟਾ ਬੱਚਾ ਆ, ਚਾਹੇ ਸਾਡੇ ਤੋਂ ਕੋਈ ਵੱਡਾ ਹੈਗਾ ਆ, ਸਾਰੇ ਰਿਸਪੈਕਟ ਚਾਹੁੰਦੇ ਆ। ਸੋ ਤੁਹਾਡੀ ਕਮਿਊਨੀਕੇਸ਼ਨ ਦੇ ਵਿੱਚ ਉਹ ਰਿਸਪੈਕਟ, ਉਹ ਕਾਈਂਡਨੈਸ ਜਿਹੜੀ ਆ ਉਹ ਹੋਣੀ ਬਹੁਤ ਇੰਪੋਰਟੈਂਟ ਹੈਗੀ ਆ। ਤੇ ਜਿਹੜੀ ਚੌਥੀ ਚੀਜ਼ ਕੀ ਹੈਗੀ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਹਰ ਕੋਈ ਆਪਣੇ ਆਪ 'ਚ ਇੰਟਰਸਟਡ ਹੈਗਾ। ਸੋ ਹਰੇਕ ਬੰਦੇ ਦਾ ਇੱਕ ਆਪਣਾ ਪੁਆਇੰਟ ਆਫ ਵਿਊ ਹੁੰਦਾ ਆ, ਹਰੇਕ ਬੰਦੇ ਦਾ ਆਪਣੀ ਇੱਕ ਯੂਨੀਕ ਪਰਸਨੈਲਿਟੀ ਹੁੰਦੀ ਆ। ਉਸ ਚੀਜ਼ ਨੂੰ ਰਿਸਪੈਕਟ ਕਰਨਾ, ਉਸ ਚੀਜ਼ ਨੂੰ ਵੈਲਿਊ ਕਰਨਾ ਤੇ ਉਸ ਚੀਜ਼ ਦੇ ਉਸ ਪਹਿਲੂ ਦੇ ਨਾਲ ਸੋਚ ਕੇ ਉਹਨੂੰ ਲਿਸਨ ਕਰਨਾ,
ਉਹ ਬਹੁਤ ਜ਼ਰੂਰੀ ਹੈਗਾ ਕਮਿਊਨੀਕੇਸ਼ਨ ਨੂੰ ਕਾਮਯਾਬ ਬਣਾਉਣ ਲਈ। ਸੋ ਇਹ 3-4 ਥਿੰਗਸ ਜਿਹੜੀਆਂ ਹੈਗੀਆਂ, ਸਾਨੂੰ ਰਿਸਪੈਕਟ ਸ਼ੋ ਕਰਨੀ, ਉਹਦਾ ਕਾਈਂਡਨੈਸ ਸ਼ੋ ਕਰਨੀ, ਪ੍ਰੋਪਰ ਉਹਨੂੰ ਵੈਲਿਊ ਕਰਨਾ, ਉਸ ਪਰਸਨ ਨੂੰ, ਉਹਨੂੰ ਸੁਣਨਾ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਆਪਣਾ ਜਿਹੜਾ ਮੈਸੇਜ ਆ ਪ੍ਰੋਪਰਲੀ ਕਨਵੇ ਕਰਨਾ ਚਾਹੁੰਦੇ ਹੈਗੇ ਆ। ਸੋ ਬੇਸਿਕ ਹੈਗੀਆਂ ਇਹ ਜੀ। ਸੰਦੀਪ ਜੀ, ਹੁਣ ਆਪਾਂ ਇੱਕ ਕਾਲ ਲੈਂਦੇ ਆ। ਹਾਂਜੀ, PTN 24 ਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਭੈਣਾਂ ਨੂੰ। ਜਗਰਾਜ ਗਿੱਲ USA ਤੋਂ ਜੀ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ ਤੁਹਾਡਾ ਫੋਨ ਕਰਨ ਦੇ ਲਈ। ਤੁਹਾਡੇ ਮਸਲੇ ਤੇ ਮੈਨੂੰ ਇੱਕ ਕਵਿਤਾ ਮੈਂ ਕੱਢੀ ਬੈਠਾ ਤੇ ਮੈਂ ਕਿਹਾ ਸੁਣਾ ਦਈਏ। ਹਾਂਜੀ ਸ਼ੋਰ ਜੀ, ਜਰੂਰ ਜੀ। ਇਹਦਾ ਹੈਡਿੰਗ ਆ ਜੀ ਵਖਰੇਵਾਂ। ਠੀਕ ਹੈ ਜੀ। ਇੱਕ ਸ਼ਹਿਰ ਬਠਿੰਡਾ ਮੇਰਾ, ਨਾ ਕੋਈ ਅਜਨਬੀ ਨਾ ਅਣਜਾਣ, ਤੇ ਕਿਸ ਗਲੀ ਘਰ ਕੌਣ ਰਹਿੰਦਾ ਹਰ ਇੱਕ ਦੀ ਸਾਨੂੰ ਪਹਿਚਾਣ। ਹੈਲੋ ਜੀ ਜੀ ਜੀ। ਕਿਸ ਗਲੀ ਘਰ ਕੌਣ ਰਹਿੰਦਾ ਹਰ ਇੱਕ ਦੀ ਸਾਨੂੰ ਪਹਿਚਾਣ, ਖੁਸ਼ੀ ਗਮੀ ਦੀ ਡੂੰਘੀ ਸਾਂਝ, ਇੱਕ ਦੂਜੇ ਤੇ ਪੂਰਾ ਮਾਣ, ਤੇ ਮਹਿਫਲ ਲਾ ਕੇ ਬਹਿਸਾਂ ਕਰਦੇ, ਦੁੱਖ ਸੁੱਖ ਵੀ ਫੁੱਲੀ ਜਾਣ ਜੀ। ਤਸਵੀਰ ਦਾ ਦੂਜਾ ਰੁੱਖ ਹੈ ਜੀ, ਇੱਕ ਸ਼ਹਿਰ ਅਮਰੀਕਾ ਮੇਰਾ, ਜਿੱਥੇ ਮੈਂ ਰਹਿਣਾ ਯੂਰਪ। ਲੇਕ ਦੇ ਕੰਢੇ ਤੇ ਦੂਰ ਦੂਰ ਘਰ ਆ 10-12 ਸੀ, ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ, ਬੰਦ ਹੀ ਰਹਿੰਦੇ ਆ। ਕੁੱਤੇ ਬਿੱਲੀਆਂ ਨੂੰ ਟੱਟੀ ਪਿਸ਼ਾਬ ਕਰਾਉਣ ਲਈ 10 ਮਿੰਟ ਬਾਹਰ ਨਿਕਲਦੇ, 5 ਮਿੰਟ ਫੇਰ ਅੰਦਰ ਵੜ ਜਾਂਦੇ, ਪਤਾ ਨਹੀਂ ਡਰਦੇ ਆ, ਪਤਾ ਨਹੀਂ ਲੋਕ ਲਾ ਕੇ। ਇੱਕ ਸ਼ਹਿਰ ਅਮਰੀਕਾ ਮੇਰਾ, ਸਾਰੇ ਅਜਨਬੀ ਸਭ ਅਣਜਾਣ, ਤੇ ਗਲੀ ਗਵਾਂਢ ਚ ਕੌਣ ਰਹਿੰਦਾ ਨਹੀਂ ਕਿਸੇ ਨਾਲ ਜਾਣ ਪਛਾਣ। ਖੁਸ਼ੀ ਕਮੀ ਦੀ ਸਾਂਝ ਨਾ ਕੋਈ ਇੱਕ ਦੂਜੇ ਤੇ ਕਾਹਦਾ ਮਾਣ, ਸਿੱਖ ਟੈਂਪਲ ਵਿੱਚ ਹਾਏ ਹੈਲੋ ਇਤਨੀ ਹੀ ਵੱਧਦੀ ਜਾਣ ਪਛਾਣ। ਦੋਵੇਂ ਸ਼ਹਿਰੀ ਫਰਕ ਦੇ ਬਾਰੇ ਜਦ ਮੈਂ ਕੀਤੀ ਸੋਚ ਵਿਚਾਰ, ਕਾਰਨ ਮੇਰੀ ਸਮਝ ਆਇਆ ਵੱਖਰੀ ਬੋਲੀ ਸੱਭਿਆਚਾਰ ਤੇ ਮਾਂ ਬੋਲੀ ਦਾ ਕੁਦਰਤ ਤੋਂ ਅਣਮੁੱਲਾ ਉਪਹਾਰ, ਸਾਂਝ ਦਿਲਾਂ ਦੀ ਗਿੱਲ ਵਧਾਵੇ ਇਨਸਾਨੀਅਤ ਨਾਲ ਪਾ ਕੇ ਪਿਆਰ। ਕਿਵੇਂ ਲੱਗੀ ਜੀ? ਥੈਂਕ ਯੂ। ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ ਲੱਗੀ ਜੀ। ਬਿਲਕੁਲ, ਤੁਸੀਂ ਆਲਵੇਜ਼ ਸਾਡੇ ਟੌਪਿਕ ਦੇ ਮੁਤਾਬਕ ਮਤਲਬ ਲੈ ਕੇ ਆਉਨੇ ਆ ਕਵਿਤਾ ਨੂੰ। ਇਹ ਵੀ ਇੱਕ ਆਰਟ ਆ ਮਤਲਬ। ਔਰ ਦੇਖੋ ਇਹਨਾਂ ਦੀ ਕਵਿਤਾ ਦੇ ਵਿੱਚ ਇਹਨਾਂ ਨੇ ਕਿੰਨਾ ਵਧੀਆ ਤਰੀਕੇ ਨਾਲ ਇੱਕ ਉਹ ਤਰਾਸਦੀ ਪੇਸ਼ ਕੀਤੀ ਹੈ ਕਿ ਜਦੋਂ ਅਸੀਂ ਆਪਣੇ ਘਰ ਹੁੰਨੇ ਆ, ਬੈਕ ਹੋਮ ਦੀ ਗੱਲ ਕੀਤੀ, ਜਿੱਥੇ ਸਾਨੂੰ ਸਾਰਾ ਕੁਝ ਆਪਣਾ ਲੱਗਦਾ ਆ ਜੀ। ਤੇ ਜਦੋਂ ਅਸੀਂ ਇੱਕ ਜਿੱਦਾਂ ਆਪਾਂ ਗੱਲ ਕਰਦੇ ਸੀ, ਤੁਸੀਂ ਉਸ ਪਾਰਟੀ ਤੇ ਜਾਂਦੇ ਜਿੱਥੇ ਤੁਸੀਂ ਕਿਸੇ ਨੂੰ ਜਾਣਦੇ, ਪਰ ਆਪਾਂ ਹੁਣ ਜਿੱਦਾਂ ਜਿਹੜੇ ਆਪਾਂ ਇਮੀਗ੍ਰੈਂਟ ਹੈਗੇ, ਸਾਡੀ ਉਹ ਹਾਲਤ ਹੈਗੀ ਕਿ ਅਸੀਂ ਉਸ ਦੇਸ਼ ਵਿੱਚ ਆ ਗਏ ਜਿਹੜਾ ਸਾਡਾ ਇੱਕ ਦਿਨ ਸਾਡੇ ਲਈ ਬੇਗਾਨਾ ਸੀਗਾ ਜੀ। ਬਿਲਕੁਲ। ਸੋ ਉੱਥੇ ਅਸੀਂ ਹੁਣ ਆਪਣਾ ਸਾਰਾ ਭਾਈਚਾਰਾ ਬਣਾਇਆ ਹੈਗਾ ਆ, ਉਹ ਕਮਿਊਨੀਕੇਸ਼ਨ ਦੇ ਸੈੱਟ ਤੇ ਬਣਾਇਆ ਹੈਗਾ। ਜੇ ਹੁਣ ਇਹਨਾਂ ਦੀ ਉਹ ਤਰਾਸਦੀ ਸੀਗੀ ਕਿ ਮਤਲਬ ਤੁਸੀਂ ਗੁਰਦੁਆਰਾ ਸਾਹਿਬ ਜਾਂ ਕਿਤੇ ਜਾਂਦੇ ਹੈਗੇ ਆ, ਉੱਥੇ ਪੰਜਾਬੀ ਮਿਲਦੇ, ਪਰ ਉਹਨਾਂ ਨਾਲ ਵੀ ਤੁਹਾਡਾ ਜੇ ਤੁਸੀਂ ਜਸਟ ਹੈਲੋ ਹਾਏ ਕਰਕੇ ਰੁਕ ਜਾਂਦੇ, ਉੱਥੇ ਤੁਹਾਡਾ ਆਪਣਿਆਂ ਨਾਲ ਵੀ ਉਹ ਰਿਲੇਸ਼ਨਸ਼ਿਪ ਜਿਹੜਾ ਨਹੀਂ ਅੱਗੇ ਵੱਧਦਾ ਹੈਗਾ। ਸੋ ਉਹ ਇੱਕ ਜਿਹੜੀ ਕਮਿਊਨੀਕੇਸ਼ਨ ਦੀ ਕਮੀ ਹੈਗੀ ਆ, ਉਹ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਵੇਂ ਤਰੀਕੇ ਨਾਲ ਦਿਖਾਈ। ਲੈਂਗੁਏਜ ਦਾ ਬੈਰੀਅਰ ਵੀ ਆਪਣੇ ਸਾਹਮਣੇ ਪੇਸ਼ ਕਰ ਦਿੱਤਾ ਕਿ ਇੱਕ ਦੂਸਰੇ ਦੇਸ਼ ਦੇ ਵਿੱਚ ਕਮਿਊਨੀਕੇਸ਼ਨ ਜਦੋਂ ਕਰਨੀ ਆ, ਜੇ ਸਾਨੂੰ ਉਹਨਾਂ ਦੀ ਲੈਂਗੁਏਜ ਨਹੀਂ ਆਉਂਦੀ, ਉਹਨਾਂ ਨੂੰ ਸਾਡੀ ਲੈਂਗੁਏਜ ਨਹੀਂ ਆਉਂਦੀ, ਮਤਲਬ ਇਹ ਵੀ ਇੱਕ ਫਿਰ ਵੱਡੀ ਆਪਣੇ ਲਈ ਰੁਕਾਵਟ ਆ ਜਾਂਦੀ ਆ ਕਿ ਤੁਸੀਂ ਫਰੈਂਡਸ਼ਿਪ ਤਾਂ ਕ੍ਰੀਏਟ ਕਰਨੀ ਚਾਹੁੰਦੇ ਆ, ਕਮਿਊਨੀਕੇਸ਼ਨ ਤਾਂ ਅੱਗੇ ਵਧਾਉਣੇ ਆ, ਬਟ ਹੁਣ ਲਿਮਿਟਡ ਨੌਲੇਜ ਹੋਣ ਕਰਕੇ ਜਾਂ ਲਿਮਿਟਡ ਕਮਿਊਨੀਕੇਸ਼ਨ ਸਕਿੱਲਸ ਹੋਣ ਕਰਕੇ ਜਾਂ ਲਿਮਿਟਡ ਲੈਂਗੁਏਜ ਹੋਣ ਕਰਕੇ ਫਿਰ ਉਹਦੇ ਕਰਕੇ ਵੀ ਆਪਾਂ ਗੱਲ ਨੂੰ ਅੱਗੇ ਕੀ ਪੁੱਛ ਲਾਂਗੇ, ਹਾਊਸ ਵੈਦਰ ਦੀ ਥੋੜੀ ਬਹੁਤੀ ਗੱਲ ਕਰ ਲਾਂਗੇ, ਜਾਂ ਥੋੜਾ ਬਹੁਤਾ ਜਿੰਨਾ ਕੁ ਆਪਾਂ ਨੂੰ ਰੱਟਾ ਲੱਗਾ ਆ ਇੰਗਲਿਸ਼ ਦਾ ਸੋ ਉਨੀ ਕੁ ਕਰ ਲਾਂਗੇ। ਪਰ ਜਦੋਂ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਪੰਜਾਬੀ ਦੀ ਗੱਲ ਆ ਜਾਂਦੀ ਆ, ਮੋਰੇ ਬੰਦਾ ਵੀ ਪੰਜਾਬੀ ਆ, ਪਰ ਕਈ ਵਾਰ ਉੱਥੇ ਵੀ ਸਾਨੂੰ ਪ੍ਰੋਬਲਮ ਆਉਂਦੀ ਆ ਕਿ ਅਸੀਂ ਹੁਣ ਥੋੜੀਆਂ ਜਿਹੀਆਂ ਗੱਲਾਂ ਕਰ ਲਈਆਂ, ਪਰ ਇਸ ਤੋਂ ਵੱਧ ਗੱਲਾਂ ਕਿੱਦਾਂ ਕਰੀਏ ਜੀ। ਰਾਈਟ, ਅਸੀਂ ਪੁੱਛ ਲਿਆ ਹਾਂਜੀ ਇੰਡੀਆ, ਤੁਸੀਂ ਕਿੱਥੋਂ ਆ, ਅਸੀਂ ਕਿੱਥੇ ਰਹਿੰਦੇ ਆ, ਹਨਾ, ਤੇ ਬੱਚੇ ਕੰਮਕਾਰ ਪੁੱਛ ਲਿਆ, ਪਰ ਉਸ ਤੋਂ ਬਾਅਦ ਫਿਰ ਆਪਾਂ ਫਿਰ ਸਟਾਪ ਹੋ ਜਾਂਦੇ ਆ ਜਿੱਥੇ ਹੁਣ ਅਨਕੰਫਰਟੇਬਲ ਜਿਹਾ ਕਈ ਵਾਰ ਫੀਲ ਕਰਦੇ ਆ। ਆਪਾਂ ਕਹਿੰਦੇ ਕਿ ਮੈਨੂੰ ਇਹ ਪ੍ਰੋਬਲਮ, ਮੈਨੂੰ ਰਿਲੇਟ ਨਹੀਂ ਕਰਨਾ ਆਉਂਦਾ ਕਿਸੇ ਦੇ ਨਾਲ ਜੀ, ਰਾਈਟ। ਸੋ ਕਿੰਨੀ ਵਾਰ ਸਾਨੂੰ ਮੈਂ ਇਹ ਦੇਖਣ ਦੇ ਵਿੱਚ ਮੈਨੂੰ ਜ਼ਰੂਰ ਇਹ ਚੀਜ਼ਾਂ ਫੀਲ ਹੋਈਆਂ ਕਿ ਕਈ ਪੀਪਲ ਹੈਗੇ ਉਹ ਕਿੰਨੀ ਲੀਡ ਕਰਦੇ ਆ ਕਨਵਰਸੇਸ਼ਨ, ਇਵੇਂ ਰਾਜ ਆ, ਰਾਈਟ, ਰਾਜ ਨੂੰ ਕਨਵਰਸੇਸ਼ਨ ਲੀਡ ਕਰਨ ਦੇ ਵਿੱਚ ਉਹ ਆਰਟ ਹੈਗਾ ਕਿ ਅੱਗੇ ਤੋਂ ਅੱਗੇ ਕਿੱਦਾਂ ਲੀਡ ਕਰਨੀ ਆ। ਸੋ ਇਹਨੂੰ ਵੀ ਸਾਨੂੰ ਬਹੁਤ ਜ਼ਿਆਦਾ ਸਿੱਖਣ ਦੀ ਲੋੜ ਹੈ। ਜੇ ਸਾਨੂੰ ਕਨਵਰਸੇਸ਼ਨ ਲੀਡ ਕਰਨੀ ਆਉਂਦੀ ਆ, ਤੁਸੀਂ ਕਿਸੇ ਨੂੰ ਬੋਰ ਨਹੀਂ ਕਰੋਗੇ, ਤੁਸੀਂ ਖੁਦ ਵੀ ਬੋਰ ਨਹੀਂ ਹੋਵੋਗੇ। ਦੇਖੋ, ਜਦੋਂ ਆਪਾਂ ਐਕਚੁਅਲੀ ਜਿੱਦਾਂ ਕਿਸੇ ਨਾਲ ਤੁਸੀਂ ਕਨਵਰਸੇਸ਼ਨ ਕਰਦੇ ਆ ਤਾਂ ਸਾਨੂੰ ਥੋੜੇ ਜਿਹੇ ਸਿਗਨਲ ਮਿਲਦਾ ਆ ਸਾਹਮਣੇ ਵਾਲੇ ਪਰਸਨ ਤੋਂ ਕਿ ਉਹ ਆਪਣੇ ਨਾਲ ਕਨਵਰਸੇਸ਼ਨ ਕਰਨ 'ਚ ਕਿੰਨਾ ਇੰਟਰਸਟਡ ਆ, ਕਿ ਅਸੀਂ ਹੀ ਉਹਨਾਂ ਗੱਲ ਕਰਨ 'ਚ ਇੰਟਰਸਟਡ ਆ ਜਾਂ ਅਸੀਂ ਹੀ ਲੱਭ ਰਹੇ ਆ
ਕਿ ਉਹ ਵੀ ਸਾਡੇ ਨਾਲ ਗੱਲ ਕਰਨ ਨੂੰ ਲੱਭ ਰਿਹਾ ਆ। ਸੋ ਉਹ ਚੀਜ਼ਾਂ ਸਾਨੂੰ ਥੋੜ੍ਹੀਆਂ ਨੋਟਿਸ ਕਰਨੀਆਂ ਪੈਂਦੀਆਂ, ਜਿਹਨੂੰ ਇਸ ਬੁੱਕ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵਧੀਆ ਟਰਮ ਦਿੱਤੀ ਹੈ, ਸੌਫਟਨ ਜੀ, ਕਿ ਜੇ ਤੁਸੀਂ ਕਿਸੇ ਨਾਲ ਕਮਿਊਨੀਕੇਸ਼ਨ ਕਰ ਰਹੇ ਹੈਗੇ ਆ ਤਾਂ ਤੁਹਾਡੀ ਜਿਹੜੀ ਬੋਡੀ ਲੈਂਗੁਏਜ ਹੈਗੀ ਆ, ਇਟ ਸਪੀਕਸ ਲਾਊਡਰ ਦੈਨ ਦਾ ਵਰਡਸ। ਜਿੱਦਾਂ ਤੁਸੀਂ ਇਨੀਸ਼ੀਅਲ ਆਪਣਾ ਚਾਰਟ ਸ਼ੋ ਕਰਕੇ ਦੱਸਿਆ ਕਿ ਤੁਹਾਡੀ ਬੋਡੀ ਲੈਂਗੁਏਜ ਜਿਹੜੀ ਆ ਉਹ ਬਿਗ ਰੋਲ ਪਲੇ ਕਰਦੀ ਹੈ ਜਦੋਂ ਤੁਸੀਂ ਕਹਿ ਦਿੱਤਾ ਕਿ 90% ਜਿਹੜੀ ਬੋਡੀ ਲੈਂਗੁਏਜ ਹੀ ਹੈਗੀ ਆ। ਜੇ ਬੋਡੀ ਲੈਂਗੁਏਜ ਸੌਫਟਨ ਆ, ਓਪਨ ਆ, ਹਾਂਜੀ, ਦੈਨ ਦੂਸਰਾ ਬੰਦਾ ਤੁਹਾਡੇ ਨਾਲ ਗੱਲ ਕਰਨ ਦੇ ਲਈ, ਕਮਿਊਨੀਕੇਸ਼ਨ ਕਰਨ ਦੇ ਲਈ ਇਨਵਾਈਟਿੰਗ ਆ। ਮਤਲਬ ਤੁਹਾਡੀ ਜਿਹੜੀ ਬੋਡੀ ਲੈਂਗੁਏਜ ਆ, ਤੁਸੀਂ ਉਹ ਮਤਲਬ ਬੋਡੀ ਲੈਂਗੁਏਜ ਰੀਡਰ ਵੀ ਹੋਣੇ ਚਾਹੀਦੇ ਔਰ ਤੁਹਾਡੀ ਬੋਡੀ ਲੈਂਗੁਏਜ ਵੀ ਉਹ ਹੋਣੀ ਚਾਹੀਦੀ ਆ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ। ਹੁਣ ਜਿੱਦਾਂ ਤੁਸੀਂ ਆਪਾਂ ਗੱਲ ਕੀਤੀ ਸ਼ੁਰੂ 'ਚ, ਤੁਸੀਂ ਪੁੱਛਿਆ ਜੇ ਤੁਸੀਂ ਇੱਕ ਸਟ੍ਰੇਂਜਰ ਪਾਰਟੀਜ਼ ਦੇ ਵਿੱਚ ਗਏ ਹੋਏ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ, ਮੇਬੀ ਇਹ ਬਿਜ਼ਨਸ ਪਾਰਟੀ ਹੋਵੇ ਜਾਂ ਫਿਰ ਤੁਸੀਂ ਇਦਾਂ ਦੇ ਕਿਸੇ ਦੂਰ ਨੇੜੇ ਵਾਲੇ ਥਾਂ ਗਏ ਹੈਗੇ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ। ਸੋ ਤੁਹਾਨੂੰ ਕਿੱਦਾਂ ਤੁਸੀਂ ਹੁਣ ਕਿਸੇ ਨਾਲ ਕਨਵਰਸੇਸ਼ਨ ਸਟਾਰਟ ਕਰਨੀ ਆ, ਪਹਿਲਾਂ ਤੁਸੀਂ ਉਹ ਕਲੂ ਲੱਭਣਾ ਆ ਕਿ ਇੱਥੇ ਇਦਾਂ ਦਾ ਓਪਨ ਮਾਈਂਡਡ ਜਿਹੜਾ ਕਨਵਰਸੇਸ਼ਨ ਲਈ ਓਪਨ ਹੈਗਾ ਆ, ਗੱਲਬਾਤ ਕਰਨਾ ਚਾਹੁੰਦਾ ਹੈਗਾ, ਪਹਿਲਾਂ ਆਪਾਂ ਉਹ ਬੰਦਾ ਰੀਡ ਕਰਨਾ। ਮਤਲਬ ਗੱਲ ਕਰਨ ਤੋਂ ਪਹਿਲਾਂ ਅਸੀਂ ਇੱਕ ਜਿਹੜੀ ਨਾਨ ਵਰਬਲ ਕਮਿਊਨੀਕੇਸ਼ਨ ਹੁੰਦੀ ਆ, ਉਹ ਚੀਜ਼ਾਂ, ਉਹ ਸਿਗਨਲਸ ਪਹਿਲਾਂ ਅਸੀਂ ਰੀਡ ਕਰਦੇ ਆ, ਦੈਨ ਅਸੀਂ ਬੋਲਦੇ ਆ। ਸੋ ਸੰਦੀਪ ਜੀ ਦੇਖ ਲਓ, ਹਰ ਥਾਂ ਦੇ ਉੱਤੇ ਬੋਲਦੇ ਆਪਾਂ ਬਾਅਦ ਚ ਆ, ਪਰ ਪਹਿਲਾਂ ਤਾਂ ਆਪਾਂ ਬੋਡੀ ਲੈਂਗੁਏਜ ਤੋਂ ਹੀ ਜੱਜ ਕਰਦੇ ਆ ਕਿ ਇਹ ਬੰਦਾ ਫਰੈਂਡਲੀ ਆ, ਇਹਦੇ ਨਾਲ ਕਨਵਰਸੇਸ਼ਨ ਕੀਤੀ ਜਾ ਸਕਦੀ ਆ, ਜਾਂ ਇਹ ਬੰਦਾ ਰਿਜ਼ਰਵ ਆ, ਯਾਰ ਇਹਦੇ ਨਾਲ ਕਨਵਰਸੇਸ਼ਨ ਨਹੀਂ ਹੋਣੀ। ਮਤਲਬ ਸੋ 90% ਅਸੀਂ ਬੋਲਣ ਤੋਂ ਪਹਿਲਾਂ ਹੀ ਜੱਜ ਕਰਦੇ ਆ। ਸੋ ਉਹ ਕਿਹੜੀਆਂ ਚੀਜ਼ਾਂ ਹੈਗੀਆਂ ਆ ਜਿਨ੍ਹਾਂ ਨੂੰ ਅਸੀਂ ਨੋਟ ਕਰਦੇ ਆ, ਜਿਨ੍ਹਾਂ ਨੂੰ ਅਸੀਂ ਜੱਜ ਕਰਦੇ ਆ। ਸੋ ਸਭ ਤੋਂ ਪਹਿਲਾਂ ਸਮਾਈਲ, ਆਪਾਂ ਸਾਰਿਆਂ ਨੂੰ ਪਤਾ, ਬਿਲਕੁਲ ਰਾਈਟ, ਜਿਹੜਾ ਹੀ ਬੰਦੇ ਦੇ ਫੇਸ ਦੇ ਉੱਤੇ ਸਮਾਈਲ ਆ, ਮੂੰਹ ਦੇ ਉੱਤੇ ਸਮਾਈਲ ਆ, ਆਪਾਂ ਮੱਲੋ ਮੱਲੀ ਆਪਣਾ ਜੀ ਕਰਦਾ ਵੀ ਇਹਨੂੰ ਬੁਲਾ ਲਈਏ ਆਪਾਂ। ਬਿਲਕੁਲ ਜੇ ਮੱਥੇ ਦੇ ਉੱਤੇ ਤਿਉੜੀਆਂ ਹੈਗੀਆਂ ਆ, ਆਪਾਂ ਜੇ ਬੁਲਾਉਣਾ ਵੀ ਚਾਹੁੰਦੇ ਆਪਾਂ ਕਹਿੰਦੇ ਨਹੀਂ ਇਹਨੂੰ ਨਹੀਂ, ਮਤਲਬ ਉਹਨੂੰ ਬੁਲਾਈਏ ਜਿਹਦੇ ਫੇਸ ਦੇ ਉੱਤੇ ਸਮਾਈਲ ਆ। ਸੋ ਸਮਾਈਲ ਕਿੰਨੀ ਜ਼ਿਆਦਾ ਇੰਪੋਰਟੈਂਟ ਹੈਗੀ ਆ ਕਿ ਫੇਸ ਨੂੰ ਈਜ਼ੀ ਰੱਖਣਾ, ਥੋੜਾ ਸਮਾਈਲ ਰੱਖਣਾ। ਜੇ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਹੀ ਇਨੀਸ਼ੀਏਟਿਵ ਲਓ, ਤੁਸੀਂ ਹੀ ਸਮਾਈਲ ਕਰੋ ਐਂਡ ਦੂਸਰੇ ਨੂੰ ਬੁਲਾਓ। ਪਰ ਜੇ ਨਹੀਂ ਵੀ ਤੁਸੀਂ ਬੁਲਾ ਰਹੇ, ਤੁਹਾਡੇ ਫੇਸ ਦੇ ਉੱਤੇ ਸਮਾਈਲ ਆ, ਦੂਸਰਾ ਬੰਦਾ ਜ਼ਰੂਰ ਤੁਹਾਡੇ ਲਾਗੇ ਆਊਗਾ। ਬਿਲਕੁਲ, ਜਦੋਂ ਤੁਸੀਂ ਸਟ੍ਰੇਂਜਰਸ ਦੇ ਵਿੱਚ ਹੈਗੇ ਆ, ਸੋ ਪਹਿਲਾਂ ਮਤਲਬ ਮੂੰਹ ਤੋਂ ਬੋਲਣ ਤੋਂ ਪਹਿਲਾਂ ਤੁਸੀਂ ਜਦੋਂ ਸਮਾਈਲ ਦਿੰਨੇ ਆ, ਤੁਹਾਡੀ ਉਹ ਇੱਕ ਕਮਿਊਨੀਕੇਸ਼ਨ ਤੁਸੀਂ ਭੇਜਿਆ ਔਰ ਤੁਹਾਨੂੰ ਅੱਗਿਓਂ ਉਸ ਕਮਿਊਨੀਕੇਸ਼ਨ ਦਾ ਰਿਪਲਾਈ ਸਮਾਈਲ ਦੇ ਵਿੱਚ ਆਇਆ, ਸੋ ਤੁਹਾਡੀ ਫਰਸਟ ਕਨਵਰਸੇਸ਼ਨ ਹੋ ਗਈ ਜੀ। ਤੁਸੀਂ ਸਮਾਈਲ ਕੀਤਾ, ਸਾਹਮਣੇ ਵਾਲੇ ਨੇ ਸਮਾਈਲ ਕੀਤਾ, ਨਾਓ ਬੋਥ ਆਫ ਯੂ ਐਟ ਸਮ ਮਿਊਚੁਅਲ ਲੈਵਲ ਅੰਡਰਸਟੈਂਡਿੰਗ ਤੇ ਤੁਸੀਂ ਹੈਗੇ ਆ ਕਿ ਤੁਸੀਂ ਹੁਣ ਇੱਕ ਦੂਸਰੇ ਨੂੰ ਵਰਬਲ ਕਮਿਊਨੀਕੇਸ਼ਨ ਕਰ ਸਕਦੇ, ਬੁਲਾ ਸਕਦੇ ਆ। ਸੋ ਉਹ ਜਿਹੜੀ ਸਮਾਈਲ ਹੈਗੀ ਆ, ਇਹ ਫਰਸਟ ਸਾਈਨ ਆਫ ਕਮਿਊਨੀਕੇਸ਼ਨ ਹੈਗਾ ਕਿ ਸਾਹਮਣੇ ਵਾਲਾ ਬੰਦਾ ਵੀ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਇੰਟਰਸਟਿਡ ਹੈਗਾ ਆ ਜੀ। ਸੋ ਐਂਡ ਦੇਖੋ, ਰਿਟਰਨ ਵਾਪਸ ਆਉਣਾ ਹੀ ਆ। ਬਿਲਕੁਲ, ਮੀਨਸ ਮੋਸਟ ਆਫ ਦਾ ਟਾਈਮ ਜੇ ਤੁਹਾਡੇ ਫੇਸ ਤੇ ਸਮਾਈਲ ਆ, 90% ਚਾਂਸਸ ਹੈਗੇ ਆ, ਈਵਨ ਮੋਰ ਦੈਨ 90%, ਕਿ ਮੋਰਲੇ ਬੰਦੇ ਨੇ ਵੀ ਤੁਹਾਨੂੰ ਸਮਾਈਲ ਦੇ ਦੇਣੀ ਆ। ਮਤਲਬ ਤੁਹਾਡੀ ਕਮਿਊਨੀਕੇਸ਼ਨ ਚੱਲ ਪੈਣੀ ਉੱਥੇ। ਬਿਲਕੁਲ, ਸੋ ਮਤਲਬ ਸਮਾਈਲ ਆਪਣੇ ਆਪ ਦੇ ਵਿੱਚ ਇੱਕ ਬਿਗ ਕਮਿਊਨੀਕੇਸ਼ਨ ਹੈਗੀ ਆ। ਸੋ ਇੱਕ ਨਾਨ ਵਰਬਲ ਕਮਿਊਨੀਕੇਸ਼ਨ ਆ, ਤੁਸੀਂ ਬੋਲਿਆ ਕੁਛ ਨਹੀਂ ਬਟ ਤੁਸੀਂ ਇੱਕ ਮੈਸੇਜ ਭੇਜਿਆ, ਉਹਨਾਂ ਨੇ ਉਸ ਮੈਸੇਜ ਨੂੰ ਰਿਸੀਵ ਕੀਤਾ ਐਂਡ ਸੇਮ ਮੈਸੇਜ ਉਹਨਾਂ ਨੇ ਤੁਹਾਨੂੰ ਭੇਜਿਆ, ਜਿਹਨੂੰ ਆਪਾਂ ਕਹਿੰਦੇ। ਬਿਲਕੁਲ, ਸੋ ਮਤਲਬ ਸਮਾਈਲ ਜਿਹੜੀ ਆ ਬਿਗੇਸਟ ਕਨੈਕਟਰ ਹੈਗੀ ਆ ਹਿਊਮਨ ਬੀਇੰਗਸ ਦੇ ਵਿੱਚ, ਕਿ ਜਦੋਂ ਤੁਸੀਂ ਓਪਰੇ ਜਗ੍ਹਾ ਹੈਗੇ ਆ, ਕਿਤੇ ਵੀ ਹੈਗੇ ਆ, ਸੋ ਫਰਸਟ ਕਮਿਊਨੀਕੇਸ਼ਨ ਤੁਸੀਂ ਸਮਾਈਲ ਤੋਂ ਸਟਾਰਟ ਕਰ ਸਕਦੇ ਆ। ਸੋ ਬਹੁਤ ਬਿਗ ਤੇ ਬਹੁਤ ਸਿੰਪਲ ਇੱਕ ਕਮਿਊਨੀਕੇਸ਼ਨ ਟੈਕਨੀਕ ਹੈਗੀ ਜਿਹੜੀ ਆਪਾਂ ਯੂਜ਼ ਕਰ ਸਕਦੇ ਹਾਂ ਐਨੀਵੇਅਰ ਇਨ ਦਾ ਵਰਲਡ। ਐਂਡ ਕਿੰਨੀ ਵਧੀਆ ਮਤਲਬ ਇਹ ਲੈਂਗੁਏਜ ਆ। ਮਤਲਬ ਤੁਸੀਂ ਕਿਸੇ ਨੂੰ ਵੀ ਸਮਾਈਲ ਦਿੰਨੇ ਆ ਐਂਡ ਕਿੰਨਾ ਪੋਜ਼ਿਟਿਵ ਮੈਸੇਜ ਆਉਂਦਾ ਆ। ਬਿਲਕੁਲ, ਰਾਈਟ। ਸੋ ਇਸ ਕਰਕੇ ਇਹਨੂੰ ਜ਼ਰੂਰ ਸਾਰੇ ਜਣੇ ਅਸੀਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਅਪਣਾਈਏ, ਜ਼ਰੂਰ ਇਸ ਚੀਜ਼ ਨੂੰ ਯਾਦ ਰੱਖੀਏ ਕਿ ਜਿਹੜੀ ਸਮਾਈਲ ਬਿਗੇਸਟ ਕਮਿਊਨੀਕੇਸ਼ਨ ਦਾ ਸਾਡਾ ਸਾਧਨ ਆ। ਸੋ ਹਰ ਥਾਂ ਦੇ ਉੱਤੇ ਆਪਣੇ ਆਪ ਨੂੰ ਯਾਦ ਕਰਾਈਏ, ਮਤਲਬ ਜੇ ਕਿਤੇ ਸਾਡੇ ਫੇਸ ਦੇ ਉੱਤੇ ਨਹੀਂ ਵੀ ਸਮਾਈਲ, ਯਾਦ ਕਰਾਈਏ ਕਿ ਨਹੀਂ smile ਕਰਨਾ ਮੈਂ। if we have just a smile on our face it increase our face value ਜੀ ਬਿਲਕੁਲ, ਤੁਸੀਂ ਮਤਲਬ ਆਪਣੀ ਵੈਲਿਊ ਆਪ ਵਧਾ ਸਕਦੇ ਆ just keeping little smile on your face। ਸੋ ਬਹੁਤ ਇੰਪੋਰਟੈਂਟ ਤੇ ਬਹੁਤ ਸਿੰਪਲ ਚੀਜ਼ ਹੈਗੀ ਆ ਇਹ ਸਮਾਈਲ ਸਾਨੂੰ ਆਲਵੇਜ਼ ਕਰਦੇ ਰਹਿਣਾ ਚਾਹੀਦਾ ਹੈਗਾ ਆ। ਸੋ ਜਦੋਂ ਆਪਾਂ ਸਮਾਈਲ ਕਰਦੇ ਹੈਗੇ ਆ, ਜਿਹੜਾ ਨੈਕਸਟ ਚੀਜ਼ ਇੰਡੀਕੇਟ ਕਰਦੀ ਹੈ ਕਿ ਜਿਹੜਾ ਸਾਹਮਣੇ ਵਾਲਾ ਪਰਸਨ ਕਿੰਨਾ ਕੁ ਓਪਨ ਹੈਗਾ ਆ, देयर ओपन आर्म्स, ਕਿ ਜੇ ਅਸੀਂ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਆ, ਸਾਹਮਣੇ ਵਾਲਾ ਕਿਸੇ ਕਾਰਨਰ ਦੇ ਵਿੱਚ ਲਾਈਕ ਕ੍ਰਾਸ ਕਰਕੇ ਖੜਾ ਹੈ ਤੇ ਜਾਂ ਕੋਈ ਬੈਠਾ ਹੈ, ਸੋ ਮਤਲਬ ਹੀ ਇਜ਼ ਕਲੋਜ਼ਡ।
ਕਿ ਉਹ ਆਪਣੇ ਵਿਚਾਰਾਂ ਦੇ ਵਿੱਚ ਬੈਠੇ ਹੋਏ ਆ, ਉਹਨਾਂ ਨੂੰ ਡਿਸਟਰਬ ਨਾ ਕਰੀਏ ਆਪਾਂ। ਸੋ ਆਪਾਂ ਵੀ ਇਹ ਆਪਾਂ ਨੂੰ ਮੈਸੇਜ ਜਾਂਦਾ, ਚਾਹੇ ਉਹਨਾਂ ਨੇ ਬੋਲਿਆ ਕੁਛ ਨਹੀਂ, ਬਟ ਦੈਟ ਦ ਮੈਸੇਜ ਵੀ ਗॉट। ਪਰ ਦੇਖੋ ਇਹ ਕਈ ਵਾਰ ਕਿੰਨੀ ਜ਼ਿਆਦਾ ਆਦਤ ਆ, ਲਾਈਕ ਇੱਕ ਬੈਠਣ ਦਾ ਸਟਾਈਲ ਹੀ ਆਪਾਂ ਇਦਾਂ ਬਣਾ ਲੈਂਦੇ ਆ ਕਿ ਆਪਾਂ ਬੈਠਦੇ ਹੀ ਇਦਾਂ ਆ। ਇਹ ਸਟਾਈਲ ਮਨਜੀਤ ਜੀ ਬਣਦਾ ਵੀ ਉਦੋਂ ਆ ਜਦੋਂ ਸਾਡੀ ਪਰਸਨੈਲਿਟੀ ਰਿਜ਼ਰਵ ਜ਼ਿਆਦਾ ਹੋ ਜਾਂਦੀ ਆ, ਜਦੋਂ ਅਸੀਂ ਕਲੋਜ਼ ਮਾਈਂਡਡ ਹੋ ਜਾਂਦੇ, ਜਦੋਂ ਅਸੀਂ ਲੱਗਦਾ ਕਿ ਗੱਲ ਕਰਨ ਲੋੜ ਹੀ ਨਹੀਂ ਹੈਗੀ, ਅਸੀਂ ਸਮਝਦੇ ਨਹੀਂ ਉਸ ਦੀ ਇੰਪੋਰਟੈਂਸ ਨੂੰ। ਸੋ ਉਦਾਂ ਦੀ ਸਾਡੀ ਬਾਡੀ ਲੈਂਗੁਏਜ ਬਣ ਜਾਂਦੀ ਆ, ਤੇ ਉਹ ਜਿਹੜਾ ਮੈਸੇਜ ਹੈ ਦੂਸਰੇ ਤੱਕ ਉਦਾਂ ਦਾ ਹੀ ਫਿਰ ਪਹੁੰਚਦਾ ਹੈਗਾ। ਸੋ ਉਹੀ ਆਪਾਂ ਜਿੱਦਾਂ ਸ਼ੁਰੂ 'ਚ ਗੱਲ ਕੀਤੀ ਆ, ਕੁਝ ਚੀਜ਼ਾਂ ਅਸੀਂ ਕਰਦੇ ਆ ਬਟ ਉਹਨਾਂ ਦਾ ਅਸੀਂ ਮੀਨਿੰਗ ਤੱਕ ਨਹੀਂ ਜਾਂਦੇ, ਉਹਨਾਂ ਦੇ ਮਤਲਬ ਡੀਪ ਮੀਨਿੰਗ ਕੀ ਹੋ ਸਕਦਾ, ਉਹ ਕੀ ਮੈਸੇਜ ਕਨਵੇ ਕਰਦੇ। ਅਗਰ ਅਸੀਂ ਸਾਡਾ ਕੋਈ ਪਰਟੀਕੂਲਰ ਐਕਸ਼ਨ ਹੈਗਾ ਆ ਜਾਂ ਰਿਐਕਸ਼ਨ ਹੈਗਾ ਆ, ਅਸੀਂ ਕਹਿੰਦੇ ਕਿ ਤਾਂ ਅਨਨੋਇੰਗਲੀ ਮੇਰੀ ਆਦਤ ਆ, ਪਰ ਅਸੀਂ ਉਹ ਆਦਤ ਦਾ ਸਾਨੂੰ ਮਤਲਬ ਬੈਨੀਫਿਟ ਨੁਕਸਾਨ ਆ, ਤੇ ਉਹ ਫਿਰ ਅਸੀਂ ਚੇਂਜ ਕਰ ਸਕਦੇ ਜੇ ਸਾਨੂੰ ਪਤਾ ਹੋਵੇ, ਅਸੀਂ ਅਵੇਅਰ ਹੋਈਏ ਉਸ ਚੀਜ਼ ਬਾਰੇ। ਜੇ ਤੁਸੀਂ ਇਸ ਤਰੀਕੇ ਨਾਲ ਖੜੇ ਆ, ਜਿਹੜਾ ਤੁਹਾਡੇ ਕੋਲ ਖੜਨ ਵਾਲਾ ਉਹਨੇ ਵੀ ਤੁਹਾਨੂੰ ਕਾਪੀ ਕਰ ਲੈਣੀ ਆ, ਮਤਲਬ ਉਹਨੇ ਵੀ ਇਸ ਤਰੀਕੇ ਦੇ ਨਾਲ ਹੀ ਖੜ ਲੈਣਾ। ਦੈਟ ਮੀਨਸ ਤੁਸੀਂ ਓਪਨ ਨਹੀਂ ਹੈਗੇ, ਤੁਸੀਂ ਕਲੋਜ਼ ਹੋ ਗਏ। ਹੁਣ ਜਿਹੜੀ ਕਮਿਊਨੀਕੇਸ਼ਨ ਆ ਉਹ ਬਹੁਤ ਹਾਰਡ ਹੋ ਜਾਣੀ ਹੈ, ਰੂਮ ਨਹੀਂ ਹੈਗਾ ਹੁਣ ਕਮਿਊਨੀਕੇਸ਼ਨ ਦਾ, ਕਿਉਂਕਿ ਤੁਸੀਂ ਬੋਥ ਆਰ ਨਾਟ ਇੰਟਰਸਟਡ ਹੋ ਗਏ, ਆਪਣੇ ਆਪ 'ਚ ਹੀ ਮਤਲਬ ਹੈਗੇ ਆ, ਫਿਰ ਤੁਸੀਂ ਇਕੱਲੇ ਖੜੇ ਰਹਿੰਦੇ ਆ। ਐਂਡ ਮਤਲਬ ਉਹ ਆਪਣੇ ਤੁਸੀਂ ਕਲੋਜ਼ ਹੈਗੇ ਆ, ਮਤਲਬ ਤੁਸੀਂ ਆਪਣੀ ਦੁਨੀਆ ਦੇ ਵਿੱਚ ਆਪਣੀ ਸੋਚ ਦੇ ਵਿੱਚ ਆਲਰੇਡੀ ਬਿਜ਼ੀ ਹੈਗੇ ਆ। ਤੇ ਜਦੋਂ ਤੁਸੀਂ ਬਿਜ਼ੀ ਹੈਗੇ ਆ ਤਾਂ ਕੋਈ ਵੀ ਤੁਹਾਨੂੰ ਫਿਰ ਡਿਸਟਰਬ ਨਹੀਂ ਕਰਨਾ ਚਾਹੂਗਾ। ਸੋ ਸਾਨੂੰ ਇਹਦਾ ਵੀ ਧਿਆਨ ਰੱਖਣਾ ਚਾਹੀਦਾ। ਸੋ ਜਦੋਂ ਤੁਸੀਂ ਖੜਦੇ ਆ ਜਾਂ ਬੈਠਦੇ ਆ, ਤੁਸੀਂ ਕਿਸ ਤਰੀਕੇ ਦੇ ਨਾਲ, ਤੁਹਾਡਾ ਸਟਾਈਲ ਜਿਹੜਾ ਹੈ ਉਹ ਕਿਸ ਤਰੀਕੇ ਦਾ ਹੈਗਾ। ਸੋ ਥਰਡ ਹੈਗਾ, ਜਦੋਂ ਆਪਾਂ ਬੈਠਦੇ ਆ ਸੋ ਆਪਾਂ ਲੀਨ ਫਾਰਵਰਡ ਹੋ ਕੇ ਹੀ ਬੈਠਣਾ। ਮਤਲਬ ਜੇ ਅਸੀਂ ਐਦਾਂ ਪਿੱਛੇ ਨੂੰ ਆਰਾਮ ਨਾਲ ਬੈਠੇ ਆ, ਚਾਹੇ ਚੇਅਰ ਤੇ ਬੈਠੇ ਆ, ਚਾਹੇ ਆਪਾਂ ਉਹ ਬੈੱਡ ਤੇ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਬੈਠੇ ਆ, ਲੈਸੇ ਹੁਣ ਕਿਸੇ ਪਾਰਟੀ ਤੇ ਗਏ ਆ, ਕਈ ਵਾਰ ਕੋਈ ਐਨ ਐਦਾਂ ਐਕਟਿਵ ਹੋ ਕੇ ਬੈਠੇ ਹੁੰਦੇ ਆ, ਪਰ ਕਈ ਵਾਰ ਆਪਾਂ ਦੇਖਿਆ ਉਹ ਐਦਾਂ ਆਰਾਮ ਨਾਲ ਲੱਤ ਤੇ ਲੱਤ ਰੱਖ ਕੇ ਪਿੱਛੇ ਨੂੰ ਹੋ ਕੇ ਐਨ ਮਤਲਬ ਬੈਠੇ ਹੁੰਦੇ ਆ। ਪਰ ਮੋਸਟ ਆਫ ਦਾ ਟਾਈਮ ਜਦੋਂ ਆਪਾਂ ਕਨਵਰਸੇਸ਼ਨ ਸ਼ੁਰੂ ਕਰਦੇ ਆ, ਜਿਹੜੇ ਲੋਕ ਇਸ ਤਰੀਕੇ ਨਾਲ ਐਕਟਿਵ ਹੋ ਕੇ ਬੈਠੇ ਆ, ਆਪਾਂ ਉਹਨਾਂ ਨਾਲ ਹੀ ਕਮਿਊਨੀਕੇਸ਼ਨ ਸ਼ੁਰੂ ਕਰਦੇ ਆ। ਐਂਡ ਜਿਹੜਾ ਬੰਦਾ ਪਿੱਛੇ ਨੂੰ ਹੋ ਕੇ ਬੈਠਾ ਆ, ਤੁਸੀਂ ਦੇਖਿਆ ਕਿੰਨਾ ਉਹਨੂੰ ਟਾਈਮ ਲੱਗਦਾ ਬੁਲਾਉਣ ਲਈ। ਮੋਸਟ ਆਫ ਦਾ ਟਾਈਮ ਤਾਂ ਆਪਾਂ ਨਾ ਬੁਲਾਏ ਤੋਂ ਹੀ ਜੇ ਸਰਦਾ ਆ, ਨਾ ਬੁਲਾ ਕੇ ਹੀ ਉਹਨੂੰ ਰਾਜੀ। ਅਗੇਨ ਮਨਜੀਤ ਜੀ, ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਉਹ ਤੁਹਾਨੂੰ ਕੀ ਕਹਿ ਰਹੀ ਆ, ਆਈ ਐਮ ਨਾਟ ਇੰਟਰਸਟਡ, ਆਈ ਐਮ ਰਿਲੈਕਸਡ, ਆਈ ਵਾਂਟ ਟੂ ਬੀ ਸਿਟ ਇਨ ਮਾਈ ਰਿਲੈਕਸਿੰਗ ਮੋਡ। ਤੁਸੀਂ ਸਪੈਸ਼ਲੀ ਨੋਟ ਕੀਤਾ ਹੋਗਾ, ਸਪੈਸ਼ਲੀ ਜਦੋਂ ਆਪਣੀਆਂ ਲੇਡੀਜ਼ ਗੱਲ ਕਰਦੀਆਂ ਹੈਗੀਆਂ, ਜਦੋਂ ਤੁਸੀਂ ਕਾਫੀ ਟਾਈਮ ਬਾਅਦ ਕਿਸੇ ਨੂੰ ਮਿਲਦੇ ਆ, ਈਵਨ ਜੇ ਤੁਸੀਂ ਉੱਥੇ ਟੇਬਲ ਤੇ ਬੈਠੇ ਆ, ਉਹਨਾਂ ਨੇ ਬਿਲਕੁਲ ਟੇਬਲ ਤੇ ਏਦਾਂ ਇੱਕ ਦੂਸਰੇ ਦੇ ਕੋਲ ਲੀਨ ਹੋ ਕੇ ਮਤਲਬ ਫਾਰਵਰਡ ਸਿਟਿੰਗ ਹੋ ਕੇ ਗੱਲ ਕਰਨੀ, ਇੱਕ ਦੂਸਰੇ ਪੂਰਾ ਅਟੈਂਸ਼ਨ ਪੇ ਕਰਦੇ ਆ। ਸੋ ਮੀਨਸ they are interested in communicating with each other। ਪਰ ਜੇ ਇੱਕ ਜਣਾ ਏਦਾਂ ਬੈਠ ਕੇ ਆ, ਮਤਲਬ ਉਹਨੂੰ ਕੋਈ ਫਰਕ ਨਹੀਂ ਹੈਗਾ, ਤੁਸੀਂ ਉਹਨਾਂ ਗੱਲ ਕਰਨੀ ਕਰੋ, ਨਹੀਂ ਕਰਨੀ ਤਾਂ ਨਾ ਕਰੋ, ਉਹਦੇ ਵੱਲੋਂ ਕੋਈ ਮਤਲਬ ਇੰਨਾ ਕਮਿਊਨੀਕੇਸ਼ਨ 'ਚ ਤੁਹਾਡੇ ਨਾਲ ਇੰਟਰਸਟ ਨਹੀਂ ਹੈਗਾ। ਸੋ ਮਤਲਬ ਲੀਨ ਫਾਰਵਰਡ ਕਰਨਾ, ਯੂ ਆਰ ਸ਼ੋਇੰਗ ਇੰਟਰਸਟ। ਸੰਦੀਪ ਜੀ, ਤੁਸੀਂ ਬਹੁਤ ਵਾਰ ਇਹ ਗੱਲ ਸੁਣੀ ਹੋ ਜਾਣੀ ਆ ਵੀ ਲੇਡੀਜ਼ ਦੀਆਂ ਤਾਂ ਗੱਲਾਂ ਨਹੀਂ ਮੁੱਕਦੀਆਂ, ਰਾਈਟ? ਆਮ ਆਪਾਂ ਇਹ ਸੁਣਨ ਦੇ ਵਿੱਚ ਇਹ ਗੱਲ ਆਉਂਦੀ ਆ, ਕਿਉਂ ਨਹੀਂ ਮੁੱਕਦੀਆਂ? ਬਿਕਾਜ਼ ਆਪਾਂ ਐਕਟਿਵ ਲਿਸਨਰ ਆ। ਆਪਾਂ ਆਲਵੇਜ਼ ਜੇ ਮੋਰਲਾ ਬੰਦਾ ਗੱਲ ਕਰ ਰਿਹਾ ਹੈ, ਮਤਲਬ ਪੂਰਾ ਉਹਨੂੰ ਫੋਕਸ ਕਰਕੇ, ਪੂਰਾ ਧਿਆਨ ਦੇ ਕੇ ਉਹਨੂੰ ਇਹ ਸ਼ੋ ਕਰਦੇ ਆ ਇਸ ਚੀਜ਼ ਨੂੰ ਕਿ ਮੈਂ ਤੁਹਾਡੇ 'ਚ ਇੰਟਰਸਟਡ ਆ, ਕੀਪ ਟਾਕਿੰਗ। ਪਰ ਜਿਹੜੀ ਬੰਦਿਆਂ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਆ, ਕਈ ਵਾਰ ਉਹ ਸੀਰੀਅਸਲੀ ਗੱਲਾਂ ਵੀ ਕਰਦੇ ਹੋਣਗੇ ਬਟ ਬੈਕ ਤੇ ਐਨ ਇਸ ਤਰੀਕੇ ਨਾਲ ਹੋਏ ਹੋ। ਸੋ ਇਸ ਕਰਕੇ ਕਨਵਰਸੇਸ਼ਨ ਜਿਹੜੀ ਉਹ ਲੰਬਾ ਟਾਈਮ ਨਹੀਂ ਚੱਲਦੀ, ਉਹ ਮਤਲਬ ਹਾਫ ਮਿੰਟ ਦੀ, ਕਈ ਵਾਰ ਕਿ 5 ਮਿੰਟਸ ਦੇ ਵਿੱਚ ਹੀ ਤੁਸੀਂ ਸਿਗਨਲ ਸੈਂਡ ਕਰ ਦਿੰਦੇ ਆ। ਬਿਲਕੁਲ, ਜਿਹੜੇ ਪਹਿਲੇ 5 ਸੈਕਿੰਡ ਹੈਗੇ ਤੁਹਾਡੇ, ਉਹ ਅਗਲੇ ਨੂੰ, ਮੋਰਲੇ ਬੰਦੇ ਨੂੰ ਦੱਸ ਦਿੰਦਾ ਵੀ ਤੁਸੀਂ ਕਿੰਨੇ ਇੰਟਰਸਟਡ ਆ ਕਮਿਊਨੀਕੇਸ਼ਨ ਦੇ ਵਿੱਚ। ਆਪਾਂ ਕਹਿੰਦੇ ਨਾ ਫਰਸਟ ਇੰਪ੍ਰੈਸ਼ਨ, ਜਿਹੜਾ ਫਰਸਟ ਇੰਪ੍ਰੈਸ਼ਨ ਹੈ ਉਹ 5 ਸੈਕਿੰਡ ਦਾ ਹੈ। That's really true। ਜੇ ਸਾਡੇ ਉਹ 5 ਸੈਕਿੰਡ ਦੇ ਵਿੱਚ ਤੁਸੀਂ ਉਹ ਸਿਗਨਲ ਦੇਤਾ ਅਗਲੇ ਨੂੰ ਕਿ ਤੁਸੀਂ ਰਿਜ਼ਰਵ ਆ, ਤੁਸੀਂ ਲੌਂਗ ਕਨਵਰਸੇਸ਼ਨ ਨਹੀਂ ਕਰਨਾ ਚਾਹੁੰਦੇ, ਉਹ ਕਨਵਰਸੇਸ਼ਨ ਲੰਬੀ ਚੱਲਣੀ ਨਹੀਂ। ਜੇ ਸੋ ਮਤਲਬ ਤੁਹਾਨੂੰ ਉਹਦੇ ਵਿੱਚ ਇੰਟਰਸਟ ਲੈਣਾ ਪੈਣਾ। ਜਦ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਹੈ, ਯੂ ਨੀਡ ਟੂ ਸ਼ੋ ਯੂਰ ਕਾਈਂਡਨੈਸ, ਯੂਰ ਰਿਸਪੈਕਟ। ਇਫ ਯੂ ਆਰ ਟਾਕਿੰਗ ਟੂ ਮੀ, ਜਸਟ ਰਿਸਪੈਕਟ
ਕਿ ਮੈਂ ਤੁਹਾਡੀ ਗੱਲ ਦੀ ਰਿਸਪੈਕਟ ਕਰਦਾ, ਮੈਂ ਇੰਟਰਸਟ ਲੈਣਾ, ਮੇਰਾ ਜੈਨੂਇਨ ਇੰਟਰਸਟ ਹੈ, ਦੱਸੋ ਮੇਰੇ ਨਾਲ ਤੁਸੀਂ ਹੋਰ ਕੀ ਗੱਲ ਕਰਨੀ ਹੈਗੀ ਆ। ਸੋ ਤੁਸੀਂ ਉਹਨੂੰ ਸੁਣ ਰਹੇ ਆ। ਪਰ ਜੇ ਤੁਸੀਂ ਰਿਲੈਕਸਡ ਮੋਡ ਦੇ ਪਿੱਛੇ ਬੈਠੇ ਆ, ਮਤਲਬ ਗੱਲ ਕਰਨੀ ਕਰੋ, ਨਹੀਂ ਕਰਨੀ ਨਾ ਕਰੋ, ਮੈਂ ਓਕੇ ਆ। ਸੋ ਉਹ ਚੀਜ਼ਾਂ ਜਿਹੜੀਆਂ ਤੁਹਾਡੀ ਮਤਲਬ ਬਾਡੀ ਆਟੋਮੈਟਿਕਲੀ ਉਹ ਸਿਗਨਲ ਭੇਜ ਦਿੰਦੀ ਆ, ਬੋਰਿੰਗ ਸਿਗਨਲ ਭੇਜ ਦਿੰਦੀ ਆ ਵੀ ਯੂ ਆਰ ਬੋਰਡ ਐਂਡ ਤੁਸੀਂ ਇੰਟਰਸਟਡ ਨਹੀਂ ਹੈਗੇ। ਸੋ ਫਿਰ ਮੋਰਲਾ ਬੰਦਾ ਵੀ ਚੁੱਪ ਹੋ ਜਾਂਦਾ ਵੀ ਇਹ ਕਿਹੜਾ ਕੋਈ ਇੰਟਰਸਟ ਲੈ ਰਿਹਾ ਆ। ਹਾਂਜੀ, ਉਹੀ ਫਿਰ ਜਦੋਂ ਆਪਾਂ ਗੱਲ ਕੀਤੀ ਹੈ ਕਿ ਲੇਡੀਜ਼ ਇੱਕ ਦੂਸਰੇ ਦੀ ਗੱਲ ਸੁਣਦੇ ਆ, ਇੰਟਰਸਟ ਲੈਂਦੇ ਆ, ਸੋ ਉਹ ਉਨੀ ਜਲਦੀ ਉਹਨਾਂ ਦੀ ਜਿਹੜੀ ਕਮਿਊਨੀਕੇਸ਼ਨ ਆ ਅੱਗੇ ਵੱਧਦੀ ਆ। ਸੋ ਦੂਸਰਾ ਹੈਗਾ ਕਿ ਡਿਸਟੈਂਸ ਕਿੰਨਾ ਕੁ ਰੱਖਦੇ ਆ ਆਪਾਂ ਜਦੋਂ ਆਪਾਂ ਖੜਦੇ ਆ ਇੱਕ ਦੂਜੇ ਦੇ ਕੋਲ ਕਨਵਰਸੇਸ਼ਨ ਕਰਨ ਦੇ ਲਈ ਖੜਦੇ ਆ। ਕਈ ਵਾਰ ਆਪਾਂ ਬਹੁਤ ਜ਼ਿਆਦਾ ਦੂਰ ਖੜੇ ਆ, ਰਾਈਟ, ਉਹ ਵੀ ਸਹੀ ਨਹੀਂ ਹੈਗਾ। ਕਈ ਵਾਰ ਆਪਾਂ ਟੂ ਕਲੋਜ਼ ਹੋ ਕੇ ਖੜ ਜਾਂਦੇ ਆ ਤੇ ਉਹ ਵੀ ਬਿਲਕੁਲ ਸਹੀ ਨਹੀਂ ਆ। ਸੋ ਉਹ ਜਿਹੜਾ ਗੈਪ ਖੜਨ ਦਾ ਆ, ਮਤਲਬ ਉਹ ਵੀ ਪ੍ਰੋਪਰ ਗੈਪ ਹੋਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਜ਼ਿਆਦਾ ਟਾਈਮ ਫਿਰ ਉੱਥੇ ਖੜੇ ਹੋ ਸਕੀਏ। ਬਿਲਕੁਲ, ਮਤਲਬ ਜੇ ਜਿੱਦਾਂ ਤੁਸੀਂ ਕਲੋਜ਼ ਹੋ ਕੇ ਖੜਦੇ, ਮਤਲਬ ਯੂ ਆਰ ਮੋਰ ਇੰਟਰਸਟਡ ਇਨ ਈਚ ਅਦਰ ਜੀ, ਰਾਈਟ। ਜਿੰਨਾ ਤੁਸੀਂ ਮਤਲਬ ਪਹਿਲਾਂ ਹੀ ਤਾਂ ਬਹੁਤ ਦੂਰ ਖੜੇ ਹੈਗੇ ਆ, ਮਤਲਬ ਤੁਸੀਂ ਇੱਕ ਦੂਸਰੇ ਤੋਂ ਦੂਰ ਹੀ ਜਾਣਾ ਚਾਹੁੰਦੇ ਆ। ਅਗੇਨ ਤੁਹਾਡੀ ਬਾਡੀ ਜਿਹੜੀ ਹੈਗੀ ਆ ਉਹ ਇਹ ਸਿਗਨਲ ਦੇ ਰਹੀ ਹੈਗੀ ਆ ਕਿ ਤੁਸੀਂ ਇੰਨੇ ਇੰਟਰਸਟਡ ਨਹੀਂ ਹੈਗੇ। ਸੋ ਜੇ ਆਪਾਂ ਕਲੋਜ਼ ਫੈਮਿਲੀ ਹੈਗੇ ਆ ਤੇ ਫਿਰ ਆਪਾਂ ਕਲੋਜ਼ ਖੜਦੇ, ਪਰ ਜੇ ਸਟ੍ਰੇਂਜਰ ਹੈਗੇ ਆ ਮੇ ਵੀ ਥੋੜਾ ਡਿਸਟੈਂਸ ਆਪਾਂ ਉਹ ਤੋਂ ਜ਼ਿਆਦਾ ਮੇਨਟੇਨ ਕਰੀਏ, ਬਟ ਇੱਕ ਪ੍ਰੋਪਰ ਡਿਸਟੈਂਸ ਹੋਣਾ ਚਾਹੀਦਾ। ਕਿ ਮਤਲਬ ਹੁਣ ਕਰੋਨਾ 'ਚ ਤਾਂ ਅਸੀਂ ਚਲੋ ਪਹਿਲਾਂ ਹੀ ਡਿਸਟੈਂਸ ਪਹਿਲਾਂ ਹੀ ਮੇਨਟੇਨ ਕਰ ਰਹੇ ਹੈਗੇ ਆ। ਸੋ ਬਟ ਜਦੋਂ ਰੈਗੂਲਰ ਲਾਈਫ ਦੇ ਵਿੱਚ ਵੀ ਹੈਗਾ ਕਿ ਜੇ ਤੁਸੀਂ ਦੂਰ ਦੂਰ ਖੜਦੇ ਆ, ਮਤਲਬ ਤੁਸੀਂ ਦੂਰ ਦੂਰ ਹੀ ਰਹਿਣਾ ਲਾਈਕ ਕਰ ਰਹੇ ਹੈਗੇ। ਆਪਾਂ ਕਹਿ ਹੀ ਦਿੰਨੇ ਉਹ ਤਾਂ ਪਹਿਲਾਂ ਹੀ ਭੱਜਣ ਲਈ ਰੈਡੀ ਸੀ, ਬਿਲਕੁਲ ਰਾਈਟ। ਜਿਹੜਾ ਦੂਰ ਖੜਾ ਆ, ਜੇ ਆਪਾਂ ਕਹਿ ਵੀ ਦਿੰਨੇ ਵੀ ਉਹ ਚਲੇ ਗਿਆ ਫਲਾਨਾ, ਹਨਾ, ਵੀ ਉਹਨੂੰ ਅੰਦਰ ਲੈ ਆਉਣਾ ਸੀ, ਜਾਂ ਆਪਾਂ ਕਈ ਵਾਰ ਇਹ ਗੱਲ ਹੁੰਦੀ ਆ ਨਾ, ਆਪਾਂ ਕਹਿੰਦੇ ਨਹੀਂ ਉਹ ਤਾਂ ਪਹਿਲਾਂ ਹੀ ਜਾਣ ਲਈ ਰੈਡੀ ਸੀ। ਹਾਂਜੀ ਹਾਂਜੀ, ਉਹੀ ਮਤਲਬ ਤੁਹਾਡਾ ਜਿੰਨਾ ਤੁਸੀਂ ਜ਼ਿਆਦਾ ਡਿਸਟੈਂਸ ਪਾਉਨੇ ਆ, ਉਹ ਤੁਹਾਡੀ ਉਨਾ ਹੀ ਜ਼ਿਆਦਾ ਡਿਸਰਿਸਪੈਕਟ ਔਰ ਡਿਸਇੰਟਰਸਟ ਸ਼ੋ ਕਰਦਾ ਤੁਹਾਡੀ ਕਮਿਊਨੀਕੇਸ਼ਨ ਦੇ ਵਿੱਚ ਕਿ ਯੂ ਆਰ ਨਾਟ ਦੈਟ ਇੰਟਰਸਟਡ, ਰੈਡੀ ਨਹੀਂ ਹੈਗੇ ਕਮਿਊਨੀਕੇਸ਼ਨ ਲਈ। ਸੋ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਟੱਚ, ਜਿੱਦਾਂ ਆਪਾਂ ਕਹਿੰਦੇ ਹੈਂਡਸ਼ੇਕ, ਰਾਈਟ। ਬਿਲਕੁਲ। ਸੋ ਇਹ ਜਿਹੜੀ ਚੀਜ਼ ਆ ਇਹ ਵੀ ਕਮਿਊਨੀਕੇਸ਼ਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਸਪੈਸ਼ਲੀ ਇਨਾਂ ਕੰਟਰੀਜ਼ ਦੇ ਵਿੱਚ। ਇੱਥੇ ਤੁਸੀਂ ਕਿਤੇ ਵੀ ਜਾਂਦੇ ਆ, ਤੁਸੀਂ ਬੈਂਕ ਜਾਓ, ਤੁਸੀਂ ਕਾਰ ਖਰੀਦਣੀ ਆ ਜਾਂ ਕੁਝ ਵੀ ਕਰਨਾ ਹੈਗਾ, ਪਹਿਲਾਂ ਹੈਂਡਸ਼ੇਕ ਆ, ਫਰਸਟ ਹੈਂਡਸ਼ੇਕ ਆ। ਪਰ ਉਹ ਵੀ ਕੋਵਿਡ ਕਰਕੇ ਹੁਣ ਰਿਸਟ੍ਰਿਕਸ਼ਨ ਆ ਗਈਆਂ। ਮਤਲਬ ਆਪਸੀ ਜਦੋਂ ਸਾਰਾ ਕੁਝ ਨਾਰਮਲ ਆ ਉਸ ਟਾਈਮ ਦੀਆਂ ਗੱਲਾਂ ਬਾਤਾਂ ਕਰ ਰਹੇ ਆ। ਬਿਲਕੁਲ ਬਿਲਕੁਲ, ਬਟ ਹੁਣ ਵੀ ਜਿੱਦਾਂ ਤੁਸੀਂ ਦੇਖੋ ਨਾਓ ਦੇ ਆਰ ਡੂਇੰਗ ਹੈਂਡਸ਼ੇਕ ਦੀ ਜਗ੍ਹਾ ਹੁਣ ਫੁੱਟ ਸ਼ੇਕ ਹੋ ਰਿਹਾ ਆ। ਸੋ ਉਹ ਤਰੀਕੇ ਹੈਗੇ ਕਿ ਤੁਸੀਂ ਇੱਕ ਦੂਸਰੇ ਨੂੰ ਟੱਚ ਦੇ ਰਹੇ ਆ ਆਪਣੀ ਜੀ। ਸੋ ਮੀਨਸ ਮਤਲਬ ਜਿੰਨਾ ਕੋਈ ਤੁਹਾਡੇ ਕਲੋਜ਼ ਹੈਗਾ ਆ, ਉਹ ਆਪਾਂ ਉਨਾ ਹੀ ਉਹਨਾਂ ਨੂੰ ਜਿੱਦਾਂ ਆਪਾਂ ਆਪਣੇ ਜਿੰਨੇ ਕੋਈ ਜ਼ਿਆਦਾ ਕਲੋਜ਼ ਹੁੰਦਾ, ਕਿਸੇ ਨੂੰ ਆਪਾਂ ਜਸਟ ਹੈਲੋ ਕਹਿੰਦੇ ਆ, ਕਿਸੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਕਿਸੇ ਨੂੰ ਆਪਾਂ ਜੱਫੀ ਪਾ ਕੇ ਮਿਲਦੇ ਆ, ਹੱਗ ਕਰਦੇ ਆ। ਸੋ ਉਹ ਤੁਹਾਡੀ ਰਿਲੇਸ਼ਨਸ਼ਿਪ ਦੀ ਕਲੋਜ਼ਨੈਸ ਦਾ ਸ਼ੋ ਕਰਦਾ ਹੈਗਾ ਆ, ਔਰ ਤੁਸੀਂ ਉਸ ਬੰਦੇ 'ਚ ਕਿੰਨੇ ਜੈਨੂਅਲੀ ਇੰਟਰਸਟਡ ਹੈਗੇ ਆ ਉਹ ਸ਼ੋ ਕਰਦਾ ਹੈਗਾ। ਸੋ ਇਹ ਜਿਹੜੀ ਟੱਚ ਹੈਗੀ ਆ, ਕਮਿਊਨੀਕੇਸ਼ਨ ਦੀ ਇੱਕ ਸਕਿੱਲ ਆ ਜਿਹੜੀ ਇਹ ਟੱਚ ਆ। ਬਿਲਕੁਲ। ਸੋ ਜਿੱਦਾਂ ਹੁਣ ਆਪਣੇ ਕੁਝ ਚਲੋ ਕਮਿਊਨਿਟੀਜ਼ ਇਦਾਂ ਦੀਆਂ ਹੈਗੀਆਂ ਕਿ ਜਿਹੜੇ ਅਕੋਰਡਿੰਗ ਟੂ ਕਮਿਊਨਿਟੀ ਡਿਫਰੈਂਟ ਤਰੀਕੇ ਦੇ ਹੈਗੇ ਆ, ਰਾਈਟ। ਬਟ ਜ਼ਰੂਰ ਪਰਸਨਲ ਟੱਚ ਹੈਗਾ ਆ। ਮਤਲਬ ਜਿਵੇਂ ਹੁਣ ਇਸ ਕੰਟਰੀ 'ਚ ਆਪਾਂ ਕਹਿੰਦੇ ਹੈਂਡਸ਼ੇਕ ਆ, ਪਰ ਆਪਣੇ ਹੱਗ ਆ। ਬਿਲਕੁਲ। ਹੁਣ ਕੋਈ ਗੈਸਟ ਆਉਂਦੇ ਸੀ, ਹੁਣ ਕੋਵਿਡ ਕਰਕੇ ਚਲੋ ਰਿਸਟ੍ਰਿਕਸ਼ਨ ਆ, ਡਿਫਰੈਂਟ ਸਟੋਰੀ ਹੋ ਗਈ, ਬਟ ਨਾਰਮਲੀ ਹਾਂਜੀ ਆਪਾਂ ਇੰਡੀਆ ਦੀ ਗੱਲ ਕਰਦੇ ਆ, ਉੱਥੇ ਕੀ ਹੁੰਦਾ ਸੀ, ਤੁਸੀਂ ਰਿਸਪੈਕਟ ਸ਼ੋ ਕਰਨ ਲਈ ਤੁਸੀਂ ਵੱਡੇ ਪੈਰੀ ਹੱਥ ਲਾਉਂਦੇ ਸੀਗੇ, ਉਹ ਸਿਰ ਤੇ ਹੱਥ ਰੱਖਦੇ ਸੀ, ਮਤਲਬ ਇੱਕ ਤਰੀਕੇ ਦਾ ਟੱਚ ਦਿੰਦੇ ਸੀ ਕਿ ਯੂ ਆਰ ਇੰਪੋਰਟੈਂਟ ਪਰਸਨ ਫॉर them। ਸੋ ਦੈਟਸ ਵਾਟ ਯੂਰ ਉਹ ਗੈਸਚਰ ਸਾਡੇ ਸ਼ੋ ਕਰਦੇ ਸੀ। ਉਹ ਵੀ ਇੱਕ ਕਮਿਊਨੀਕੇਸ਼ਨ ਸੀਗੀ ਕਿ ਤੁਸੀਂ ਬੋਲ ਕੇ ਕੁਝ ਨਹੀਂ ਕਿਹਾ ਕਿ ਮੈਂ ਤੁਹਾਡੀ ਰਿਸਪੈਕਟ ਕਰਦਾ, ਬਟ ਯੂ ਸ਼ੋਡ ਵਿਦ ਯੂਰ ਗੈਸਚਰ, ਤੇ ਉਹਨਾਂ ਨੇ ਵੀ ਤੁਹਾਨੂੰ ਬਲੈਸ ਕੀਤਾ ਕਿ ਦੇ ਆਰ ਯੂਰ ਵੈਲ ਵਿਸ਼ਰਸ। ਸੋ ਇਹ ਜਿਹੜੀ ਤੁਹਾਡੇ ਗੈਸਚਰ ਸੀਗੇ, ਇਹ ਵੀ ਤੁਹਾਡੀ ਕਮਿਊਨੀਕੇਸ਼ਨ ਦਾ ਹੀ ਪਾਰਟ ਹੈਗੀ ਆ ਜੀ। ਕਮਿਊਨੀਕੇਸ਼ਨ ਦਾ ਇੱਕ ਪਾਰਟ ਆ ਜੀ, ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਹੈਗਾ ਆਈ ਕੰਟੈਕਟ। ਬਹੁਤ ਜ਼ਿਆਦਾ ਇਹ ਹੋਣ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਮਤਲਬ ਹੁਣ ਕਹਿ ਲਈਏ ਕਿ ਮੋਸਟ ਇੰਪੋਰਟੈਂਟ ਆ। ਜਦੋਂ ਅਸੀਂ ਹੁਣ ਕਿਸੇ ਨਾਲ ਹੈਂਡਸ਼ੇਕ ਨਹੀਂ ਕਰ ਸਕਦੇ, ਕਿਸੇ ਨੂੰ ਮਤਲਬ ਫੇਸ ਵੀ ਸਾਡੇ ਦਿਖ ਨਹੀਂ ਰਹੇ, ਮਾਸਕ ਲੱਗੇ ਆ, ਪਰ ਜਿਹੜੀ ਸਮਾਈਲ ਆ ਉਹ ਅੱਖਾਂ 'ਚ ਵੀ ਦਿਖ ਜਾਂਦੀ ਆ। ਦੈਟਸ ਟਰੂ, ਰਾਈਟ। ਸੋ ਜਿਹੜਾ ਆਈ ਕੰਟੈਕਟ ਬਣਾਉਣੇ ਕਿਸੇ ਦੇ ਨਾਲ, ਉਹ ਮਤਲਬ ਸਪੈਸ਼ਲੀ ਇੱਥੇ ਤਾਂ ਬਹੁਤ ਹੀ ਜ਼ਿਆਦਾ ਆਪਾਂ ਇੰਪੋਰਟੈਂਟ ਦਿੰਦੇ ਇਸ ਚੀਜ਼ ਨੂੰ। ਮੇ ਬੀ ਬੈਕ ਹੋਮ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਦਿੰਦੇ ਸੀ ਆਈ ਕੰਟੈਕਟ ਨੂੰ, ਤੇ ਇਹ ਵੀ ਇੱਕ ਕਮਿਊਨੀਕੇਸ਼ਨ ਦੀ ਸਕਿੱਲ ਆ। ਸੋ ਇਸ ਕਰਕੇ ਜਦੋਂ ਪਰਸਨ ਮੋਰੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਆ, ਬਟ ਤੁਸੀਂ ਉਹਦੇ ਨਾਲ ਆਈ ਕੰਟੈਕਟ ਬਣਾਉਣਾ ਆ, ਪਰ ਕਿੰਨਾ ਟਾਈਮ, ਮਤਲਬ ਇਹ ਨਹੀਂ ਕਿ ਸਟੇਅਰ ਕਰੀ ਜਾਣਾ ਉਹਦੇ ਤੇ, ਰਾਈਟ। ਸੋ ਇਹਦੇ ਵਿੱਚ ਵੀ ਹੈਗਾ ਕਿ ਇੱਕ ਕਦੋਂ ਬਲਿੰਕ ਕਦੋਂ ਕਰਨਾ, ਤੁਸੀਂ ਸਟੇਅਰ ਵੀ ਨਹੀਂ ਕਰਨਾ, ਬਟ ਆਈ ਕੰਟੈਕਟ ਵੀ ਬਣਾਉਣਾ ਆ,
ਫ੍ਰੈਂਡਲੀ ਆਈ ਕੰਟੈਕਟ ਕਿੱਦਾਂ ਬਣਾਉਣਾ? ਮਤਲਬ ਜਦੋਂ ਤੁਸੀਂ ਆਈ ਕੰਟੈਕਟ ਕਰਦੇ ਆ ਯੂ ਅਗੇਨ ਸ਼ੋਇੰਗ that you are interested in that person, you are interested to talk to that person. ਸੋ ਜਦੋਂ ਸਾਡਾ ਉਹ ਆਈ ਕੰਟੈਕਟ ਹੁੰਦਾ ਆ ਸੋ ਮੀਨਸ ਜੇ ਤੁਸੀਂ ਅੱਖਾਂ ਚਰਾਉਂਦੇ ਆ ਤਾਂ ਉਹ ਇੱਕ ਸਕੈਪਟਿਜ਼ਮ ਵੀ ਸ਼ੋ ਕਰ ਦਿੰਦਾ ਕਿ ਪਤਾ ਨਹੀਂ ਇਹ ਮਤਲਬ ਅੱਖ ਹੀ ਨਹੀਂ ਮਿਲਾ ਰਿਹਾ ਹੈਗਾ ਪਰਸਨ, ਪਤਾ ਨਹੀਂ ਕੀ ਗੱਲ ਆ ਹਨਾ। ਸੋ ਇਹ ਤੁਹਾਡਾ ਕੌਨਫੀਡੈਂਸ ਤੇ ਤੁਹਾਡੀ ਪਿਓਰਿਟੀ ਔਰ ਤੁਹਾਡੀ ਆਥੈਂਟਿਸਿਟੀ ਵੀ ਆਈ ਕੰਟੈਕਟ ਨਾਲ ਸ਼ੋ ਹੁੰਦੀ ਆ। ਸੋ ਆਈ ਕੰਟੈਕਟ ਜਿਹੜਾ ਆ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜੇ ਤੁਸੀਂ ਇੰਟਰਵਿਊ ਲਈ ਗਏ ਹੈ ਉੱਥੇ ਤੁਹਾਡਾ ਕੌਨਫੀਡੈਂਸ ਹੀ ਤੁਹਾਡਾ ਆਈ ਕੰਟੈਕਟ ਸ਼ੋ ਕਰ ਰਿਹਾ ਆ, ਰਾਈਟ। ਸੋ ਇਹ ਜਿਹੜਾ ਨਾਨ ਵਰਬਲ ਕਮਿਊਨੀਕੇਸ਼ਨ ਜਿਹੜਾ ਆਈ ਕੰਟੈਕਟ ਹੈਗਾ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਲਾਈਕ ਇਫ ਯੂ ਵਾਂਟ ਟੂ ਨੋ ਮੋਰ ਅਬਾਊਟ ਪਰਸਨ ਦੈਨ ਤੁਹਾਡਾ ਆਈ ਕੰਟੈਕਟ ਜਿਹੜਾ ਆ ਉਹ ਹੋਣਾ ਚਾਹੀਦਾ। ਸਮਟਾਈਮ ਜਦੋਂ ਅਸੀਂ ਬਿਗਨਰਸ ਹੈਗੇ ਆ, ਸਾਡੇ 'ਚ ਉਹ ਕੌਨਫੀਡੈਂਸ ਨਹੀਂ ਹੈਗਾ, ਤੁਸੀਂ ਡਾਇਰੈਕਟ ਉਹਨਾਂ ਦੀ ਅੱਖਾਂ 'ਚ ਨਹੀਂ ਦੇਖ ਸਕਦੇ, ਤਾਂ ਤੁਸੀਂ ਉਹਦੇ ਦੀ ਕਲੋਜ਼ ਬਾਡੀ ਪਾਰਟਸ ਜਿਹੜੇ ਆਈਜ਼ ਦੇ ਕਲੋਜ਼ ਹੈਗੇ ਆ ਉੱਥੇ ਤੁਸੀਂ ਫੋਕਸ ਕਰ ਸਕਦੇ ਹੈਗੇ ਆ, ਰਾਈਟ। ਤੁਸੀਂ ਅਗਲੇ ਦੇ ਲਿਪਸ ਤੇ ਫੋਕਸ ਕਰ ਸਕਦੇ ਆ ਕਿ ਸੋ ਉਹਨਾਂ ਨੂੰ ਲੱਗੇ ਕਿ ਤੁਸੀਂ ਉਹਨਾਂ ਵੱਲ ਦੇਖ ਰਹੇ ਆ। ਸੋ ਇਹ ਬਹੁਤ ਇੰਪੋਰਟੈਂਟ ਹੈਗਾ ਆ ਕਿ ਆਈ ਕੰਟੈਕਟ ਹੋਣਾ। ਪਰ ਜੇ ਤੁਸੀਂ ਲੌਂਗ ਟਾਈਮ ਤੱਕ ਆਈ ਕੰਟੈਕਟ ਨਹੀਂ ਰੱਖ ਸਕਦੇ ਦੈਨ keep your eyes on their face. And Sandeep ji, I would say कि culture to culture and depend female to female या male to female या ਮੋਰਲਾ ਬੰਦਾ ਕੌਣ ਹੈਗਾ ਤੁਹਾਡੇ ਸਾਹਮਣੇ, ਸੋ ਉਹਦੇ ਅਕੋਰਡਿੰਗਲੀ ਵੀ ਸਾਨੂੰ ਆਈ ਕੰਟੈਕਟ ਉਸ ਤਰੀਕੇ ਦਾ ਕਰਨਾ ਚਾਹੀਦਾ ਆ। ਬਿਲਕੁਲ। ਸੋ ਇਹ ਨਹੀਂ ਕਿ ਮੋਰਲੇ ਬੰਦੇ ਨੂੰ ਅਨਕੰਫਰਟੇਬਲ ਕਰ ਦੋ, ਮਤਲਬ ਇੰਨਾ ਹੀ ਆਈ ਕੰਟੈਕਟ ਸਟੇਅਰ ਹੀ ਕਰਨ ਲੱਗ ਜਾਓ ਉਹਦੇ ਤੇ। ਸੋ ਡਿਪੈਂਡ ਕਿ ਗੱਲਬਾਤ ਕਿਹਦੇ ਨਾਲ ਕਰ ਰਹੇ ਆ। ਸੋ ਆਈ ਕੰਟੈਕਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬਟ ਅਗੇਨ ਸਾਨੂੰ ਫੇਰ ਉਹੀ ਕਿ ਜਿਹਨੂੰ ਆਪਾਂ ਕਾਮਨ ਸੈਂਸ ਕਹਿੰਦੇ ਆ, ਆਲਵੇਜ਼ ਕਾਮਨ ਸੈਂਸ ਆਲਵੇਜ਼ ਆਪਾਂ ਨੂੰ ਚਾਹੀਦੀ। ਬਿਲਕੁਲ। ਜਿੱਦਾਂ ਕਹਿੰਦੇ ਹੁੰਦੇ ਕਿ ਰੱਬ ਨੇ ਵਿਮਨ ਨੂੰ ਸਪੈਸ਼ਲ ਇਹ ਇੱਕ ਸਕਿੱਲ ਦਿੱਤੀ ਆ ਕਿ ਉਹ ਬੰਦੇ ਦੀਆਂ ਨਜ਼ਰਾਂ 'ਚ ਦੇਖ ਕੇ ਦੱਸ ਸਕਦੀ ਹੈ ਕਿ ਇਹ ਕੀ ਸੋਚ ਰਿਹਾ ਆ ਮੇਰੇ ਬਾਰੇ। ਸੋ ਉਹ ਚੀਜ਼ ਲਈ ਸਾਨੂੰ ਅਵੇਅਰ ਰਹਿਣਾ ਚਾਹੀਦਾ ਕਿ ਅਸੀਂ ਕੀ ਸੋਚ ਸਾਡੀ ਦੇ ਵਿੱਚ ਕੀ ਹੈ ਜਦੋਂ ਅਸੀਂ ਆਈ ਕੰਟੈਕਟ ਬਣਾ ਰਹੇ ਹੈਗੇ ਆ। ਉਹ ਸਾਡੀ ਜਿਹੜੀ ਨਾਨ ਵਰਬਲ ਕਮਿਊਨੀਕੇਸ਼ਨ ਹੈ ਨਾ, ਇੱਕ ਸਪੈਸ਼ਲੀ ਇਹ ਲੇਡੀਜ਼ ਦੇ ਵਿੱਚ ਹੈਗੇ, ਕੋਈ ਨਜ਼ਰਾਂ ਹੀ ਪੜ੍ਹ ਕੇ ਤੁਹਾਨੂੰ ਦੱਸ ਦੋਗੇ ਕਿ ਤੁਹਾਡੇ ਹੁਣ ਦਿਮਾਗ 'ਚ ਕੀ ਚੱਲ ਰਿਹਾ ਹੈ। ਸੋ ਉਹ ਜਿਹੜੀ ਚੀਜ਼ ਆ ਕਾਮਨ ਸੈਂਸ ਦੀ ਤੁਸੀਂ ਗੱਲ ਕੀਤੀ ਆ ਉਹ ਬਹੁਤ ਇੰਪੋਰਟੈਂਟ ਹੈਗੀ ਆ। ਹਾਂਜੀ। ਸੋ ਫਿਰ ਇਸ ਤੋਂ ਬਾਅਦ ਆ ਜਾਂਦਾ ਨੋਡ ਕਰਨਾ, ਸਿਰ ਹਿਲਾਉਣਾ। ਸੋ ਕਈ ਵਾਰ ਮੋਰਲਾ ਬੰਦਾ ਗੱਲਾਂ ਕਰੀ ਜਾ ਰਿਹਾ, ਕਰਦਾ ਪਿਆ ਆ, ਕਰ ਰਿਹਾ ਆ, ਪਰ ਆਪਾਂ ਉਹਨੂੰ ਰਿਸਪੌਂਸ ਨਹੀਂ ਦੇ ਰਹੇ। ਮਤਲਬ ਜੇ ਮੈਂ ਸਿਰ ਹਿਲਾਇਆ, ਨੋਡ ਕੀਤਾ, ਇਹਦਾ ਮਤਲਬ ਮੈਂ ਚਾਹੁੰਦੀ ਆ ਕਿ ਉਹ ਕੰਟੀਨਿਊ ਕਨਵਰਸੇਸ਼ਨ ਕਰੇ, ਮੈਂ ਇੰਟਰਸਟ ਸ਼ੋ ਕਰ ਦਿੱਤਾ ਕਿ ਮੈਂ ਇੰਟਰਸਟਡ ਆ ਸੁਣਨ ਦੇ ਲਈ। ਪਰ ਕਈ ਵਾਰ ਉਹ ਬੰਦਾ ਗੱਲ ਕਰਦਾ ਪਰ ਤੁਸੀਂ ਕੁਝ ਨਹੀਂ ਕਰ ਰਹੇ, ਮੋਰੇ ਕੋਈ ਰਿਸਪੌਂਸ ਨਹੀਂ, ਮਤਲਬ ਬਲੈਂਕ ਫੇਸ ਹੀ ਤੁਸੀਂ ਉਹਨੂੰ ਸ਼ੋ ਕਰ ਰਹੇ ਆ। ਉਹ ਕਮਿਊਨੀਕੇਸ਼ਨ ਜ਼ਿਆਦਾ ਦੇਰ ਨਹੀਂ ਚੱਲੂਗੀ ਬਿਕਾਜ਼ ਤੁਸੀਂ ਸਿਗਨਲ ਸੈਂਡ ਕਰ ਦਿੱਤਾ ਕਿ ਤੁਸੀਂ ਇੰਟਰਸਟਡ ਨਹੀਂ ਹੈਗੇ ਸੁਣਨ ਦੇ ਵਿੱਚ। ਬਿਲਕੁਲ। ਇਹ ਮਤਲਬ ਸਿੰਪਲ ਹੈਗਾ। ਤੁਸੀਂ ਜੇ ਨੋਡ ਕਰ ਰਹੇ ਆ ਮਤਲਬ ਤੁਹਾਨੂੰ ਉਹਨਾਂ ਦੀ ਗੱਲ ਸਮਝ ਆ ਰਹੀ ਆ, ਤੁਸੀਂ ਉਹਨਾਂ ਨਾਲ ਐਗਰੀ ਹੋ ਰਹੇ ਆ, ਤੁਸੀਂ ਉਹਨਾਂ ਨੂੰ ਲਿਸਨ ਕਰ ਰਹੇ ਆ ਔਰ ਤੁਸੀਂ ਚਾਹੁੰਦੇ ਆ ਕਿ ਉਹ ਹੋਰ ਤੁਹਾਨੂੰ ਕਮਿਊਨੀਕੇਸ਼ਨ ਕਰਨ, ਤੁਹਾਡੇ ਗੱਲ ਨੂੰ ਵਧਾਵੇ ਅੱਗੇ। ਤੁਸੀਂ ਬੋਰ ਨਹੀਂ ਹੈਗੇ ਉਸ ਗੱਲਬਾਤ ਦੇ ਨਾਲ, ਤੁਸੀਂ ਆਪਣਾ ਇੰਟਰਸਟ ਸ਼ੋ ਕਰ ਰਹੇ ਹੋ ਵੈਨ ਯੂ ਆਰ ਨੋਡਿੰਗ। ਜਿੱਦਾਂ ਆਪਾਂ ਵੀ ਹੁਣ ਇੱਕ ਦੂਸਰੇ ਨਾਲ ਗੱਲ ਕਰਦੇ ਹਾਂ, ਇਸ ਲਾਈਕ ਜਰਨਲ ਹੈਗਾ ਕਿ ਆਪਾਂ ਸਿਰ ਹਿਲਾਉਣੇ। ਹਾਂਜੀ ਕਿ ਦੱਸੋ ਹੁਣ ਨੈਕਸਟ ਕੀ ਆ। ਆਟੋਮੈਟਿਕਲੀ ਆ, ਮਤਲਬ ਇਹ ਚੀਜ਼ ਮੋਸਟ ਆਫ ਦਾ ਟਾਈਮ ਆਟੋਮੈਟਿਕਲੀ ਆ, ਆਪਣੇ ਆਪ ਹੀ ਸਿਰ ਹਿਲਦੇ ਆ। ਪਰ ਫਿਰ ਵੀ ਆਪਾਂ ਧਿਆਨ ਵੀ ਰੱਖੀਏ, ਮਤਲਬ ਕਈ ਵਾਰ ਆਪਾਂ ਮੇਬੀ ਇਸ ਚੀਜ਼ ਲਈ ਅਵੇਅਰ ਨਹੀਂ ਹੈਗੇ। ਮਤਲਬ ਔਨ ਪਰਪਸ ਵੀ ਆਪਾਂ ਦੇਖੀਏ ਕਿ ਜਿਹੜੀ ਅਸੀਂ ਸੌਫਟਨ ਸ਼ਬਦ ਦੇ ਨਾਲ ਸ਼ੇਅਰ ਕੀਤੀਆਂ ਚੀਜ਼ਾਂ, ਸਮਾਈਲ ਸ਼ੇਅਰ ਕੀਤੀ ਆ, ਰਾਈਟ, ਐਂਡ ਉਹਦੇ ਵਿੱਚ ਕੀ ਸੀਗੇ, ਹੈਂਡਸ਼ੇਕ, ਸੌਫਟਨ ਟੱਚ ਸੀ ਉਹਦੇ ਵਿੱਚ, ਤੇ ਉਹਦੇ ਵਿੱਚ ਨੋਡ ਕਰਨਾ, ਮਤਲਬ ਹੰਗਾਰਾ ਭਰਨਾ ਮੋਰਲੇ ਬੰਦੇ ਲਈ, ਆਈ ਕੰਟੈਕਟ ਬਣਾ ਕੇ ਰੱਖਣੇ। ਤੇ ਹੋਰ ਕਿਹੜਾ ਸੀ ਉਹਦੇ ਵਿੱਚ, ਇੱਕ ਇਹੀ ਸੀਗੀਆਂ ਆਈ ਥਿੰਕ, ਇਹੀ ਸੀਗੀਆਂ। ਸੋ ਇਹਨਾਂ ਦੇ ਉੱਤੇ ਅਸੀਂ ਆਪਣਾ ਡਿਸਟੈਂਸ ਕਿੰਨਾ ਕੁ ਰੱਖਦੇ ਆ, ਸਟੈਂਡ ਕਿੱਥੇ ਕੁ ਕਰਦੇ ਆ ਜਦੋਂ ਕਿਸੇ ਨਾਲ ਗੱਲਬਾਤ ਕਰਦੇ ਆ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਮਿਊਨੀਕੇਸ਼ਨ ਕਰਾਂਗੇ ਦੈਨ ਅਸੀਂ ਮੋਰ ਇਫੈਕਟਿਵ ਐਂਡ ਟੋਟਲ ਕਮਿਊਨੀਕੇਸ਼ਨ ਮੋਰਲੇ ਬੰਦੇ ਦੇ ਨਾਲ ਕਰ ਸਕਦੇ ਆ। ਔਰ ਕਿਉਂਕਿ ਮਨਜੀਤ ਜੀ ਹਿਊਮਨ ਨੇਚਰ ਕਈ ਵਾਰ ਕੀ ਹੁੰਦਾ ਹੈ ਕਿ
ਅਸੀਂ ਕਰਨਾ ਨਹੀਂ ਚਾਹੁੰਦੇ ਬਟ ਅਸੀਂ ਫੇਕ ਕਰਦੇ ਆ। ਸੋ ਜਦੋਂ ਅਸੀਂ ਫੇਕ ਵੀ ਕਰਦੇ ਆ ਤਾਂ ਵੀ ਸਾਡੀ ਜਿਹੜੀ ਕਮਿਊਨੀਕੇਸ਼ਨ ਆ ਉਹ ਦੂਰ ਤੱਕ ਨਹੀਂ ਚੱਲਦੀ। ਹੁਣ ਮਤਲਬ ਮੈਨੂੰ ਪਤਾ ਆ ਕਿ ਸਮਾਈਲ ਕਰਨਾ ਚਾਹੀਦਾ ਆ ਜਾਂ ਆਈ ਕੰਟੈਕਟ ਬਣਾਉਣਾ ਚਾਹੀਦਾ, ਪਰ ਮੈਂ ਓਪਰਾ ਜਿਹਾ ਸਾਰਾ ਕੁਝ ਕਰ ਰਹੀ ਆ, ਫੇਕ ਕਰ ਰਹੀ ਆ, ਤਾਂ ਵੀ ਤੁਹਾਡੀ ਜਿਹੜੀ ਉਹ ਕਮਿਊਨੀਕੇਸ਼ਨ ਲੰਬੀ ਨਹੀਂ ਚੱਲ ਸਕਦੀ। ਸੋ ਮਤਲਬ ਤੁਸੀਂ ਜੈਨੂਇਨਲੀ ਇੰਟਰਸਟ ਲੈਣਾ ਆ ਦੂਸਰੇ ਦੇ ਵਿੱਚ, ਤੁਸੀਂ ਹਾਰਟ ਟੂ ਹਾਰਟ ਕਨੈਕਟ ਹੋਣ ਦੀ ਕੋਸ਼ਿਸ਼ ਕਰਨੀ ਆ। ਓਨਲੀ ਦੈਨ ਤੁਹਾਡੀ ਜਿਹੜੀ ਆ ਇੱਕ ਕਮਿਊਨੀਕੇਸ਼ਨ ਬਣ ਸਕਦੀ ਹੈ, ਇੱਕ ਰਿਲੇਸ਼ਨਸ਼ਿਪ ਬਣ ਸਕਦੀ ਆ। ਸੋ ਜੇ ਮੈਂ ਤੁਹਾਨੂੰ ਇੰਟਰਸਟ ਨਹੀਂ ਪਰ ਮੈਂ ਸਮਾਈਲ ਕਰ ਰਹੀ ਆ, ਤੁਹਾਨੂੰ ਪਤਾ ਲੱਗ ਜਾਣਾ ਕਿ ਹਾਂਜੀ ਇਹ ਇੰਟਰਸਟਡ ਨਹੀਂ ਹੈਗਾ, ਪਰ ਬੰਦਾ ਇਹ ਬਸ ਫੇਕ ਕਰ ਰਿਹਾ, ਪ੍ਰੀਟੈਂਡ ਕਰ ਰਿਹਾ ਹੈਗਾ ਮੇਰੇ ਨਾਲ। ਸੋ ਇੱਕ ਜਿਹੜਾ ਤੁਸੀਂ ਜੈਨੂਇਨਲੀ ਆਪਣੇ ਪਿਓਰ ਹਾਰਟਡ ਦੇ ਨਾਲ ਜੇ ਤੁਸੀਂ ਰੀਅਲੀ ਇੰਟਰਸਟਡ ਹੈਗੇ ਆ ਕਿਸੇ ਦੇ ਵਿੱਚ, ਤਾਂ ਤੁਹਾਨੂੰ ਉਹ ਜਿਹੜਾ ਜੈਨੂਇਨ ਟਾਕ ਕਰਨੀ ਪੈਣੀ ਹੈ, ਜੈਨੂਇਨ ਤੁਹਾਨੂੰ ਗੈਸਚਰ ਸ਼ੋ ਕਰਨੇ ਪੈਣੇ ਹੈਗੇ ਆ। ਅਦਰਵਾਈਜ਼ ਅਸੀਂ ਕਈ ਲੋਕ ਆ ਜਿਹੜੇ ਸਾਨੂੰ ਨਹੀਂ ਪਸੰਦ ਕਰਦੇ ਜਾਂ ਜਿਨ੍ਹਾਂ ਨੂੰ ਅਸੀਂ ਨਹੀਂ ਪਸੰਦ ਕਰਦੇ, ਅਸੀਂ ਉਹਨਾਂ ਨੂੰ ਮਿਲਦੇ ਆ ਬਹੁਤ ਹੱਸ ਕੇ ਵੀ ਮੇਬੀ ਮਿਲਦੇ ਹੋਈਏ, ਮੇਬੀ ਉਹਨਾਂ ਨੂੰ ਜੱਫੀ ਪਾ ਕੇ ਵੀ ਮਿਲਦੇ ਹੋਈਏ, ਹੱਗ ਵੀ ਕਰਦੇ ਹੋਈਏ, ਪਰ ਅਸੀਂ ਦਿਲੋਂ ਦੂਰ ਹੈਗੇ ਆ। ਸੋ ਉਹ ਜਿਹੜੀ ਫੇਕਨੈਸ ਆ ਉਹ ਵੀ ਸਾਡੀ ਕਮਿਊਨੀਕੇਸ਼ਨ ਨੂੰ ਅੱਗੇ ਨਹੀਂ ਵਧਣ ਦੇਊਗੀ। ਫਿਰ ਸੰਦੀਪ ਜੀ ਦੇਖੋ ਉੱਥੇ ਜਿਹੜੇ ਰਿਲੇਸ਼ਨਸ਼ਿਪ ਆ ਉਹ ਲੌਂਗ ਲਾਸਟਿੰਗ ਰਿਲੇਸ਼ਨਸ਼ਿਪ ਨਹੀਂ ਬਣ ਸਕਦੇ ਜਦੋਂ ਤੁਸੀਂ ਫੇਕ ਹੈਗੇ ਆ। ਜੇ ਅਸੀਂ ਲੌਂਗ ਲਾਸਟਿੰਗ ਰਿਲੇਸ਼ਨਸ਼ਿਪ ਚਾਹੁੰਦੇ ਆ ਫਿਰ ਉੱਥੇ ਅਥੈਂਟਿਕ ਰਹਿ ਕੇ ਮਤਲਬ ਰੀਅਲ ਹੋ ਕੇ ਹੀ ਲੌਂਗ ਲਾਸਟਿੰਗ ਰਿਲੇਸ਼ਨਸ਼ਿਪ ਬਣ ਸਕਦੇ। ਮਤਲਬ ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਰੇ ਗੈਸਚਰ ਫੋਲੋ ਕਰ ਰਹੇ ਆ ਪਰ ਤੁਹਾਡੇ ਚ ਅਥੈਂਟਿਸਿਟੀ ਹੈ ਨਹੀਂ, ਤੁਹਾਡੇ ਵਿੱਚ ਉਹ ਰਿਸਪੈਕਟ ਹੈ ਨਹੀਂ, ਉਹ ਕਾਈਂਡਨੈਸ ਹੈ ਨਹੀਂ ਉਸ ਰਿਲੇਸ਼ਨਸ਼ਿਪ ਦੇ ਵਿੱਚ, ਤਾਂ ਵੀ ਉਹ ਕਮਿਊਨੀਕੇਸ਼ਨ ਪੂਰੀ ਮਤਲਬ ਲੰਬੀ ਨਹੀਂ ਚੱਲੂਗੀ। ਸੋ ਦੈਟਸ ਮਾਈ ਪੁਆਇੰਟ ਕਿ ਕਈ ਵਾਰ ਅਸੀਂ ਅਸੀਂ ਹੱਸ ਕੇ ਵੀ ਮਿਲੇ ਆ, ਹੈਂਡ ਸ਼ੇਕ ਵੀ ਕੀਤਾ ਆ, ਹੱਗ ਵੀ ਕੀਤਾ ਆ, ਹਾਲ ਚਾਲ ਵੀ ਪੁੱਛਿਆ ਆ, ਪਰ ਅਸੀਂ ਉਹਨੇ ਜੈਨੂਇਨ ਨਹੀਂ ਹੈਗੇ ਉਸ ਟਾਕ ਦੇ ਵਿੱਚ। ਸੋ ਉਹ ਵੀ ਸਾਡੀ ਜਿਹੜੀ ਟਾਕ ਆ ਉਨੀ ਲੰਬੀ ਨਹੀਂ ਚੱਲੂਗੀ। ਅਸੀਂ 1-2 ਮਿੰਟ ਗੱਲ ਕਰਾਂਗੇ ਦੈਨ ਉਹ ਸਟਾਪ। ਮਤਲਬ ਇਹਨਾਂ ਚੀਜ਼ਾਂ ਨੂੰ ਲਾਈਫ ਦਾ ਇੱਕ ਪਾਰਟ ਹੀ ਬਣਾ ਲਈਏ, ਮਤਲਬ ਆਪਾਂ ਆਟੋਮੈਟਿਕਲੀ ਹੀ ਕਿਸ ਤਰੀਕੇ ਨਾਲ ਬੈਠਣਾ, ਕਿਸ ਤਰੀਕੇ ਨਾਲ ਖੜਨਾ, ਹਾਊ ਬਾਡੀ ਲੈਂਗੁਏਜ ਜਿਹੜੀ ਪੋਜ਼ਿਟਿਵ ਆ ਉਹ ਆਟੋਮੈਟਿਕਲੀ ਹੀ ਇਦਾਂ ਦੀ ਕਰ ਲਈਏ, ਕਿਉਂਕਿ ਪ੍ਰੈਕਟਿਸ ਦੇ ਨਾਲ ਤੁਸੀਂ ਇਹ ਚੀਜ਼ਾਂ ਨੂੰ ਇਸ ਤਰੀਕੇ ਨਾਲ ਬਣਾ ਸਕਦੇ। ਤੁਹਾਨੂੰ ਫਿਰ ਯਾਦ ਰੱਖਣ ਦੀ ਲੋੜ ਨਹੀਂ ਜੇ ਤੁਸੀਂ ਬਾਰ-ਬਾਰ ਇਹਨਾਂ ਚੀਜ਼ਾਂ ਦੀ ਰੋਜ਼ ਅਭਿਆਸ, ਕਹਿੰਦੇ ਨਹੀਂ ਹਰੇਕ ਚੀਜ਼ ਦਾ ਜਿਹੜਾ ਪ੍ਰੈਕਟਿਸ ਆ, ਜੇ ਰੋਜ਼ ਹੀ ਪ੍ਰੈਕਟਿਸ ਇਹ ਹੋਊਗੀ ਸਾਡੀ ਦੈਨ ਫਿਰ ਸਾਨੂੰ ਯਾਦ ਰੱਖਣ ਦੀ ਲੋੜ ਨਹੀਂ। ਹੁਣ ਇਹ ਨਹੀਂ ਅਸੀਂ ਜੱਜ ਕਰਨਾ ਮੋਰੇ ਕੌਣ ਆ, ਫਿਰ ਪਰਸਨ ਟੂ ਪਰਸਨ ਨਹੀਂ ਕਰਾਂਗੇ ਵੀ ਇਹਨੂੰ ਦੇਖ ਕੇ ਸਮਾਈਲ ਕਰਨੀ ਕਿ ਇਹਨੂੰ ਦੇਖ ਕੇ ਨਹੀਂ ਕਰਨੀ। ਮਤਲਬ ਦੈਟਸ ਹੂ ਯੂ ਆਰ ਜੀ, ਕਹਿਣ ਦਾ ਮਤਲਬ right, that's who you are, doesn't matter ਮੋਰੇ stranger ਆ, doesn't matter ਮੋਰੇ ਰਿਸ਼ਤੇਦਾਰ ਆ, doesn't matter ਮੋਰੇ friend ਆ, who it is ਉਹ ਨਹੀਂ ਮੈਟਰ ਕਰ ਰਿਹਾ ਮੋਰੇ ਕੌਣ ਆ, ਪਰ you are that way ਕਿ ਤੁਸੀਂ ਤੁਹਾਡੀ ਆਟੋਮੈਟਿਕਲੀ ਫੇਸ ਦੇ ਉੱਤੇ ਸਮਾਈਲ ਹੈਗੀ ਆ। ਬਿਲਕੁਲ ਰਾਈਟ। ਸੋ ਆਟੋਮੈਟਿਕਲੀ ਤੁਸੀਂ ਆਈ ਕੰਟੈਕਟ ਬਣਾ ਕੇ ਹੀ ਰੱਖਦੇ ਆ, ਆਟੋਮੈਟਿਕਲੀ ਤੁਸੀਂ ਲੀਨ ਫਾਰਵਰਡ ਹੋ ਕੇ ਹੀ ਅਗਲੇ ਦੀ ਗੱਲ ਸੁਣਦੇ ਆ, ਧਿਆਨ ਦੇ ਨਾਲ ਹੀ ਹਰੇਕ ਦੀ ਗੱਲ ਸੁਣਦੇ ਆ। ਸੋ ਪਰਸਨੈਲਿਟੀ ਹੀ ਇਸ ਤਰੀਕੇ ਦੀ ਬਣਾਈ, ਜੈਨੂਇਨ ਆਪਣੇ ਆਪ ਨੂੰ ਬਣਾ ਲਈਏ ਉਸ ਚੀਜ਼ ਕਿ ਸਾਨੂੰ ਪ੍ਰਟੈਂਡ ਨਾ ਕਰਨਾ ਪਵੇ, ਕਿਉਂਕਿ ਜੇ ਅਸੀਂ ਪ੍ਰਟੈਂਡ ਕਰਦੇ, ਜੇ ਅਸੀਂ ਦੂਸਰੇ ਨੂੰ ਪ੍ਰਟੈਂਡ ਕਰਦੇ ਹੋਏ ਨੂੰ ਅਸੀਂ ਸਮਝ ਸਕਦੇ, ਜਦੋਂ ਅਸੀਂ ਪ੍ਰਟੈਂਡ ਕਰਦੇ ਤਾਂ ਉਹ ਵੀ ਸਾਨੂੰ ਸਮਝੂਗਾ ਕਿ ਇਹ ਪ੍ਰਟੈਂਡ ਕਰ ਰਿਹਾ। ਸੋ ਜੈਨੂਇਨਲੀ ਅਸੀਂ ਆਪਣੇ ਆਪ ਨੂੰ ਗੁੱਡ ਤੇ ਸਕਿਲਫੁਲ ਉਸ ਚੀਜ਼ 'ਚ ਬਣਾਈਏ ਕਿ ਜੈਨੂਇਨਲੀ ਅਸੀਂ ਹਰੇਕ ਬੰਦੇ 'ਚ ਇੰਟਰਸਟ ਰੱਖੀਏ ਉਹਨਾਂ ਦੀ ਗੱਲ ਸੁਣਨ ਲਈ, ਕਿ ਉਹ ਸਾਡੀ ਪਾਰਟ ਆਫ ਪਰਸਨੈਲਿਟੀ ਬਣ ਜਾਵੇ, ਕਿ ਸਾਨੂੰ ਫੇਕ ਨਾ ਕਰਨਾ ਪਵੇ। ਟਰੂਥ। ਸੋ ਉਸ ਤੋਂ ਬਾਅਦ ਹੁਣ ਬਾਡੀ ਲੈਂਗੁਏਜ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਆ ਜਾਂਦਾ ਆ ਉਹ ਹੈਗਾ ਆ ਵੀ ਬਾਡੀ ਲੈਂਗੁਏਜ ਵਧੀਆ, ਹੁਣ ਇਨੀਸ਼ੀਏਟਿਵ ਕੌਣ ਲਵੇ ਜੀ। ਠੀਕ ਹੈ, ਹੁਣ ਤੁਹਾਡੀ ਵੀ ਬਾਡੀ ਲੈਂਗੁਏਜ ਵਧੀਆ, ਮੇਰੀ ਵੀ ਬਾਡੀ ਲੈਂਗੁਏਜ ਵਧੀਆ, ਪਰ ਇੱਕ ਦੂਜੇ ਦੀ ਵੇਟ ਕਰੀਏ ਪਹਿਲੇ ਆਪ ਬਿਲਕੁਲ। ਕਮਿਊਨੀਕੇਸ਼ਨ ਦੇ ਵਿੱਚ ਤਾਂ ਇਦਾਂ ਹੀ ਹੁੰਦਾ ਕਿ ਹੂ ਗੋਨਾ ਸੇ ਫਰਸਟ ਵਰਡ, ਕੌਣ ਇਨੀਸ਼ੀਏਟਿਵ ਲਊਗਾ, ਕਿਉਂਕਿ ਕਈ ਵਾਰ ਮਨਜੀਤ ਜੀ ਕੀ ਹੁੰਦਾ ਹੈ ਕਿ ਸਾਡੇ ਵਿੱਚ ਕੌਨਫੀਡੈਂਸ ਦੀ ਕਮੀ ਹੁੰਦੀ ਆ, ਜਾਂ ਅਸੀਂ ਅਨਨੋਨ ਜਿਹਾ ਇੱਕ ਫੀਅਰ ਪਾ ਲਿਆ ਹੁੰਦਾ ਹੈ ਕਿ ਮੈਂ ਜੇ ਗੱਲ ਸ਼ੁਰੂ ਕੀਤੀ ਉਹ ਰਿਜੈਕਟ ਨਾ ਕਰ ਦੇਵੇ, ਰਾਈਟ। ਪਰ ਜੇ ਹੁਣ ਤੁਸੀਂ ਸਟ੍ਰੇਂਜਰ ਹੈਗੇ ਆ, ਯੂ ਆਰ ਟਰਾਈਂਗ ਟੂ ਮੇਕ ਅ ਫਰੈਂਡ, ਜਿਹਨਾਂ ਨੇ ਰਿਜੈਕਟ ਕਰ ਵੀ ਦਿੱਤਾ ਦੈਨ ਹੂ ਕੇਅਰਸ। ਤੁਸੀਂ ਆਪਣੇ ਵੱਲੋਂ ਪਿਓਰ ਕੋਸ਼ਿਸ਼ ਕੀਤੀ, ਤੁਸੀਂ ਆਪਣੇ ਵੱਲੋਂ ਟਰਾਈ ਕੀਤੀ ਇੱਕ ਹੋਰ ਫਰੈਂਡ ਬਣਾਉਣ ਦੀ, ਬਟ ਜੇ ਅਗਲਾ ਪਰਸਨ ਨਹੀਂ ਇੰਟਰਸਟਡ ਹੈਗਾ ਦੈਟਸ ਫਾਈਨ। ਵੀ ਰੀਅਲੀ ਡੋਂਟ ਨੀਡ ਟੂ ਟੇਕ ਦੈਟ ਪਰਸਨਲੀ ਕਿ ਇਹਨੇ ਮੇਰੇ ਨਾਲ ਗੱਲ ਨਹੀਂ ਕੀਤੀ, ਮੈਂ ਬੁਲਾਇਆ ਵੀ, that's okay, that's their personality, they really need to develop some skills। ਉਹਨਾਂ ਨੂੰ ਆਪਣੇ ਆਪ ਤੇ ਜੇ ਕੰਮ ਕਰਨ ਦੀ ਲੋੜ ਹੈ। ਇਨੀਸ਼ੀਏਟਿਵ ਪਹਿਲਾਂ ਲਈਏ, ਮਤਲਬ you should be the first one to say hello। ਤੁਸੀਂ ਦੂਸਰੇ ਬੰਦੇ ਦੀ ਨਹੀਂ ਵੇਟ ਕਰਨੀ ਕਿ ਉਹ ਪਹਿਲਾਂ ਆ ਕੇ ਤੁਹਾਨੂੰ ਹੈਲੋ ਕਰੇ, ਤੁਸੀਂ ਹੈਲੋ ਆਪਣਾ ਹੱਥ ਪਹਿਲਾਂ ਮੋਰੇ ਵਧਾ ਲੈਣਾ, ਫਿਰ ਅਗਲਾ ਖੁਦ ਬ ਖੁਦ ਵਧਾਊਗਾ ਜੀ। ਸੋ
ਹੈਲੋ ਕਹਿਣਾ ਪਹਿਲਾਂ ਸਿੱਖੀਏ। ਸੋ ਐਕਟਿਵ ਰੋਲ ਜਿਹੜਾ ਉਹ ਅਸੀਂ ਖੁਦ ਕਰੀ ਲਈਏ। ਮਤਲਬ ਸ਼ਾਈ ਫੀਲ ਕਰਨ ਦੀ, ਜਾਂ ਮੈਂ ਸ਼ਾਈ ਆ, ਜਾਂ ਮੈਂ ਵਿੱਚ ਡਰ ਜ਼ਿਆਦਾ ਆ, ਪਤਾ ਨਹੀਂ ਅਗਲੇ ਨੇ ਕੀ ਕਹਿ ਦੇਣਾ, ਉਹ ਸ਼ਾਈਨੈਸ ਤੇ ਅਸੀਂ ਕੰਟਰੋਲ ਕਰੀਏ, ਕਾਬੂ ਕਰੀਏ, ਆਪਣੇ ਫੀਅਰ ਨੂੰ ਆਪਣੇ ਕੰਟਰੋਲ 'ਚ ਰੱਖੀਏ। ਕਿਉਂਕਿ ਸਾਹਮਣੇ ਵਾਲਾ ਗੋਲੀ ਦਾ ਨਹੀਂ ਮਾਰ ਦੂਗਾ ਜੇ ਤੁਸੀਂ ਉਹਨਾਂ ਨੂੰ ਹੈਲੋ ਕਹਿ ਦੋਗੇ, ਰਾਈਟ, ਕਿ ਤੁਸੀਂ ਉਹਨਾਂ ਨੂੰ ਉਹਨਾਂ ਦਾ ਹਾਲ ਚਾਲ ਪੁੱਛ ਲਓਗੇ। ਸੋ ਉਹ ਇੱਕ ਜੈਨੂਅਨ, ਜਿਹੜੇ ਅਸੀਂ ਬਿਨਾਂ ਹੀ ਗੱਲ ਤੋਂ ਜੈਨੂਅਨ ਚੀਜ਼ਾਂ ਲਈ ਵੀ ਇੱਕ ਡਰ ਪਾਲੇ ਹੋਏ ਆ, ਸਾਨੂੰ ਉਹਨਾਂ ਤੋਂ ਉੱਪਰ ਉੱਠਣ ਦੀ ਲੋੜ ਹੈਗੀ ਆ। ਸੰਦੀਪ ਜੀ, ਜੇ ਅੱਜ ਤੱਕ ਦੇਖਦੇ ਆ ਵੀ ਲਾਈਕ ਕਦੀ ਇਦਾਂ ਨਹੀਂ ਹੁੰਦਾ ਵੀ ਤੁਸੀਂ ਹੈਲੋ ਕਹੀ ਤੇ ਮੋਰਲਾ ਬੰਦਾ ਬੋਲੇ ਨਾ, ਮਤਲਬ ਬਹੁਤ ਕਹਿ ਲਓ ਕਿ 0 ਪੁਆਇੰਟ ਸਮਥਿੰਗ ਚਾਂਸ ਹੋਊਗੇ ਵੀ ਮੋਰੇ ਰਿਸਪੌਂਸ ਨਾ ਆਵੇ, ਬਟ ਇੱਕ ਅੰਦਰ ਜਕਈ ਆ ਕਿ ਉਹ ਬੁਲਾ ਲਵੇ, ਹਨਾ। ਤੁਸੀਂ ਵੇਟ ਕਰਦੇ ਆ ਕਿਉਂਕਿ ਮਨਜੀਤ ਜੀ ਇਹ ਚੀਜ਼ਾਂ ਸਕੂਲ ਕਾਲਜਸ ਦੇ ਵਿੱਚ ਵੀ ਇੱਕ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਹੈਗੀ ਆ ਨਾ, ਇੱਕ ਸੈਲਫ ਇਮੇਜ ਬਿਲਡ ਕਰਨ ਵਾਲੀ ਚੀਜ਼ ਆ, ਉਹਨਾਂ ਤੇ ਸਾਡੀ ਐਜੂਕੇਸ਼ਨ ਦੇ ਵਿੱਚ ਵੀ ਉਹ ਚੀਜ਼ਾਂ ਨਹੀਂ ਹੈਗੀਆਂ। ਸਪੈਸ਼ਲੀ ਜਿੱਦਾਂ ਹੁਣ ਆਪਣੇ ਇੰਡੀਆ ਦੇ ਵਿੱਚ ਵੀ ਆਪਾਂ ਬੋਰਨ ਐਂਡ ਬ੍ਰੌਟ ਅਪ ਹੈਗੇ ਆ, ਉੱਥੇ ਲੇਡੀਜ਼ ਨੂੰ ਤਾਂ ਇਹ ਚੀਜ਼ਾਂ ਬਿਲਕੁਲ ਹੀ ਨਹੀਂ ਸਿਖਾਈਆਂ ਜਾਂਦੀਆਂ ਕਿ ਤੁਸੀਂ ਇਨੀਸ਼ੀਏਟਿਵ ਲਓ। ਜੀ ਵੇਟ ਕਰੋ ਬਸ, ਮਤਲਬ ਇਵਨ ਪ੍ਰਾਹੁਣੇ ਆ ਜਾਂਦੇ, ਤੁਸੀਂ ਅੰਦਰ ਚਲੋ, ਤੁਸੀਂ ਕੀ ਕਰਨਾ। ਦੈਟਸ ਟਰੂ। ਮਤਲਬ ਜੇ ਬੱਚਾ ਸ਼ਾਈ ਹੈਗਾ ਤੇ ਉਹਨੂੰ ਉਹਨਾਂ ਨੇ ਇਨਕਰੇਜ ਵੀ ਨਹੀਂ ਕਰਨਾ ਕਿ ਤੁਸੀਂ ਆਓ ਬਾਹਰ, ਕਿ ਤੁਸੀਂ ਬੈਠੋ ਉਹਨਾਂ ਦੇ ਵਿੱਚ, ਜਾਂ ਉਹਨਾਂ ਨੂੰ ਹੈਲੋ ਹਾਈ ਕਰੋ। ਇਹ ਚੀਜ਼ਾਂ ਤੇ ਕਿਸੇ ਨੇ ਸਾਡੇ ਉੱਤੇ ਕਦੇ ਵਰਕ ਕੀਤਾ ਨਹੀਂ ਹੈਗਾ। ਸਪੈਸ਼ਲੀ ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਤੇ ਜਿੱਦਾਂ ਅਸੀਂ ਬੌਰਨ ਬ੍ਰੌਟ ਅਪ ਹੋਏ ਆ, ਸਾਡੀ ਸੋਚ ਡਿਫਰੈਂਟ ਬਣੀ ਹੋਈ ਆ। ਸੋ ਉਸ ਚੀਜ਼ ਨੂੰ ਹੁਣ ਅਸੀਂ ਓਵਰਕਮ ਕਰਨਾ, ਜਿਹੜਾ ਉਹ ਫੀਅਰ ਔਰ ਸ਼ਾਈਨੈਸ ਅਸੀਂ ਆਲਰੇਡੀ ਇੰਨੀ ਠੂਸ ਕੇ ਸਾਡੇ ਅੰਦਰ ਭਰੀ ਹੋਈ ਆ, ਉਹਨੂੰ ਹੁਣ ਅਸੀਂ ਬਾਹਰ ਕੱਢਣਾ ਹੈਗਾ, ਆਪਣੇ ਆਪ ਨੂੰ ਡਿਵੈਲਪ ਕਰਨਾ ਹੈਗਾ। ਅਸੀਂ ਕਿਸੇ ਦੀ ਵੇਟ ਨਹੀਂ ਕਰਨੀ, ਅਸੀਂ ਖੁਦ ਇਨੀਸ਼ੀਏਟਿਵ ਲੈਣਾ। So instead of waiting for others, take the initiative. ਆਪ ਇਨੀਸ਼ੀਏਟਿਵ ਲੈ ਕੇ ਆਪ ਕਨਵਰਸੇਸ਼ਨ ਲੀਡ ਕਰਨੀ, ਆਪ ਸਟਾਰਟ ਕਰਨੀ ਹੈ। ਐਂਡ ਦੂਜੀ ਗੱਲ ਹੈਗੀ ਕਿ ਨਾਮ ਯਾਦ ਰੱਖਣੇ। ਮਤਲਬ ਕਈ ਵਾਰ ਆਪਾਂ ਨੂੰ ਇਹ ਵੀ ਹੈਗਾ ਕਿ ਜੇ ਸਾਨੂੰ ਨਾਮ ਨਹੀਂ ਯਾਦ ਹੈਗਾ ਅਗਲੇ ਦਾ, ਇਹਦਾ ਮਤਲਬ ਅਸੀਂ ਉਹਦੀ ਕਮਿਊਨੀਕੇਸ਼ਨ 'ਚ ਧਿਆਨ ਨਹੀਂ ਦਿੱਤਾ। ਬਿਲਕੁਲ। ਸੋ ਜਦੋਂ ਆਪਾਂ ਕਮਿਊਨੀਕੇਸ਼ਨ ਕਰਦੇ ਆ, ਉਹਦੇ ਨਾਲ ਕਮਿਊਨੀਕੇਸ਼ਨ ਕਰਦੇ 2-3 ਵਾਰ ਤੁਸੀਂ ਉਹਦਾ ਨਾਮ ਰਿਪੀਟ ਕਰ ਦਿਓ, ਤੁਹਾਨੂੰ ਆਪੇ ਹੀ ਨਾਮ ਯਾਦ ਹੋ ਜਾਣਾ। ਬਿਲਕੁਲ। ਐਂਡ ਅਗਲਾ ਪਰਸਨ ਵੀ ਗੁੱਡ ਫੀਲ ਕਰਦਾ। ਬਿਲਕੁਲ, ਕਿ ਇਹ ਮੈਨੂੰ ਹੀ ਐਡਰੈਸ ਕਰ ਰਿਹਾ, ਬੰਦਾ ਮੇਰੇ ਵਿੱਚ ਇੰਟਰਸਟਿਡ ਹੈਗਾ, ਮੇਰੇ ਨਾਲ ਗੱਲ ਕਰਨ 'ਚ ਇੰਟਰਸਟਿਡ ਹੈਗਾ ਆ। ਸੋ ਤੁਹਾਡਾ ਉਹ ਇੰਟਰਸਟ ਤੇ ਰਿਸਪੈਕਟ ਸ਼ੋ ਕਰਦਾ ਜੇ ਤੁਸੀਂ ਅਗਲੇ ਨੂੰ ਨਾਮ ਨਾਲ ਬੁਲਾਉਂਦੇ ਹੈਗੇ ਆ ਤੇ ਤੁਸੀਂ ਉਹ ਨਾਮ ਯਾਦ ਰੱਖਦੇ ਹੈਗੇ ਆ। ਸੋ ਬਹੁਤ ਹੀ ਇੱਕ ਪੋਜ਼ਿਟਿਵ ਪਾਰਟ ਜਿਹੜਾ ਪਲੇ ਕਰਦਾ ਤੁਹਾਡੀ ਕਮਿਊਨੀਕੇਸ਼ਨ ਦੇ ਵਿੱਚ। ਇਸ ਕੰਟਰੀ ਦੇ ਵਿੱਚ ਸਪੈਸ਼ਲੀ ਮੈਂ ਦੇਖਿਆ ਕਿ ਤੁਹਾਨੂੰ ਬਹੁਤ ਜ਼ਿਆਦਾ ਤੁਹਾਡੇ ਨਾਮ ਨੂੰ ਪ੍ਰਾਇੋਰਟੀ ਮਤਲਬ ਦੇ ਰਹੇ ਆ, ਤੁਹਾਡਾ ਨਾਮ ਲੈ ਕੇ ਹੀ ਤੁਹਾਨੂੰ ਬੁਲਾਉਣਗੇ। ਬਿਲਕੁਲ। ਇੱਥੇ ਤਾਂ ਬੱਚੇ ਵੀ ਮਿਸ ਗਿੱਲ ਐਂਡ ਮਿਸ ਸਿੰਘ ਕਹਿੰਦੇ ਆ, ਰਾਈਟ। ਸੋ ਉਹ ਚੀਜ਼ਾਂ ਆਪਾਂ ਨੂੰ ਦਿਮਾਗ 'ਚ ਰੱਖਣੀਆਂ ਪੈਣੀਆਂ ਆ ਕਿ ਸਾਨੂੰ ਇਹ ਜਿਹੜੇ ਨਾਮ, ਜਿੱਦਾਂ ਸਾਡੇ ਕਲਚਰ 'ਚ ਸੀਗਾ ਵੱਡਿਆਂ ਦਾ ਨਾਂ ਨਹੀਂ ਲੈਣਾ, ਉਹਦਾ ਨਾਂ ਨਹੀਂ ਲੈਣਾ, ਟੀਚਰ ਦਾ ਨਾਮ ਨਹੀਂ ਲੈਣਾ, ਪਰ ਇੱਥੇ ਕਲਚਰ ਡਿਫਰੈਂਟ ਹੈਗਾ। ਉਹ ਜਿਹੜਾ ਕਲਚਰ ਡਿਫਰੈਂਸ਼ੀਅਲ ਹੈਗਾ ਆ, ਉਹ ਸਾਨੂੰ ਲਰਨ ਕਰਨਾ ਪੈਣਾ, ਉਹ ਸਾਨੂੰ ਸਿੱਖਣਾ ਪੈਣਾ, ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ ਆ, ਰਾਈਟ। ਉਹ ਚੀਜ਼ਾਂ ਸਾਨੂੰ ਹੁਣ ਲਰਨ ਕਰਨੀਆਂ ਪੈਣੀਆਂ। ਕੁਛ ਚੀਜ਼ਾਂ ਜਿਹੜੀਆਂ ਚੰਗੀਆਂ ਹੈਗੀਆਂ, ਅਸੀਂ ਉਹਨਾਂ ਨੂੰ ਜਿੰਨੀ ਜਲਦੀ ਲਰਨ ਕਰ ਲਈਏ ਉਨਾ ਹੀ ਜ਼ਿਆਦਾ ਵਧੀਆ ਹੈਗਾ ਆ। ਜੀ ਬਿਲਕੁਲ। ਸੋ ਉਸ ਤੋਂ ਬਾਅਦ ਆ ਜਾਂਦਾ ਜਦੋਂ ਆਪਾਂ ਹੈਲੋ ਹਾਈ ਕਰ ਲਈ, ਹੁਣ ਕੁਐਸਚਨ ਕਿੱਦਾਂ ਦੇ ਅਸੀਂ ਪੁੱਛਦੇ ਆ। ਓਪਨ ਐਂਡਡ ਕੁਐਸਚਨ ਹੈਗੇ ਆ ਜਾਂ ਉਹ ਕਲੋਜ਼ ਮਾਈਂਡਡ ਕੁਐਸਚਨ ਹੈਗੇ ਆ। ਕਈ ਵਾਰ ਆਪਾਂ ਕੁਐਸਚਨ ਕਰਦੇ ਆ, ਉਹਦਾ ਆਨਸਰ ਆਪਾਂ ਨੂੰ ਪਤਾ ਹਾਂ ਜਾਂ ਨਾ 'ਚ ਹੀ ਮਿਲਣਾ। ਬਿਲਕੁਲ। ਜਾਂ 1 ਜਾਂ 2 ਵਰਡਸ ਦੇ ਵਿੱਚ ਹਾਂਜੀ ਆ ਜਾਂ ਨਾ ਜੀ ਆ, ਨਹੀਂ ਜੀ ਆ। ਪਰ ਕਈ ਵਾਰ ਆਪਾਂ ਇਦਾਂ ਦੀ ਗੱਲ ਸ਼ੁਰੂ ਕਰ ਲੈਂਦੇ, ਆਪਾਂ ਨੂੰ ਵੀ ਪਤਾ ਹੁੰਦਾ ਵੀ ਇਹ ਕਨਵਰਸੇਸ਼ਨ ਹੁਣ ਲੌਂਗ ਚੱਲਣੀ ਆ, ਬਿਕਾਜ਼ ਅਸੀਂ ਕੁਐਸਚਨ ਹੀ ਉਦਾਂ ਦਾ ਪੁੱਛਿਆ। ਬਿਲਕੁਲ। ਸੋ ਜੇ ਤੁਸੀਂ ਨਿਊ ਹੈਗੇ ਆ, ਯੂ ਕੈਨ ਸਟਾਰਟ ਵਿਦ ਦੈਟ ਕਲੋਜ਼ ਐਂਡਡ ਕੁਐਸਚਨਸ ਕਿ ਕਿੱਦਾਂ ਤੁਸੀਂ ਇੱਥੇ ਆਏ ਆ, ਜਾਂ ਕਿਹਨੂੰ ਜਾਣਦੇ ਹੈਗੇ ਆ, ਕਿੱਥੇ ਕੰਮ ਕਰਦੇ ਆ, ਕਦੋਂ ਦੇ ਇੱਥੇ ਆਏ ਆ, ਮਤਲਬ ਛੋਟੇ ਛੋਟੇ ਆਨਸਰ ਹੋਣ ਜਿਨ੍ਹਾਂ ਦੇ, ਪਰ ਸਟਾਰਟ ਉੱਥੋਂ ਕਰ ਸਕਦੇ। ਸਟਾਰਟ ਕਰਕੇ ਦੈਨ ਫਾਰਵਰਡ ਲੈ ਕੇ ਜਾਣ ਲਈ, ਅੱਗੇ ਉਹਨੂੰ ਵਧਾਉਣ ਦੇ ਲਈ ਦੈਨ ਥੋੜੇ ਜਿਹਾ ਤੁਹਾਨੂੰ ਓਪਨ ਮਾਈਂਡਡ ਜਿਹੜੇ ਕੁਐਸਚਨ ਆ ਉਹਨਾਂ ਦੇ ਨਾਲ ਫਿਰ ਲੀਡ ਕਰਨਾ ਪੈਣਾ। ਬਿਲਕੁਲ। ਮਤਲਬ ਤੁਸੀਂ ਕਿਸੇ ਨੂੰ ਕੰਪਲੀਮੈਂਟ ਦੇ ਕੇ ਕਨਵਰਸੇਸ਼ਨ ਸਟਾਰਟ ਕਰ ਸਕਦੇ। ਦਿਸ ਇਜ਼ ਦਾ ਬੈਸਟ ਵੇ ਆ ਕਿ ਕੋਈ ਵੀ ਇਦਾਂ ਦਾ ਪਰਸਨ, ਜਿੱਦਾਂ ਤੁਸੀਂ ਕਿਹਾ ਕਿ ਇਹਦੇ ਵਿੱਚ ਵੀ 0.0 ਮਤਲਬ ਚਾਂਸਸ ਹੋਗੇ ਕਿ ਤੁਹਾਨੂੰ ਰਿਸਪੌਂਸ ਨਾ ਕਰੇ ਬੈਕ, ਰਾਈਟ। ਸੋ ਜਿਹੜਾ ਕਿਸੇ ਨੂੰ ਕੰਪਲੀਮੈਂਟ ਕਰਨਾ, ਉਹ ਜੈਨੂਇਨ ਹੋਣਾ ਚਾਹੀਦਾ। ਜੇ ਮੈਨੂੰ ਤੁਹਾਡਾ ਟੌਪ ਪਸੰਦ
ਆ ਦੈਨ ਮੈਨੂੰ ਤੁਹਾਡਾ ਪਸੰਦ ਆ ਤੇ ਮੈਂ ਉਹਦੀ ਤਾਰੀਫ ਕਰਾਂ। ਜੇ ਮੈਂ ਤੁਹਾਨੂੰ ਮੇਰੀ ਡਰੈਸ ਅਪ ਸੈਂਸ ਵਧੀਆ ਲੱਗਦੀ ਹੈ ਤੁਸੀਂ ਉਹਦੀ ਤਾਰੀਫ ਕਰਨੀ, ਰਾਈਟ। ਕਿਸੇ ਦਾ ਕੁਛ ਵੀ ਤੁਹਾਨੂੰ ਵਧੀਆ ਲੱਗਾ ਹੈਗਾ, ਕਿਸੇ ਦੀ ਸਮਾਈਲ ਵਧੀਆ ਲੱਗੀ ਆ ਜਾਂ ਕਿਸੇ ਦਾ ਮੇਕਅਪ ਵਧੀਆ ਲੱਗਾ, ਕਿਸੇ ਦੀ ਡਰੈਸ ਵਧੀਆ ਲੱਗੀ ਆ, ਕਿਸੇ ਦੀ ਟਾਈ ਵਧੀਆ ਲੱਗੀ, ਸ਼ੂ ਵਧੀਆ ਲੱਗਾ, ਤੁਸੀਂ ਉਹਨੂੰ ਕੰਪਲੀਮੈਂਟ ਕਰ ਸਕਦੇ ਆ। ਦੈਟਸ ਹਾਊ ਯੂ ਕੈਨ ਸਟਾਰਟ। ਫਿਰ ਤੁਸੀਂ ਉਹਨੂੰ ਅੱਗੇ ਕਿੱਦਾਂ ਵਧਾ ਸਕਦੇ, ਤੁਸੀਂ ਇਹ ਕਿੱਥੋਂ ਲਿਆ, ਰਾਈਟ। ਤੁਹਾਡਾ ਉਹ ਫੇਵਰਿਟ ਸਟੋਰ ਆ, ਤੁਸੀਂ ਉੱਥੇ ਹੀ ਜਾਂਦੇ ਆ, ਮੈਂ ਕਦੇ ਗਈ ਆ ਜਾਂ ਮੈਂ ਉੱਥੇ ਕਦੇ ਨਹੀਂ ਗਈ, ਜਾਂ ਮੈਨੂੰ ਵੀ ਉੱਥੋਂ ਆਹ ਚੀਜ਼ ਮਿਲੀ ਸੀ, ਮੈਨੂੰ ਵੀ ਬਹੁਤ ਪਸੰਦ ਆਈ। ਸੋ ਯੂ ਨੀਡ ਟੂ ਬੀ ਡੂ ਲਿਟਲ ਪ੍ਰੈਕਟਿਸ। ਜੇ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਤਾਂ ਤੁਸੀਂ ਇਹ 'ਚ ਐਕਸਪਰਟ ਨਹੀਂ ਬਣ ਸਕਦੇ। ਕੁਛ ਵੀ ਆ ਪ੍ਰੈਕਟਿਸ ਦੇ ਨਾਲ, ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਅਭਿਆਸ ਬਹੁਤ ਜ਼ਰੂਰੀ ਆ। ਸੋ ਹਰ ਪਾਸੇ ਤੁਹਾਨੂੰ ਕੁਛ ਨਾ ਕੁਛ ਕੰਪਲੀਮੈਂਟ ਕਰਨ ਦੇ ਲਈ ਜ਼ਰੂਰ ਮਿਲੂਗਾ। ਮਤਲਬ ਕਿ ਹਰ ਬੰਦੇ ਨੇ ਜੋ ਉਹਨੇ ਪਹਿਨਿਆ ਆ ਜਾਂ ਮਤਲਬ ਜਾਂ ਉਹਦਾ ਪਰਸ ਆ, ਉਹਦੇ ਕੋਲ ਕੁਛ ਨਾ ਕੁਛ ਇਦਾਂ ਦਾ ਸ਼ੂਜ਼ ਹੈਗੇ ਆ, ਕੰਪਲੀਮੈਂਟ ਕਰਨ ਲਈ ਤੁਸੀਂ ਦੇਖੋ ਸਹੀ, ਤੁਹਾਨੂੰ ਜ਼ਰੂਰ ਲੱਭੂਗਾ। ਜਾਂ ਉਹਦੀ ਸਮਾਈਲ ਇੰਨੀ ਸੋਹਣੀ ਆ, ਬਿਲਕੁਲ, ਰਾਈਟ। ਸੋ ਕੁਛ ਨਾ ਕੁਛ ਜ਼ਰੂਰ ਮਿਲ ਜਾਊਗਾ ਜੇ ਅਸੀਂ ਪੋਜ਼ਿਟਿਵ ਉਹ ਚੀਜ਼ ਲੱਭਾਂਗੇ ਕਿ ਮੈਂ ਇਹਨੂੰ ਕੰਪਲੀਮੈਂਟ ਦੇਣਾ ਹੀ ਆ। ਬਿਲਕੁਲ ਬਿਲਕੁਲ। ਫਿਰ ਤੁਸੀਂ ਜਦੋਂ ਕੰਪਲੀਮੈਂਟ ਦਿੰਦੇ ਆ ਦੈਨ ਇਟਸ ਦ ਬੈਸਟ ਚਾਂਸ ਫॉर ਯੂ ਟੂ ਇੰਟਰੋਡਿਊਸ ਯੋਰਸੈਲਫ। ਤਾਂ ਫਿਰ ਜੇ ਤੁਸੀਂ ਹੁਣ ਉਸ ਜਗ੍ਹਾ ਤੇ ਹੈਗੇ ਆ, ਉਦਾਂ ਦੀ ਗੈਦਰਿੰਗ 'ਚ ਹੈਗੇ ਜਿੱਥੇ ਤੁਹਾਨੂੰ ਹਜੇ ਕੋਈ ਜਾਣਦਾ ਨਹੀਂ ਹੈਗਾ, ਸੋ ਯੂ ਸਮਾਈਲਡ, ਯੂ ਸੇ ਹੈਲੋ, ਦੈਨ ਯੂ ਗਿਵ them ਕੰਪਲੀਮੈਂਟ, ਦੈਨ ਯੂ ਕੈਨ ਇੰਟਰੋਡਿਊਸ ਯੋਰਸੈਲਫ। ਸੋ ਸਿੰਪਲ ਹੈਗਾ। ਪਰ ਜੇ ਅਸੀਂ ਸਟੈਪ ਬਾਏ ਸਟੈਪ ਫੋਲੋ ਕਰ ਲਈਏ, ਜੇ ਸਾਨੂੰ ਪਤਾ ਹੋਵੇ ਕਿ ਇੰਨਾ ਸਿੰਪਲ ਹੈ, ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦੀ ਕਿ ਚੀਜ਼ ਇੰਨੀ ਸੌਖੀ ਆ, ਪਰ ਅਸੀਂ ਆਪਣੇ ਦਿਮਾਗ ਵਿੱਚ ਹੀ ਉਹਨੂੰ ਇੰਨੀ ਔਖੀ ਬਣਾ ਲੈਂਦੇ ਆ ਕਿ ਲੱਗਦਾ ਕਿ ਸਾਡੇ ਤੋਂ ਇਹ ਹੋਣੀ ਹੀ ਨਹੀਂ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਦੇ ਆ ਦੈਨ ਉਹ ਮੋਰਲਾ ਪਰਸਨ ਵੀ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਣਾ ਤੁਹਾਡੇ ਨਾਲ ਸ਼ੁਰੂ ਕਰ ਦਿੰਦਾ, ਜੇ ਤੋਂ ਫਿਰ ਕਨਵਰਸੇਸ਼ਨ ਅੱਗੇ ਮੂਵ ਫਾਰਵਰਡ ਹੋਣੀ ਸ਼ੁਰੂ ਹੋ ਜਾਂਦੀ, ਗੱਲਬਾਤ ਸ਼ੁਰੂ ਹੋ ਜਾਂਦੀ ਆ। ਤੁਹਾਨੂੰ ਉਹਦੇ ਬਾਰੇ ਪਤਾ ਲੱਗ ਗਿਆ, ਉਹਨੂੰ ਤੁਹਾਡੇ ਬਾਰੇ ਪਤਾ ਲੱਗ ਗਿਆ, ਐਂਡ ਕਈ ਚੀਜ਼ਾਂ ਤੁਹਾਡੀਆਂ ਕਾਮਨ ਉਹਦੇ ਵਿੱਚੋਂ ਹੀ ਨਿਕਲ ਆਣੀਆਂ। ਕੁਝ ਕਾਮਨ ਨਿਕਲਿਆ, ਤੁਸੀਂ ਕਿੱਥੇ ਕੰਮ ਕਰਦੇ ਆ, ਕਿੱਥੇ ਰਹਿੰਦੇ ਆ, ਬੈਕ ਹੋਮ ਕਿੱਥੋਂ ਹੈਗੇ ਆ, ਕਿੰਨਾ ਚਿਰ ਹੋ ਗਿਆ ਆਇਆਂ ਨੂੰ, ਫੈਮਿਲੀ ਚ ਕੌਣ ਹੈਗੇ ਆ। ਸੋ ਛੋਟੇ ਛੋਟੇ ਹੈਗੇ ਆ, ਇਹ ਬਾਲੇ ਬਹੁਤ ਜ਼ਿਆਦਾ ਪਰਸਨਲ ਕੁਐਸਚਨ ਵੀ ਨਹੀਂ ਹੈਗੇ, ਆਪਾਂ ਕਿਸੇ ਨੂੰ ਵੀ ਪੁੱਛ ਸਕਦੇ ਹੈਗੇ ਆ। ਤੇ ਇਹਦੇ ਵਿੱਚੋਂ ਫਿਰ ਤੁਸੀਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇੰਟਰੋਗੇਟ ਹੀ ਕਰਨ ਲੱਗ ਪੈਣਾ ਹੈਗਾ, ਤੇ ਆਪਣੇ ਬਾਰੇ ਵੀ ਨਾਲ ਦੀ ਨਾਲ ਦੱਸਦੇ ਜਾਓ। ਉਹ ਵੀ ਇਰੀਟੇਟ ਕਰਦਾ ਨਾ ਜੇ ਤੁਸੀਂ ਵਨ ਆਫਟਰ ਦੀ ਅਦਰ ਕੁਐਸਚਨ ਪੁੱਛੀ ਜਾਂਦੇ ਆ। ਮਤਲਬ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਕੁਐਸਚਨ ਪੁੱਛਣੇ ਕਿੰਨੇ ਕੁ ਪੁੱਛਣੇ ਆ। ਜੇ ਤੁਸੀਂ ਲਾਈਕ ਛੋਟੇ ਕੁਐਸਚਨ ਵੀ ਪੁੱਛਦੇ ਆ, ਬਟ ਇਹ ਨਹੀਂ ਕਿ ਇੰਟਰਵਿਊ ਵਾਂਗੂ ਇੱਕ ਪੁੱਛਿਆ ਮਗਰ ਹੀ ਦੂਜਾ ਜਦੋਂ ਅਗਲੇ ਦਾ ਉਹ ਫਿਨਿਸ਼ ਵੀ ਨਹੀਂ ਹੋਇਆ, ਪਰ ਤੁਸੀਂ ਆਪਣੇ ਮਾਈਂਡ 'ਚ ਪਹਿਲਾਂ ਹੀ ਰੈਡੀ ਕਰਨਾ ਸ਼ੁਰੂ ਕਰ ਦਿੰਦੇ, ਇਹਨੇ ਜਦੋਂ ਇਹ ਫਿਨਿਸ਼ ਕੀਤਾ ਮੈਂ ਨੈਕਸਟ ਕੀ ਪੁੱਛਣਾ, ਬਿਕਾਜ਼ ਤੁਸੀਂ ਕਨਵਰਸੇਸ਼ਨ ਨੂੰ ਕੰਟੀਨਿਊ ਕਰਨਾ ਚਾਹੁੰਦੇ ਆ। ਮਤਲਬ ਪਹਿਲਾਂ ਜੋ ਉਹ ਕਹਿ ਰਿਹਾ ਆ ਉਹਦੇ ਵਿੱਚ ਹੀ ਗੱਲਬਾਤ ਹੈਗੀ ਆ। ਮਤਲਬ ਜੋ ਮੈਂ ਜਵਾਬ ਦੇਣਾ, ਮੇਰੇ ਜਵਾਬ ਦੇ ਵਿੱਚ ਹੀ ਕਨਵਰਸੇਸ਼ਨ ਨੂੰ ਮੂਵ ਫਾਰਵਰਡ ਕਰਨ ਦੇ ਲਈ ਹੈਗਾ। ਜੇ ਤੁਸੀਂ ਜੋ ਮੈਂ ਕਹਿ ਰਹੀ ਪਹਿਲਾਂ ਉਹਨੂੰ ਸੁਣ ਲਓ ਪ੍ਰੋਪਰਲੀ, ਪਰ ਕਈ ਵਾਰ ਅਸੀਂ ਇੰਨੇ ਬਿਜ਼ੀ ਆ, ਮਤਲਬ ਉਹਨੂੰ ਨਹੀਂ ਸੁਣ ਰਹੇ ਕੀ ਉਹਦਾ ਜਵਾਬ ਸੀ, ਐਂਡ ਯੂ ਡੋਨਟ ਇਵਨ ਕੇਅਰ ਉਹਨੇ ਜਵਾਬ ਕੀ ਦੇਣਾ ਸੀ, ਪਰ ਤੁਸੀਂ ਆਪਣੇ ਮਾਈਂਡ 'ਚ ਸੈਕੰਡ ਕੁਐਸਚਨ ਤੁਸੀਂ ਇੰਨੇ ਬਿਜ਼ੀ ਹੋ ਗਏ ਪ੍ਰਪੇਅਰ ਕਰ ਲਈ ਕਿ ਮੈਂ ਇਹ ਤੋਂ ਬਾਅਦ ਕੀ ਪੁੱਛਣਾ। ਬਿਲਕੁਲ, ਆਈ ਥਿੰਕ ਐਸੇ ਬੁੱਕ 'ਚ ਜਾਂ ਕਿਸੇ ਹੋਰ ਜਗ੍ਹਾ ਮੈਂ ਪੜ੍ਹੀ ਸੀ, ਕਹਿੰਦੇ ਕਮਿਊਨੀਕੇਸ਼ਨ ਦੇ ਵਿੱਚ ਜੇ ਸਾਹਮਣੇ ਆਣਾ ਬੋਲਦਾ ਤਾਂ ਸੈਕੰਡ ਪਰਸਨ ਕੀ ਕਰਦਾ, ਉਹ ਕਹਿੰਦਾ ਲਿਸਨ ਕਰਦਾ। ਕਹਿੰਦੇ ਨਹੀਂ, ਉਹ ਆਪਣੇ ਦਿਮਾਗ ਦੇ ਵਿੱਚ ਨੈਕਸਟ ਕੁਐਸਚਨ ਰੈਡੀ ਕਰਦਾ ਕਿ ਇਸ ਤੋਂ ਬਾਅਦ ਮੈਂ ਕੀ ਕਹਿਣਾ। ਸੋ ਇਹ ਸਾਡੀ ਜਿਹੜੀ ਕਾਲ ਹੈਗੀ ਆ ਸਾਡੀ ਕਮਿਊਨੀਕੇਸ਼ਨ ਨੂੰ, ਇਹਨੂੰ ਵੀ ਉਹ ਕੁਆਲਿਟੀ, ਸਾਡੀ ਕਮਿਊਨੀਕੇਸ਼ਨ ਦੀ ਕੁਆਲਿਟੀ ਨੂੰ ਘਟਾਉਂਦੇ ਹੈਗੇ ਆ ਕਿ ਅਸੀਂ ਕਾਹਲੇ ਨਹੀਂ ਪੈਣਾ ਹੈਗਾ ਕਮਿਊਨੀਕੇਸ਼ਨ ਦੇ ਵਿੱਚ ਕਿ ਫਰਸਟ ਕੁਐਸਚਨ ਪੁੱਛਿਆ ਤੇ ਸੈਕੰਡ ਕੁਐਸਚਨ ਦੀ ਅਸੀਂ ਪ੍ਰੋਸੈਸਿੰਗ ਸ਼ੁਰੂ ਕਰ ਦਈਏ। ਜੋ ਅਸੀਂ ਪੁੱਛਿਆ ਆ ਉਹਨੂੰ ਪਹਿਲਾਂ ਅਸੀਂ ਪ੍ਰੋਪਰ ਲਿਸਨ ਕਰੀਏ, ਉਹਨੂੰ ਆਪਣੇ ਨਾਲ ਰਿਲੇਟ ਕਰੀਏ, ਉਹਦੇ ਨਾਲ ਰਿਲੇਟਡ ਅਸੀਂ ਆਪਣੇ ਬਾਰੇ ਕੀ ਦੱਸ ਸਕਦੇ ਆ, ਰਾਈਟ। ਉਹ ਦੂਸਰੇ ਦਾ ਵੀ ਇੰਟਰਸਟ ਸਾਡੇ ਵਿੱਚ ਹੋਣਾ ਚਾਹੀਦਾ, ਰਾਈਟ। ਸੰਦੀਪ ਜੀ ਨੇ ਬਹੁਤ ਵਧੀਆ ਕਿਹਾ, ਉਹ ਕਹਿੰਦੇ ਕਿ ਗੁੱਡ ਕਮਿਊਨੀਕੇਟਰ ਆ ਜਿਹੜਾ ਉਹ ਗੁੱਡ ਲਿਸਨਰ ਆ। ਰੱਬ ਨੇ ਸਾਨੂੰ ਮੂੰਹ ਇੱਕ ਦਿੱਤਾ ਪਰ ਰੱਬ ਨੇ ਸਾਨੂੰ ਕੰਨ ਦੋ ਦਿੱਤੇ ਆ ਕਿ ਬੋਲਣ ਨਾਲੋਂ ਵੱਧ ਜੇ ਅਸੀਂ ਸੁਣਨਾ ਸ਼ੁਰੂ ਕਰ ਦਈਏ ਅਸੀਂ ਆਲਰੇਡੀ ਗੁੱਡ ਕਮਿਊਨੀਕੇਟਰ ਆ। ਬਿਲਕੁਲ, ਪਰ ਇਹ ਆਪੋਜ਼ਿਟ ਹੁੰਦਾ, ਆਲਵੇਜ਼ ਸਾਨੂੰ ਆਲਵੇਜ਼ ਹੁੰਦਾ ਕਿ ਵੱਧ ਬੋਲ ਕੇ ਦੱਸ ਲਈਏ, ਮਤਲਬ ਕਾਲੀ ਰਹਿੰਦੀ ਕਿ ਮੈਂ ਕਦੋਂ ਆਪਣਾ ਗੱਲ ਸ਼ੁਰੂ ਕਰਾਂ, ਮਤਲਬ ਇਸ ਇੱਕ ਕੁਐਸਚਨ ਮੋਰਲਾ ਬੰਦਾ ਕਦੋਂ ਚੁੱਪ ਹੋ। ਬਿਲਕੁਲ, ਕਿ ਮੈਂ ਕੁਐਸਚਨ ਪੁੱਛਿਆ ਉਹਨੇ ਕਦੋਂ ਉਹਦਾ ਆਨਸਰ ਖਤਮ ਹੋਣਾ, ਕਦੋਂ ਮੈਂ ਆਪਣਾ ਸੈਕੰਡ ਸ਼ੁਰੂ ਕਰ ਦਵਾਂ। ਜੀ ਵੈਲਕਮ। ਸੋ ਉਹ ਜਿਹੜੀ ਕਾਲ ਹੈਗੀ ਆ ਕਮਿਊਨੀਕੇਸ਼ਨ ਚੋਂ, ਕਾਲ ਹੀ ਨਹੀਂ ਕਰਨੀ ਆਪਾਂ ਕਮਿਊਨੀਕੇਸ਼ਨ ਦੇ ਵਿੱਚ ਇੱਕ ਲਹਿਜ਼ਾ ਰੱਖਣਾ ਆ ਕਿ ਸੁਣਨਾ ਆ। ਜੇ ਅਸੀਂ ਕੁਝ ਪੁੱਛਿਆ ਆ, ਹੁਣ ਉਹਨਾਂ ਨੇ ਆਨਸਰ ਦੇਣਾ ਹੈਗਾ, ਅਸੀਂ ਉਸ ਆਨਸਰ ਨੂੰ ਸੁਣਨਾ ਹੈਗਾ। ਸੋ ਮਤਲਬ ਜੇ ਤੁਹਾਡਾ ਓਪਨ ਐਂਡਡ ਕੁਐਸਚਨ ਹੈਗਾ ਤਾਂ ਤੁਹਾਡਾ ਹੋਰ ਵੀ ਲੰਬਾ ਚੱਲ ਸਕਦਾ। ਸੋ ਉਹਦੇ ਆਨਸਰ ਨੂੰ ਪੂਰਾ ਸੁਣੀਏ,
ਫਿਰ ਇਹ ਨਹੀਂ ਕਿ ਉਹਨੂੰ ਵਿੱਚੇ ਇੰਟਰਰਪਟ ਕਰੀਏ, ਉਹਨੂੰ ਪੂਰਾ ਸੁਣੀਏ, ਕਿਉਂਕਿ ਸਾਨੂੰ ਆਦਤ ਹੈਗੀ ਸਪੈਸ਼ਲੀ ਪੰਜਾਬੀਆਂ ਨੂੰ ਕਿ ਜਲਦੀ ਟੋਕਾ ਟਾਕੀ ਕਰਕੇ ਅਸੀਂ ਆਪਣਾ ਕੰਮ, ਆਪਣੀ ਗੱਲ ਕਹਿਣ ਦੀ ਕਾਹਲੀ ਕਰਦੇ ਆ। ਸੋ ਇੱਕ ਗੁੱਡ ਲਿਸਨਰ ਬਣਨਾ ਬਹੁਤ ਜ਼ਰੂਰੀ ਆ। ਜੇ ਤੁਸੀਂ ਫਰੈਂਡਸ ਬਣਾਉਣਾ ਚਾਹੁੰਦੇ ਆ, ਗੁੱਡ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਆ, ਤੇ ਉਹਦੇ ਲਈ ਸਭ ਤੋਂ ਜਿਹੜੀ ਬੇਸਿਕ ਚੀਜ਼ ਹੈਗੀ ਆ ਲਿਸਨ ਕਰਨਾ ਆ। ਬੋਲਣ ਵਾਲੇ ਬਹੁਤ ਹੈਗੇ ਆ ਹਰੇਕ ਦੀ ਲਾਈਫ ਦੇ ਵਿੱਚ, ਲਿਸਨ ਕਰਨ ਵਾਲੇ ਘੱਟ ਹੈਗੇ ਆ। ਆਲਵੇਜ਼ ਹਰੇਕ ਥਾਂ ਦੇ ਉੱਤੇ, ਹਰੇਕ ਜਗ੍ਹਾ ਤੇ ਤੁਹਾਨੂੰ ਮਿਲ ਜਾਊਗਾ। ਤਾਂ ਸਾਨੂੰ ਉਹ ਜਿਹੜੀ ਚੀਜ਼ ਆ, ਮਤਲਬ ਇੱਕ ਪੇਸ਼ੈਂਸ ਦੇ ਨਾਲ ਲਿਸਨ ਕਰਨਾ, ਉਹ ਬਹੁਤ ਜ਼ਰੂਰੀ ਆ। ਉਹ ਫਰੈਂਡਸ਼ਿਪ ਦੇ ਵਿੱਚ ਵੀ ਕਹਿੰਦੇ ਹਰ ਬੰਦਾ ਜਦੋਂ ਤੁਹਾਨੂੰ ਆਪਣੀ ਪ੍ਰੋਬਲਮ ਦੱਸਦਾ ਆ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਸੋਲੂਸ਼ਨ ਚਾਹੀਦਾ। ਬਿਲਕੁਲ ਰਾਈਟ, ਮੋਸਟ ਆਫ ਦਾ ਟਾਈਮ ਉਹ ਸੋਲੂਸ਼ਨ ਨਹੀਂ ਲੱਭ ਰਿਹਾ, ਉਹ ਇਹੀ ਲੱਭ ਰਿਹਾ ਕਿ ਕੋਈ ਮੈਨੂੰ ਸੁਣ ਲਵੇ। ਦੈਟਸ ਟਰੂ, ਦੈਟਸ ਰੀਲੀ ਟਰੂ। ਮਤਲਬ ਕਈ ਵਾਰ ਕਈਆਂ ਦਾ ਗੱਲ ਕਰਕੇ ਮਨ ਹਲਕਾ ਹੋ ਜਾਂਦਾ, ਉਹਨਾਂ ਨੂੰ ਸੋਲੂਸ਼ਨ ਨਾਲ ਨਹੀਂ ਕੁਝ ਵੀ ਹੈਗਾ, ਤੇ ਬਟ ਜੇ ਉਹਨਾਂ ਨੂੰ ਇੰਨਾ ਹੀ ਬਹੁਤ ਹੋ ਜਾਂਦਾ ਹੌਸਲਾ ਕਿ ਮੈਨੂੰ ਕੋਈ ਸੁਣਨ ਵਾਲਾ ਮੈਨੂੰ ਧਿਆਨ ਨਾਲ ਸੁਣ ਲਿਆ, ਮੇਰੀ ਗੱਲਬਾਤ ਇਹਨੇ ਸੁਣ ਲਈ। ਬਿਲਕੁਲ। ਹੁਣ ਜਿੱਦਾਂ ਆਪਾਂ ਫੈਮਿਲੀਜ਼ ਦੇ ਵਿੱਚ ਵੀ ਦੇਖਦੇ ਆ, ਹਸਬੈਂਡ ਜਾਂ ਵਾਈਫ ਦੋਨਾਂ ਚੋਂ ਕੋਈ ਇੱਕ ਜਣਾ ਵੀ ਅਪਸੈਟ ਹੈ, ਜੋ ਦੂਜੇ ਨੂੰ ਕੁਝ ਕਹਿ ਰਿਹਾ, ਉਹ ਚਾਹੇ ਉਹਨੂੰ ਕੋਈ ਸੋਲੂਸ਼ਨ ਨਾ ਵੀ ਦੇ ਸਕਣ, ਪਰ ਜੇ ਉਹਨਾਂ ਨੂੰ ਉਹਨੂੰ ਸੁਣ ਲੈਣ ਤੇ ਦੂਸਰਾ ਬੰਦਾ ਉਨੇ ਚ ਤ੍ਰਿਪਤ ਹੋ ਜਾਂਦਾ, ਕਿ ਰਿਲੈਕਸ ਹੋ ਜਾਂਦਾ ਕਿ ਹਾਂਜੀ ਮੇਰੀ ਜਿਹੜੀ ਸੋਲੂਸ਼ਨ ਹੈ ਨੂੰ ਮਤਲਬ ਛੱਡੋ, ਗੱਲ ਸੁਣ ਲਿਆ, ਗੱਲ ਸੁਣ ਹੋ ਗਈ ਆ। ਕਿਡਸ ਦੇ ਵਿੱਚ ਤੁਸੀਂ ਦੇਖੋ ਕਿੰਨੀ ਵਾਰ ਹੁੰਦਾ ਇਹਨੂੰ, ਯੂ ਡਿਡਨਟ ਲਿਸਨ ਟੂ ਮੀ, ਬਿਲਕੁਲ, ਯੂ ਡਿਡਨਟ ਪੇ ਅਟੈਂਸ਼ਨ, ਜਦੋਂ ਮੈਂ ਗੱਲ ਕੀਤੀ ਆ ਤੁਸੀਂ ਮੈਨੂੰ ਸੁਣਿਆ ਨਹੀਂ। ਔਰ ਮੈਂ ਮਨਜੀਤ ਜੀ ਨੋਟਿਸ ਕਰਦੀ ਆ, ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਆ, ਆਪਾਂ ਆਪਣੇ ਆਪ ਤੇ ਵਰਕ ਕਰ ਰਹੇ ਆ, ਅਸੀਂ ਵੀ ਆਪਣੇ ਆਪ ਨੂੰ ਗੁੱਡ ਕਮਿਊਨੀਕੇਟਰ ਬਣਾ ਰਹੇ ਆ, ਗੁੱਡ ਲਿਸਨਰ ਬਣਾ ਰਹੇ ਆ। ਕਈ ਵਾਰ ਆਪਾਂ ਸੱਚੀ ਐਜ਼ ਅ ਮਦਰ ਵੀ ਆਪਾਂ ਇੰਨੇ ਇੰਪੇਸ਼ੈਂਟ ਹੋ ਜੰਨੇ ਆ ਕਿ ਬੱਚੇ ਦੀ ਗੱਲ ਨੂੰ ਵਿੱਚੇ ਟੋਕ ਦਿੰਨੇ ਆ। ਜੀ ਬਿਲਕੁਲ। ਮਤਲਬ ਮੇਰੀ 7 year old ਡਾਟਰ ਆ, ਤੇ ਉਹ ਬਹੁਤ ਟਾਕੇਟਿਵ ਆ। ਮੇਰਾ ਸਨ ਇੰਨਾ ਟਾਕੇਟਿਵ ਨਹੀਂ, ਬਟ ਉਹ ਇੰਨੀ ਟਾਕੇਟਿਵ, ਕਈ ਵਾਰ ਮੈਂ ਉਹਦੀ ਗੱਲਾਂ ਸੁਣ ਕੇ ਕਾਲੀ ਜਿਹੀ ਪਈ ਨਹੀਂ, ਮੈਨੂੰ ਹੁਣ ਮੈਂ ਸਿਰਤ ਆਈ ਨੋ ਗੱਲ ਫਿਨਿਸ਼ ਕਰ ਦੇਵੇ। ਸੋ ਮੈਂ ਕਈ ਵਾਰ ਬਾਅਦ ਚ ਰਿਅਲਾਈਜ਼ ਕਰਦੀ ਆ ਕਿ ਉਹਨੂੰ ਸੋਲੂਸ਼ਨ ਨਹੀਂ ਚਾਹੀਦਾ, ਉਹਨੂੰ ਸਿਰਫ ਇੱਕ ਲਿਸਨਰ ਚਾਹੀਦਾ ਸੀਗਾ। ਸੋ ਉਹ ਚੀਜ਼ਾਂ ਮਤਲਬ ਜ਼ਰੂਰੀ ਨਹੀਂ ਕਿ ਕਿਸੇ ਸਟ੍ਰੇਂਜਰ ਪਾਰਟੀ ਦੇ ਵਿੱਚ ਇਹ ਚੀਜ਼ਾਂ ਕੰਮ ਆਉਂਦੀਆਂ, ਇਹ ਤੁਹਾਡੀ ਆਪਣੀ ਪਰਸਨਲ ਲਾਈਫ ਦੇ ਵਿੱਚ ਐਵਰੀਡੇ ਲਾਈਫ ਜਿਹੜੀ ਹੈਗੀ ਆ, ਆਪਣੇ ਐਵਰੀਡੇ ਦੇ ਰਿਲੇਸ਼ਨਸ਼ਿਪ ਨੂੰ ਇੰਪਰੂਵ ਕਰਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਬਹੁਤ ਸਹਾਇਕ ਹੋ ਸਕਦੇ ਆ ਜੇ ਅਸੀਂ ਗੁੱਡ ਲਿਸਨਰ ਦੀ ਡੈਫੀਨੇਸ਼ਨ ਨੂੰ ਸਮਝ ਲਈਏ। ਕਿ ਕਈ ਵਾਰ ਜਿਹੜਾ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਸੋਲੂਸ਼ਨ ਲੈਣ ਲਈ ਨਹੀਂ ਗੱਲ ਕਰ ਰਿਹਾ, ਉਹ ਸਿਰਫ ਆਪਣੀ ਚਾਹੁੰਦਾ ਕਿ ਉਹਨੂੰ ਕੋਈ ਲਿਸਨ ਕਰ ਲਵੇ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਇੰਪੋਰਟੈਂਟ। ਸੋ ਇਸ ਕਰਕੇ ਸਾਨੂੰ ਪੇਸ਼ੈਂਸ ਚਾਹੀਦੇ ਆ ਜੇ ਅਸੀਂ ਗੁੱਡ ਕਮਿਊਨੀਕੇਟਰ ਬਣਨਾ ਆ। ਇਸ ਤੋਂ ਪਹਿਲਾਂ ਸਾਨੂੰ ਗੁੱਡ ਲਿਸਨਰ ਬਣਨਾ ਪੈਣਾ, ਜਿਹਦੇ ਲਈ ਪੇਸ਼ੈਂਸ ਚਾਹੀਦੇ ਆ, ਜਿਹੜੇ ਕਿ ਬਹੁਤ ਸਾਡੇ ਬਹੁਤ ਮੈਨੀ ਆਫ ਅਸ ਹੈਗੇ ਆ ਜਿਨ੍ਹਾਂ ਕੋਲ ਨਹੀਂ ਹੈਗੇ। ਅਸੀਂ ਕਾਹਲੀ ਪੈ ਜਾਂਦੇ ਆ ਕਿ ਗੱਲ ਸਾਨੂੰ ਪਤਾ ਆ, ਪਰ ਸਾਨੂੰ ਗੱਲ ਚਾਹੇ ਪਤਾ ਆ, ਚਾਹੇ ਉਹਨਾਂ ਨੇ 2 ਵਾਰ ਸਾਨੂੰ ਪਹਿਲਾਂ ਵੀ ਕਰ ਲਈ ਆ, ਬਟ ਹੁਣ ਉਹਦਾ ਜਸਟ ਜਿਹੜੀ ਉਹਦੀ ਡਿਮਾਂਡ ਹੈ ਕਿ ਮੈਨੂੰ ਲਿਸਨ ਕਰ ਲਓ। ਜੀ ਬਿਲਕੁਲ। ਸੋ ਕਈ ਵਾਰ ਅਸੀਂ ਕਹਿੰਦੇ ਨਾ ਕਿ ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਆ, ਮੈਨੂੰ ਪਤਾ ਆ, ਹੁਣ ਰਹਿਣ ਦੇ, ਇਹਨੂੰ ਛੱਡ ਦੇ, ਪਰ ਉਹਨਾਂ ਦੀ ਜਿਹੜੀ ਸੰਤੁਸ਼ਟੀ ਹੈਗੀ ਉਹ ਗੱਲ ਕਰਨ ਦੇ ਵਿੱਚ ਹੈਗੀ, ਉਹ ਚੀਜ਼ਾਂ ਵੀ ਸਾਨੂੰ ਦੇਖਣੀਆਂ ਪੈਣੀਆਂ ਹੈਗੀਆਂ ਆ। ਜੀ ਬਿਲਕੁਲ। ਸੋ ਇਸ ਕਰਕੇ ਜੇ ਅਸੀਂ ਛੋਟੀਆਂ ਚੀਜ਼ਾਂ ਨੂੰ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਲਾਂਗੇ, ਸਾਨੂੰ ਰਿਜੈਕਸ਼ਨ ਵੀ ਘੱਟ ਮਿਲਣਗੇ। ਤੇ ਜਿਹੜੇ ਸਾਡੇ ਆਪਸ ਦੇ ਵਿੱਚ ਫੈਮਿਲੀ ਦੇ ਵਿੱਚ ਰਿਲੇਸ਼ਨਸ਼ਿਪ ਆ, ਜਾਂ ਫਰੈਂਡਸ ਦੇ ਨਾਲ ਰਿਲੇਸ਼ਨਸ਼ਿਪ ਆ, ਜਾਂ ਬਾਹਰ ਕੰਮ ਦੇ ਉੱਤੇ ਰਿਲੇਸ਼ਨਸ਼ਿਪ ਹੈਗੇ ਆ, ਜਾਂ ਬਿਜ਼ਨਸ ਦੇ ਵਿੱਚ ਰਿਲੇਸ਼ਨਸ਼ਿਪ ਹੈਗੇ ਆ, ਇਹਨਾਂ ਨੂੰ ਅਸੀਂ ਇੱਕ ਪ੍ਰੋਪਰ ਤਰੀਕੇ ਦੇ ਨਾਲ ਕਮਿਊਨੀਕੇਟ ਕਰਕੇ ਮੋਰ ਸਟਰੋਂਗ, ਮੋਰ ਕਲੋਜ਼ ਰਿਲੇਸ਼ਨਸ਼ਿਪ ਐਂਡ ਲੌਂਗ ਲਾਸਟਿੰਗ ਜਿਹੜੇ ਰਿਲੇਸ਼ਨਸ਼ਿਪ ਆ ਉਹਨਾਂ ਨੂੰ ਬਣਾ ਸਕਾਂਗੇ। ਸੋ ਹੈਗੀਆਂ ਇਹ ਛੋਟੀਆਂ ਗੱਲਾਂ ਆ, ਪਰ ਇਹ ਬਹੁਤ ਜ਼ਿਆਦਾ ਬਿਗ ਪਾਰਟ ਜਾਂ ਮਤਲਬ ਆਪਣੀ ਲਾਈਫ ਦੇ ਵਿੱਚ ਨਿਭਾ ਰਹੀਆਂ। ਸੋ ਜ਼ਰੂਰ ਅਸੀਂ ਇਹਨਾਂ ਦੇ ਉੱਤੇ ਪੇ ਅਟੈਂਸ਼ਨ ਕਰੀਏ, ਜ਼ਰੂਰ ਇਹਨਾਂ ਨੂੰ ਵਾਚ ਕਰੀਏ, ਤਾਂ ਕਿ ਅਸੀਂ ਆਪਣੇ ਆਪ ਨੂੰ ਮੋਰ ਇੰਪਰੂਵ ਕਰ ਲਈਏ ਤੇ ਮੋਰ ਇਫੈਕਟਿਵ ਕਰ ਲਈਏ। ਜਦੋਂ ਮਨਜੀਤ ਜੀ ਜੇ ਤੁਸੀਂ ਗੁੱਡ ਲਿਸਨਰ ਹੈਗੇ ਆ, ਤੁਸੀਂ ਕਿਤੇ ਗਏ ਹੈਗੇ ਆ, ਉੱਥੇ 2-3 ਪੀਪਲ ਦਾ ਗਰੁੱਪ ਬਣਿਆ ਹੈਗਾ, ਆਲਰੇਡੀ ਗੱਲ ਕਰ ਰਹੇ ਆ, ਜੇ ਤੁਸੀਂ ਗੁੱਡ ਲਿਸਨਰ ਹੈ, ਤੁਸੀਂ ਉਸ ਗਰੁੱਪ ਦੇ ਵਿੱਚ ਜਾ ਕੇ ਖੜ ਜਾਂਦੇ ਆ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਅਗਰ ਲਿਸਨ ਕਰਦੇ ਆ, ਲਿਸਨ ਕਰਦੇ ਤੁਸੀਂ ਨੋਡ ਕਰਨਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦੀ ਕਨਵਰਸੇਸ਼ਨ ਦੇ ਹਿਸਾਬ ਨਾਲ ਸਮਾਈਲ ਦੇਣਾ ਸ਼ੁਰੂ ਕਰ ਦਿੰਦੇ ਆ, ਉਸ ਗੱਲ ਕਰਨ ਵਾਲੇ ਪਰਸਨ ਨਾਲ ਆਈ ਕੰਟੈਕਟ ਬਣਾਉਣਾ ਸ਼ੁਰੂ ਕਰ ਲੈਂਦੇ ਆ, ਆਟੋਮੈਟਿਕਲੀ ਉਹ ਗਰੁੱਪ ਤੁਹਾਨੂੰ ਅਸੈਪਟ ਕਰ ਲੈਂਦਾ। ਜੀ ਬਿਲਕੁਲ। ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ। ਦੈਨ ਤੁਸੀਂ ਐਨੀ ਟਾਈਮ ਰਾਈਟ ਟਾਈਮ ਤੇ ਆਪਣੇ ਆਪ ਨੂੰ ਇੰਟਰੋਡਿਊਸ ਕਰ ਸਕਦੇ ਆ ਤੇ ਆਪਣੇ ਬਾਰੇ ਦੱਸ ਸਕਦੇ ਆ। ਮਤਲਬ ਜੇ ਤੁਸੀਂ ਬਾਡੀ ਲੈਂਗੁਏਜ ਨੂੰ ਸਿੱਖ ਲਿਆ ਹੈਗਾ ਆ, ਤੇ ਤੁਸੀਂ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਆਲਰੇਡੀ ਫਰੈਂਡ ਸਰਕਲ ਦਾ ਗਰੁੱਪ ਬਣਿਆ ਆ, ਤੁਸੀਂ
ਉਹਨਾਂ ਦੇ ਵਿੱਚ ਨਹੀਂ ਜਾ ਸਕਦੇ, ਤੁਸੀਂ ਉਹਨਾਂ ਦੇ ਵਿੱਚ ਵਿੱਚ ਜਾ enter ਕੇ ਹੋ ਸਕਦੇ। ਐਂਟਰ ਹੋ ਸਕਦੇ। ਇੱਕ ਆਲਰੇਡੀ ਜਿਹੜੀ ਕਨਵਰਸੇਸ਼ਨ ਚੱਲ ਰਹੀ ਹੈਗੀ ਆ, ਤੁਸੀਂ ਉਹਦਾ ਵੀ ਪਾਰਟ ਬਣ ਸਕਦੇ ਆ। ਇਸੇ ਤਰੀਕੇ ਨਾਲ ਐਂਟਰ ਹੋ ਸਕਦੇ ਆ। ਜੇ ਤੁਸੀਂ ਨੋਡ ਕਰਨਾ ਸ਼ੁਰੂ ਕਰਤਾ, ਸਮਾਈਲ ਆ ਤੁਹਾਡੇ ਫੇਸ ਦੇ ਉੱਤੇ ਐਂਡ ਤੁਸੀਂ ਆਪਣਾ ਮੇਬੀ ਹੈਂਡਸ਼ੇਕ ਕਰ ਲਿਆ ਉਹਨਾਂ ਦੇ ਨਾਲ, ਤੇ ਇਸੇ ਤਰੀਕੇ ਨਾਲ ਐਂਟਰ ਹੋ ਸਕਦੇ। ਐਂਡ ਇੱਕ ਲਾਸਟ ਥਿੰਗ ਮੈਂ ਸ਼ੇਅਰ ਕਰਨੀ ਸੀ, ਕਈ ਵਾਰ ਜਿਹੜੀ ਸਾਡੀ ਜਿਹੜੀ ਹੈਗੀ ਆ ਮਤਲਬ ਕਮਿਊਨੀਕੇਸ਼ਨ ਲੜਾਈ ਦਾ ਕਾਰਨ ਵੀ ਬਣ ਜਾਂਦੀ ਹੈ ਜਦੋਂ ਅਸੀਂ ਨਹੀਂ ਸੁਣਦੇ ਰਾਈਟ, ਜਦੋਂ ਗੁੱਡ ਲਿਸਨਰ ਨਹੀਂ ਹੈਗੇ, ਮਤਲਬ ਮੈਂ ਕਹੀ ਜਾਂਦਾ ਪਰ ਤੁਸੀਂ ਸੁਣਿਆ ਨਹੀਂ ਰਾਈਟ। ਜਦੋਂ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਇੰਟਰਸਟ ਨਹੀਂ ਲੈਂਦੇ ਉਸ ਕਮਿਊਨੀਕੇਸ਼ਨ, ਮੈਨੀ ਟਾਈਮਸ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿੰਨੀ ਵਾਰ ਹੁੰਦਾ ਕਿ ਉਹ ਕਹਿੰਦੇ ਕਿ ਮੰਮੀ ਕਿੰਨੀ ਵਾਰ ਮੈਂ ਕਿਹਾ, ਮਤਲਬ ਤੁਸੀਂ ਪੇ ਅਟੈਂਸ਼ਨ ਨਹੀਂ ਕੀਤੀ, ਇਹਦਾ ਮਤਲਬ ਰਾਈਟ। ਸੋ ਜੇ ਅਸੀਂ ਗੁੱਡ ਲਿਸਨਰ ਬਣ ਜਾਾਂਗੇ ਤਾਂ ਮੈਨੀ ਟਾਈਮ ਅਸੀਂ ਉਹਨੂੰ ਵੀ ਕੰਟਰੋਲ ਕਰ ਸਕਦੇ ਹਾਂ। ਛੋਟੇ ਛੋਟੇ ਜਿਹੜੇ ਲੜਾਈ ਝਗੜੇ ਆ ਸਾਡੇ, ਉਹ ਵੀ ਸਟਾਪ ਹੋ ਸਕਦੇ ਆ। ਮਤਲਬ ਕਮਿਊਨੀਕੇਸ਼ਨ ਦੇ ਵਿੱਚ ਲਿਸਨਰ ਬਣਨਾ, ਬੋਲਣ ਨਾਲੋਂ ਕਿਸੇ ਨੂੰ ਧਿਆਨ ਨਾਲ ਸੁਣਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਔਰ ਅਸੀਂ ਜ਼ਿਆਦਾ ਕੀ ਹੈਗੇ, ਬੋਲਣ ਤੇ ਅਸੀਂ ਜ਼ਿਆਦਾ ਜ਼ੋਰ ਰੱਖਦੇ ਹਾਂ, ਸੁਣਨ ਦੇ ਵਿੱਚ ਘੱਟ ਇੰਟਰਸਟ ਸ਼ੋ ਕਰਦੇ ਹਾਂ। ਸੋ ਜੇ ਅਸੀਂ ਕਿਸੇ ਨੂੰ ਜਸਟ ਸੁਣ ਲਈਏ ਇੱਕ ਪੇਸ਼ੈਂਸ ਦੇ ਨਾਲ, ਉਹਨਾਂ ਦੀ ਵਿਦ ਰਿਸਪੈਕਟ ਐਂਡ ਕਾਈਂਡਨੈਸ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ, ਅਸੀਂ ਜੈਨੂਅਨ ਇੰਟਰਸਟ ਲੈ ਕੇ ਉਹਨਾਂ ਨੂੰ ਆਪਣੀ ਫੁੱਲ ਅਟੈਂਸ਼ਨ ਦੇ ਕੇ ਤੇ ਜੇ ਕਿਸੇ ਨੂੰ ਸੁਣ ਵੀ ਲੈਂਦੇ ਆ ਤੇ ਉਹ ਵੀ ਸਾਡੇ ਸਟਰੋਂਗ ਰਿਲੇਸ਼ਨਸ਼ਿਪ ਬਣ ਜਾਂਦੇ ਆ। ਕਿਉਂਕਿ ਬਹੁਤੇ ਵਾਰ ਇੱਦਾਂ ਹੀ ਹੁੰਦਾ ਹੈ ਕਿ ਉਹਨਾਂ ਨੂੰ ਸੋਲਿਊਸ਼ਨ ਨਹੀਂ ਚਾਹੀਦਾ ਹੁੰਦਾ, ਇੱਕ ਲਿਸਨਰ ਚਾਹੀਦਾ ਹੁੰਦਾ ਜਿਹੜੀ ਉਹਨਾਂ ਦੀ ਗੱਲ ਸੁਣ ਲਵੇ। ਸੋ ਇਹ ਬਹੁਤ ਇੰਪੋਰਟੈਂਟ ਹੈਗਾ। ਸੰਦੀਪ ਜੀ, ਹੁਣ ਸਾਡਾ ਜਿਹੜਾ ਸਮਾਂ ਆ ਉਹ ਸਮਾਪਤੀ ਵੱਲ ਜਾ ਰਿਹਾ, ਪਰ ਅਸੀਂ ਜ਼ਰੂਰ ਤੁਹਾਨੂੰ ਇਨਕਰੇਜ ਕਰਾਂਗੇ ਕਿ ਤੁਸੀਂ ਵੀ ਚੰਗੀਆਂ ਬੁੱਕਸ ਜਿਹੜੀਆਂ ਆ ਉਹ ਜ਼ਰੂਰ ਪੜ੍ਹੋ, ਬਿਕਾਜ਼ ਸਾਨੂੰ ਵੀ ਇਸ ਬੁੱਕਸ ਨੇ ਕਾਫੀ ਕੁਝ ਸਾਨੂੰ ਸਿੱਖਣ ਲਈ ਮਿਲਿਆ ਐਂਡ ਕੰਟੀਨਿਊਸਲੀ ਇਹਨਾਂ ਤੋਂ ਸਿੱਖ ਰਹੇ ਆ ਕਿ ਅਸੀਂ ਆਪਣੇ ਆਪ ਨੂੰ ਹੋਰ ਕਿੱਦਾਂ ਇੰਪਰੂਵ ਕਰ ਲਈਏ, ਆਪਣੀ ਪਰਸਨੈਲਿਟੀ ਨੂੰ ਮੋਰ ਕਿੱਦਾਂ ਇਨਹੈਂਸ ਕਰੀਏ ਜਾਂ ਗੁੱਡ ਕਮਿਊਨੀਕੇਟਰ ਕਿੱਦਾਂ ਬਣੀਏ। ਸੋ ਤੁਸੀਂ ਵੀ ਗੁੱਡ ਬੁੱਕਸ ਜ਼ਰੂਰ ਰੀਡ ਕਰੋ। ਐਂਡ ਨੈਕਸਟ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਟਾਈਮ ਤੇ ਇਸੇ ਚੈਨਲ ਤੇ ਦੁਬਾਰਾ ਫਿਰ ਮਿਲਦੇ ਹਾਂ। ਤਦ ਤੱਕ ਲਈ ਸਤਿ ਸ੍ਰੀ ਅਕਾਲ। ਆਪਾਂ ਤਾਂ ਪਹਿਲੇ ਚੈਪਟਰ